हालेलुया परमेश्वर के पवित्र नाम की तारीफ हो। आओ सारे बैठ जाएंगे। ਅਸੀਂ ਕੱਢਾਂਗੇ ਸ਼ਬਦ ਦੂਜਾ ਤਮੋਥੀਅਸ 3:1 ਦੂਸਰਾ ਤਮੋਥੀਅਸ 3:1 ਕੱਢਾਂਗੇ। ਪਰ ਇਹ ਜਾਣ ਛੱਡ ਭਾਈ ਅੰਤ ਦਿਨਾਂ ਵਿੱਚ ਅੰਤ ਦੇ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ, ਕਿਉਂ ਜੋ ਮਨੁੱਖ ਆਪ ਸਵਾਰਥੀ, ਮਾਇਆ ਦੇ ਲੋਭੀ, ਸ਼ੇਖੀਬਾਜ਼, ਹੰਕਾਰੀ, ਕੁਫਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰੀ, ਨਾ ਸ਼ੁਕਰੇ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਲੇ, ਘਮੰਡੀ, ਪਰਮੇਸ਼ਵਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ, ਭਗਤੀ ਦਾ ਰੂਪ ਧਾਰ ਕੇ ਵੀ ਉਹ ਸ਼ਕਤੀ ਦੇ ਇਨਕਾਰੀ ਹੋਣਗੇ। ਤੂੰ ਇਹਨਾਂ ਤੋਂ ਪਰੇ ਰਹੂ, ਕਿਉਂ ਜੋ ਇਹਨਾਂ ਵਿੱਚੋਂ ਉਹ ਹਨ ਜਿਹੜੇ ਘਰੋਂ ਘਰੀ ਘੁਸ ਕੇ ਉਹਨਾਂ ਹੋਸ਼ੀਆਂ ਤੀਵੀਆਂ ਨੂੰ ਮੋਹ ਲੈਂਦੇ ਹਨ, ਜਿਹੜੀਆਂ ਪਾਪਾਂ ਨਾਲ ਲੱਦੀਆਂ ਹੋਈਆਂ ਹਨ ਅਤੇ ਨਾਨਾ ਪ੍ਰਕਾਰ ਦੀਆਂ ਕਾਮਨਾ ਦੇ ਪਿੱਛੇ ਵਹਿ ਚੱਲਦੀਆਂ ਹਨ ਅਤੇ ਸਦਾ ਸਿੱਖਦੀਆਂ ਤਾਂ ਰਹਿੰਦੀਆਂ ਹਨ, ਪਰ ਸੱਚ ਦੇ ਗਿਆਨ ਨੂੰ ਕਦੇ ਅੱਪੜ ਨਹੀਂ ਸਕਦੀਆਂ। ਅਤੇ ਜਿਸ ਪ੍ਰਕਾਰ ਯੂਨੇਸ ਅਤੇ ਯਮਰੇਸ ਨੇ ਮੂਸਾ ਦਾ ਸਾਹਮਣਾ ਕੀਤਾ ਸੀ, ਇਸੇ ਪ੍ਰਕਾਰ ਇਹ ਵੀ ਜਿਹੜੇ ਬੁੱਧ ਭ੍ਰਿਸ਼ਟ ਅਤੇ ਨੇਚਾ ਵੱਲੋਂ ਅਪਰਵਾਨ ਹਨ, ਸੱਚਾਈ ਦਾ ਸਾਹਮਣਾ ਕਰਦੇ ਹਨ, ਪਰ ਇਹ ਅਗਾਹਾਂ ਨੂੰ ਨਾ ਵਧਣਗੇ। ਇਸ ਲਈ ਜੋ ਇਹਨਾਂ ਦਾ ਮੁਰਖਪੁਣਾ ਸਭਨਾਂ ਉੱਤੇ ਪ੍ਰਗਟ ਹੋ ਜਾਵੇਗਾ, ਜਿਵੇਂ ਉਹਨਾਂ ਦਾ ਵੀ ਹੋਇਆ ਸੀ। ਆਓ ਅਸੀਂ ਇਸ ਵਚਨ ਦੇ ਲਈ ਪ੍ਰਾਰਥਨਾ ਕਰਾਂਗੇ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਤੇਰੇ ਨਾਮ ਦੀ ਮਹਿਮਾ ਕਰਦਾ। ਸਰਬ ਸ਼ਕਤੀਮਾਨ ਖੁਦਾ, सचमुच खुदावंद एक बार असी फिर तेरी पाक पवित्र हजूरी में आउंदे हां मेरे लॉर्ड। ते खुदावंद सचमुच खुदावंद प्रभु यीशु मसीह अज लोग खुदावंद प्रभु जी यीशु मसीह तेरे वचन दी रोटी विचों नहीं खा रहे खुदावंद, क्योंकि तू क्या है, मैं जीवन दी रोटी हां, जिहड़ा मेरे विचों खांदा है वो कदे नहीं तिहाया रहेगा, नहीं कदे भुखा रहेगा। सचमुच प्रभु जी जिहड़ा तेरा मांस ते लहू नहीं खांदा पींदा प्रभु जी, ਉਹਦੇ ਵਿੱਚ ਜੀਵਨ ਨਹੀਂ ਹੈ। ਪ੍ਰਭੂ ਯਿਸੂ ਮਸੀਹ ਅੱਜ ਸੰਸਾਰ ਦੇ ਵਿੱਚ ਬਹੁਤ ਲੋਕ ਖੁਦਾਵੰਦਾ ਸੰਸਾਰ ਦੀ ਰੋਟੀ ਤੋਂ ਖਾ ਰਹੇ ਹਨ ਖੁਦਾਵੰਦਾ, ਤੇ ਜਿਹੜੇ ਸੰਸਾਰ ਦੀ ਰੋਟੀ ਤੋਂ ਖਾਂਦੇ ਹਨ ਪ੍ਰਭੂ ਯਿਸੂ ਮਸੀਹ, ਉਹ ਕਦੇ ਵੀ ਤੇਰੇ ਫਲਾਂ ਦੇ ਨਾਲ ਨਹੀਂ ਭਰ ਸਕਦੇ ਪ੍ਰਭੂ ਯਿਸੂ ਮਸੀਹ। ਮੇਰੇ ਮਹਾਨ ਪਿਤਾ ਪ੍ਰਭੂ ਜੀ, ਅੱਜ ਦਾ ਵਚਨ ਇੱਕ ਇੱਕ ਦੇ ਹਿਰਦੇ ਨੂੰ ਛਿੱਲ ਦੇਵੇ ਖੁਦਾਵੰਦਾ, ਤਾਂ ਹਰੇਕ ਜਾਣ ਲਵੇ ਪ੍ਰਭੂ ਯਿਸੂ ਮਸੀਹ ਸਥਾਨ 'ਚ ਖੁਦਾਵੰਦਾ ਕੋਈ ਮਨੁੱਖ ਅਤੇ ਮਾਸ ਲਹੂ ਨਹੀਂ ਬੋਲਦਾ ਪ੍ਰਭੂ ਜੀ, ਇਸ ਸਥਾਨ 'ਚ ਹਮੇਸ਼ਾ ਤੇਰਾ ਪਵਿੱਤਰ ਆਤਮਾ ਬੋਲਦਾ ਹੈ ਖੁਦਾਵੰਦਾ। ਤੂੰ ਦਇਆ ਕਰ, ਕਿਰਪਾ ਕਰ, ਸਭਨਾਂ ਨੂੰ ਸਿਖਾ ਵੀ ਸਭ ਤੇਰੇ ਵਚਨ ਵਿੱਚੋਂ ਖਾਣ ਤੇ ਤ੍ਰਿਪਤ ਹੋ ਜਾਣ ਪ੍ਰਭੂ ਯਿਸੂ ਮਸੀਹ, ਕਿਉਂਕਿ ਖੁਦਾਵੰਦ ਜਦੋਂ ਕੋਈ ਤੇਰੇ ਵਚਨ ਦੇ ਵਿੱਚੋਂ ਖਾਂਦਾ ਹੈ ਉਹ ਹਮੇਸ਼ਾ ਤ੍ਰਿਪਤ ਹੁੰਦਾ ਹੈ ਖੁਦਾਵੰਦਾ। ਤੂੰ ਦਇਆ ਕਰ, ਕਿਰਪਾ ਕਰ, ਤੇਰੇ ਨਾਮ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੰਗਦੇ ਹਾਂ, ਆਮੀਨ। ਹਾਲੇਲੂਇਆ। ਪਰਮੇਸ਼ਵਰ ਦੇ ਪਵਿੱਤਰ ਨਾਮ ਦੀ ਤਾਰੀਫ। ਅਸੀਂ ਦੂਜਾ ਤਮੋਥੀਸ ਪੜਿਆ, ਦੂਜਾ ਤਮੋਥੀਸ 3 ਦੇ ਅਸੀਂ ਪੜਿਆ। ਹੁਣ ਇੱਥੇ ਲਿਖਿਆ ਆ ਸ਼ੇਖੀ ਬਾਜ, ਹੰਕਾਰੀ, ਕੁਫਰ ਬਕਣ ਵਾਲੇ। ਹੁਣ ਤੁਹਾਨੂੰ ਪਤਾ ਜਿੰਨੇ ਵੀ ਇਹ ਸਾਰਾ ਕੁਝ ਲਿਖਿਆ ਆ, ਘਮੰਡੀ ਲੋਕ, ਪਰਮੇਸ਼ਵਰ ਦੇ ਨਹੀਂ ਕਹਿੰਦਾ, ਭੋਗ ਬਿਲਾਸ ਦੇ ਪ੍ਰੇਮੀ ਜਿਹੜੇ ਆ ਸਭ ਲੋਕ ਆ, ਇਹਨਾਂ ਨੇ ਵੀ ਕੁਝ ਖਾਦਾ ਆ। ਤੁਹਾਨੂੰ ਪਤਾ ਬਿਨਾਂ ਖਾਦੇ ਤੋਂ ਕੋਈ ਵੀ ਬੰਦਾ ਉਸ ਤਰ੍ਹਾਂ ਦਾ ਨਹੀਂ ਬਣਦਾ। ਤੁਹਾਨੂੰ ਪਤਾ ਜਦੋਂ ਕੋਈ ਇੱਕ ਮਨੁੱਖ ਹੁੰਦਾ ਆ, ਉਹ ਜਿੱਦਾਂ ਦੀ ਖੁਰਾਕ ਲੈਂਦਾ, ਜਿੱਦਾਂ ਦੀ ਡਾਈਟ ਲੈਂਦਾ, ਉਸ ਤਰ੍ਹਾਂ ਦਾ ਬਣ ਜਾਂਦਾ ਹੈ। ਜੇ ਤੁਸੀਂ ਸਰੀਰਕ ਤੌਰ ਤੇ ਅਸੀਂ ਗੱਲ ਕਰਦੇ ਆ, ਜੇ ਤੁਹਾਨੂੰ ਡਾਕਟਰ ਕਹਿੰਦੇ ਆ ਵੀ ਤੁਸੀਂ ਹਰੀਆਂ ਸਬਜ਼ੀਆਂ ਖਾਣੀਆਂ ਆ, ਵਧੀਆ ਭੋਜਨ ਖਾਣਾ, ਤੇ ਤੁਸੀਂ ਤੁਹਾਡਾ ਜਿਹੜਾ ਸਰੀਰ ਆ ਉਸੇ ਤਰ੍ਹਾਂ ਗਰੋਥ ਕਰਦਾ ਆ, ਤੁਹਾਡੇ ਚਿਹਰੇ ਤੇ ਗਲੋ ਆਂਦੀ ਆ। ਜੇ ਤੁਸੀਂ ਆਮਲੇ ਖਾਂਦੇ ਆ, ਡਾਕਟਰ ਕਹਿੰਦੇ ਆਮਲੇ ਖਾਓ ਖਾਲੀ ਪੇਟ, ਤੁਹਾਡੇ ਚਿਹਰੇ ਤੇ ਕੀ ਆਂਦੀ, ਗਲੋ ਆਣੀ ਸ਼ੁਰੂ ਹੋ ਜਾਂਦੀ ਆ। ਇਸੇ ਤਰ੍ਹਾਂ ਆਤਮਾ ਦੇ ਵਿੱਚ ਵੀ ਭੋਜਨ, ਜਦੋਂ ਇੱਕ ਮਨੁੱਖ ਆਤਮਿਕ ਭੋਜਨ ਖਾਂਦਾ ਆ ਤੇ ਕੀ ਹੁੰਦਾ ਆ, ਉਹਦਾ ਪੂਰਾ ਸਰੀਰ ਨਰੋਇਆ ਹੋ ਜਾਂਦਾ, ਉਹ ਆਤਮਾ ਦੇ ਫਲਾਂ ਦੇ ਨਾਲ ਭਰ ਜਾਂਦਾ। ਲੇਕਿਨ ਜਿਹੜੇ ਇਹ ਲੋਕ ਆ, ਜਿਹੜਾ ਦੂਜਾ ਤਮੋਥੀਸ 3 ਦੇ ਆਏ ਵਿੱਚ ਜਿਹੜੇ ਲੋਕਾਂ ਦੀ ਗੱਲ ਹੋ ਰਹੀ ਆ, ਜਿਹੜੇ ਸ਼ੇਖੀਬਾਜ਼ ਆ, ਖੁਦਾ ਦੇ ਨਾ ਸ਼ੁਕਰੇ ਲੋਕ ਆ, ਨਿਰਮੋਹ ਲੋਕ ਆ, ਪਰਾਈ ਨਿੰਦਿਆ ਕਰਨ ਵਾਲੇ ਲੋਕ ਆ, ਕਰੜੇ, ਨੇਕੀ ਦੇ ਵੈਰੀ, ਇਹ ਕਿਹੜੇ ਲੋਕ ਆ? ਇਹਨਾਂ ਨੇ ਵੀ ਕੋਈ ਭੋਜਨ ਖਾਦਾ। ਇਹਨਾਂ ਨੇ ਕਿਹੜਾ ਭੋਜਨ ਖਾਦਾ? ਇਹਨਾਂ ਨੇ ਭਲੇ ਬੁਰੇ ਦੇ ਵ੍ਰਿਕਸ਼ ਤੋਂ ਖਾਦਾ। ਇਹ ਉਹ ਲੋਕ ਨੇ। ਲੇਕਿਨ ਜਿਹੜਾ ਜੀਵਨ ਦੇ ਵ੍ਰਿਕਸ਼ ਤੋਂ ਖਾਂਦਾ, ਉਹ ਹਮੇਸ਼ਾ ਆਤਮਾ ਦੇ ਫਲਾਂ ਦੇ ਨਾਲ ਭਰਿਆ ਹੁੰਦਾ ਆ। ਇਸ ਕਰਕੇ ਸਾਡੇ ਯੁੱਗ ਦੇ ਨਬੀ ਨੇ ਕਿਹਾ, ਭਾਈ ਬ੍ਰੈਨਮ ਨੇ ਕਿਹਾ, ਹਮੇਸ਼ਾ ਜੀਵਨ ਦੇ ਵ੍ਰਿਕਸ਼ ਤੋਂ ਖਾਓ, ਕਦੇ ਵੀ ਭਲੇ ਬੁਰੇ ਦੇ ਵ੍ਰਿਕਸ਼ ਤੋਂ ਨਾ ਖਾਓ, ਕਿਉਂਕਿ ਭਲੇ ਬੁਰੇ ਦਾ ਵ੍ਰਿਕਸ਼ ਕੀ ਆ? ਮੌਤ ਦਾ ਵ੍ਰਿਕਸ਼ ਆ। ਉਹ ਤੁਹਾਨੂੰ ਮੌਤ ਵੀ ਲੈ ਕੇ ਜਾਵੇਗਾ। ਹੁਣ ਜਿਹੜੇ ਲੋਕ ਤੁਸੀਂ ਦੇਖਿਆ, ਬਹੁਤ ਭੈਣ ਭਾਈ ਜਿਨ੍ਹਾਂ ਦੇ ਜੀਵਨ ਸਹੀ ਨਹੀਂ ਹੈ, ਚੁਗਲੀ, ਨਿੰਦਿਆ, ਈਰਖਾ, ਸੰਸਾਰਿਕ ਕੰਮਾਂ ਦੇ ਨਾਲ ਭਰੇ ਹੋਏ ਆ। ਬਹੁਤ ਭੈਣ ਭਾਈ ਇਹੋ ਜਿਹੇ ਮਸੀਹ ਭੈਣ ਭਾਈਆਂ ਦੀ ਮੈਂ ਗੱਲ ਕਰ ਰਿਹਾ। ਮੈਂ ਬਾਹਰ ਨਹੀਂ ਜਾਂਦਾ, ਮੈਂ ਸੰਦੇਸ਼ ਵਾਲੇ ਲੋਕਾਂ ਦੀ ਗੱਲ ਕਰੂੰਗਾ, ਕਿਉਂਕਿ ਬਾਈਬਲ
ਸੰਦੇਸ਼ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਕਹਿੰਦੇ ਅਸੀਂ ਸੰਦੇਸ਼ੀ ਆ, ਅਸੀਂ ਸੰਦੇਸ਼ ਦੇ ਵਿੱਚ ਬਸਮਾ ਲਿਆ, ਸਾਡਾ ਜੀਵਨ ਦੇਖੋ ਅਸੀਂ ਪ੍ਰਭੂ ਨੂੰ ਜੀਵਨ ਸਮਰਪਿਤ ਕੀਤਾ। ਲੇਕਿਨ ਤੁਹਾਨੂੰ ਦੱਸਣਾ ਚਾਹੁੰਦਾ 5 ਮੂਰਖ ਤੇ 5 ਚਤਰ ਕੁਆਰੀਆਂ ਹੈ, ਕੁਆਰੀਆਂ ਹੈ। ਹੁਣ ਤੁਹਾਨੂੰ ਪਤਾ ਮਿਸ਼ਨਾਂ ਜਥੇਬੰਦੀਆਂ ਨੂੰ ਲੋਕੀ ਕਹਿ ਦਿੰਦੇ ਵੀ ਮੁਰਖ ਕੁਆਰੀਆਂ, ਮਿਸ਼ਨਾਂ ਜਥੇਬੰਦੀਆਂ ਮੁਰਖ ਕੁਆਰੀ ਨਹੀਂ। ਬਾਈਬਲ ਬਿਆਨ ਕਰਦੀ ਇੱਕ ਵੱਡੀ ਵੈਸ਼ਿਆ ਪਾਣੀ ਤੇ ਬੈਠੀ ਆ, ਉਹ ਕੰਜਰੀ ਆ ਜਿਹੜੀ ਪਾਣੀ ਤੇ ਬੈਠੀ, ਉਹਦੀ ਧੀਆਂ ਵੀ ਆ। ਹੁਣ ਧੀਆਂ ਕੁਆਰੀਆਂ ਨਹੀਂ ਹੋ ਸਕਦੀਆਂ। ਇਹ ਕੁਆਰੇ ਲੋਕ ਕਿਹੜੇ? ਸੰਦੇਸ਼ ਦੇ ਲੋਕ ਨੇ, ਜਿਹੜੇ ਵਚਨ ਤੋਂ ਬਾਹਰ ਕੰਮ ਕਰਦੇ ਆ। ਅੱਜ ਪੂਰਾ ਸੰਸਾਰ ਵਚਨ ਤੋਂ ਬਾਹਰ ਆ, ਲੇਕਿਨ ਖੁਦਾ ਨੂੰ ਸੰਸਾਰ ਦੇ ਨਾਲ ਮਤਲਬ ਨਹੀਂ। ਉਹ ਕਹਿੰਦਾ ਮੈਂ ਗਵਾਚੀਆਂ ਹੋਈਆਂ ਭੇਡਾਂ ਵਾਸਤੇ ਆਇਆ। ਇਜ਼ਰਾਈਲ ਦੀਆਂ ਗਵਾਚੀਆਂ ਹੋਈਆਂ ਭੇਡਾਂ ਵਾਸਤੇ ਪ੍ਰਭੂ ਯਿਸੂ ਮਸੀਹ ਆਇਆ। ਉਹਨਾਂ ਵਾਸਤੇ ਆਇਆ ਜਿਹੜੇ ਪਰਮੇਸ਼ਵਰ ਨੂੰ ਇਸ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਚੁਣੇ ਗਏ ਸੀ। ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਲੈਣ ਆਇਆ। ਹੁਣ ਇਹ ਕਿਹੜੇ ਲੋਕ ਆ? ਇਹਨਾਂ ਨੇ ਕੁਝ ਗਲਤ ਖਾਦਾ ਹੈ, ਇਸ ਕਰਕੇ ਇਹ ਲੋਕਾਂ ਜਿਨ੍ਹਾਂ ਦੀ ਗੱਲ ਹੋ ਰਹੀ ਆ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਮਾਇਆ ਦੇ ਲੋਭੀ, ਇਹ ਕਿਹੜੇ ਲੋਕ ਹੈ? ਸੰਸਾਰ ਤੋਂ ਜਿਹੜੇ ਖਾਂਦੇ ਆ। ਸੰਸਾਰ ਦਾ ਮਤਲਬ ਆ ਭਲੇ ਬੁਰੇ ਦੇ ਵਰਕਸ਼ ਤੋਂ ਖਾਣਾ। ਤੇ ਜਿਹੜਾ ਮਨੁੱਖ ਭਲੇ ਬੁਰੇ ਦੇ ਵਰਕਸ਼ ਤੋਂ ਖਾਵੇਗਾ ਉਹ ਕਦੇ ਵੀ ਜੀਵਨ ਨੂੰ ਪ੍ਰਾਪਤ ਨਹੀਂ ਕਰੇਗਾ। ਪੁਲਪੜ ਤੋਂ ਇਸ ਗੱਲ ਨੂੰ ਕਹਿ ਰਿਹਾ। ਤੁਸੀਂ ਸੰਦੇਸ਼ 'ਚ ਬੈਪਟਾਈਜ਼ ਲੈ ਲਓ, ਦਾਨ ਦਸ਼ਮਾਂਸ਼ ਦਵੋ, ਫਾਸਟਿੰਗ ਕਰੋ, ਜੋ ਮਰਜ਼ੀ ਕਰੋ, ਲੇਕਿਨ ਜਦੋਂ ਤੱਕ ਤੁਸੀਂ ਜੀਵਨ ਦੇ ਵਰਕਸ਼ ਤੋਂ ਨਹੀਂ ਖਾਂਦੇ ਤੁਸੀਂ ਕਦੇ ਵੀ ਰੈਪਚਰ ਵਿੱਚ ਨਹੀਂ ਜਾਓਗੇ। ਰੈਪਚਰ ਵਿੱਚ ਜਾਣ ਦੇ ਲਈ ਕੀਮਤ ਚੁਕਾਣੀ ਪੈਣੀ ਆ। ਅੱਜ ਲੋਕਾਂ ਨੂੰ ਗਲਤਫਹਿਮੀ ਹੋ ਗਈ ਆ, ਸੰਦੇਸ਼ ਵਾਲੇ ਲੋਕ ਨਰਕ ਵਿੱਚ ਜਾ ਰਹੇ ਆ। ਉਹ ਕਹਿੰਦੇ ਬੈਪਟਾਈਜ਼ ਲੈ ਲਿਆ, ਅਸੀਂ ਨਬੀ ਨੂੰ ਮੰਨਦੇ ਆ। ਨਬੀ ਨੂੰ ਮੰਨਣਾ ਕਾਫੀ ਨਹੀਂ ਹੈ। ਨਬੀ ਦੇ ਮੂੰਹ ਵਿੱਚੋਂ ਕੀ ਨਿਕਲਿਆ ਉਹਨੂੰ ਮੰਨਣਾ ਹੈ। ਉਹਦੇ ਵਿੱਚੋਂ ਪਵਿੱਤਰ ਆਤਮਾ ਨੇ ਜਿਹੜੇ ਬੋਲ ਬੋਲੇ ਆ, ਉਸ ਬੋਲਾਂ ਨੂੰ ਆਪਣੇ ਜੀਵਨ ਦੇ ਵਿੱਚ ਕਿਰਿਆਸ਼ੀਲ ਕਰਨਾ, ਤਾਂ ਕਿ ਖੁਦਾਵੰਦ ਪ੍ਰਭੂ ਯਿਸੂ ਮਸੀਹ ਤੁਹਾਡੇ ਜੀਵਨ ਦੇ ਵਿੱਚ ਆ ਕੇ ਰਵੇ, ਤੁਹਾਡੇ ਅੰਦਰ ਆ ਕੇ ਰਵੇ। ਜੇ ਅੱਜ ਦੇ ਮਨੁੱਖਾਂ ਨੂੰ ਘਰਾਂ ਦੀ ਲੋੜ ਆ ਤੇ ਪ੍ਰਭੂ ਯਿਸੂ ਮਸੀਹ ਨੂੰ ਵੀ ਘਰ ਦੀ ਲੋੜ ਆ। ਲੇਕਿਨ ਉਹ ਕਿਹੜੇ ਘਰ ਵਿੱਚ ਰਹਿੰਦਾ ਆ? ਜਿਸ ਘਰ ਦੇ ਵਿੱਚ ਨਿੰਦਿਆ ਹੁੰਦੀ ਹੈ, ਉਸ ਘਰ ਦੇ ਵਿੱਚ, ਜਿਸ ਘਰ ਦੇ ਵਿੱਚ ਚੁਗਲੀਆਂ ਹੁੰਦੀਆਂ, ਕਿਉਂਕਿ ਚੁਗਲੀਆਂ ਇਹ ਇੱਕ ਘਰ ਹੈ, ਇਸ ਘਰ ਦੇ ਵਿੱਚੋਂ ਚੁਗਲੀਆਂ, ਈਰਖਾ, ਧੜੇਬਾਜ਼ੀਆਂ ਸਭ ਨਿਕਲਦਾ। ਇਹੋ ਜਿਹੇ ਘਰ 'ਚ ਖੁਦਾ ਨਹੀਂ ਰਹਿੰਦਾ। ਮੈਂ ਤੁਹਾਨੂੰ ਬਾਈਬਲ ਦੇ ਵਿੱਚ ਸਾਬਤ ਕਰੂੰਗਾ। ਜਦੋਂ ਪਰਮੇਸ਼ਵਰ ਕਿਸੇ ਨੂੰ ਇਸਤੇਮਾਲ ਕਰਦਾ ਤਾਂ ਉਹਨੂੰ ਰਗੜ ਕੇ ਰੱਖ ਦਿੰਦਾ। ਉਹ ਇਦਾਂ ਨਹੀਂ ਇਸਤੇਮਾਲ ਕਰਦਾ ਵੀ ਪ੍ਰਭੂ ਨੇ ਕਿਸ ਨੂੰ ਦਰਸ਼ਨ ਦੇਤਾ ਜੀ, ਉਹਨੂੰ ਬੜੇ ਵਧੀਆ ਤਰੀਕੇ ਨਾਲ ਦਰਸ਼ਨ ਦੇਤਾ, ਉਹਨੂੰ ਕਹਿ ਰਿਹਾ ਚੱਲ ਮੇਰੀ ਸੇਵਾ ਕਰ ਜਾਂ ਮੇਰੇ ਕੰਮਾਂ ਨੂੰ ਕਰ। ਨਹੀਂ, ਪ੍ਰਭੂ ਪਹਿਲਾਂ ਰਗੜਾਈ ਕਰਦਾ ਹੈ। ਤੁਹਾਨੂੰ ਪਤਾ ਜਦੋਂ ਤੁਸੀਂ ਘਰ 'ਚ ਝਾੜੂ ਪੋਚਾ ਮਾਰਦੇ ਹੋ ਤੇ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ। ਜੇ ਤੁਸੀਂ ਘਰ ਦੀ ਸਫਾਈ ਕਰਦੇ ਹੋ ਤੇ ਧੂੜ ਮਿੱਟੀ ਵੀ ਉੱਡਦੀ ਆ, ਤੁਹਾਨੂੰ ਵੀ ਲੱਗਦੀ ਆ, ਕਈ ਵਾਰ ਤੁਹਾਨੂੰ ਛਿੱਕਾਂ ਲੱਗ ਜਾਂਦੀਆਂ। ਇਸੇ ਤਰ੍ਹਾਂ ਖੁਦਾਵੰਦ ਏਦਾਂ ਨਹੀਂ ਆਂਦਾ ਕਿਸੇ ਘਰ 'ਚ, ਉਹ ਸਫਾਈ ਕਰਦਾ ਆ। ਜੇ ਤੁਹਾਨੂੰ ਤਕਲੀਫ ਹੁੰਦੀ ਉਹਨੂੰ ਉਸ ਤਕਲੀਫ ਨਾਲ ਮਤਲਬ ਨਹੀਂ ਹੁੰਦਾ, ਕਿਉਂਕਿ ਉਹ ਤੁਹਾਡੀ ਸਫਾਈ ਕਰ ਰਿਹਾ ਹੁੰਦਾ। ਤੁਹਾਨੂੰ ਪਤਾ ਜਦੋਂ ਇੱਕ ਡਾਕਟਰ ਕਿਸੇ ਦਾ ਆਪਰੇਸ਼ਨ ਕਰਦਾ ਆ ਤੇ ਉਹ ਕੀ ਕਰਦਾ ਆ? ਜੇ ਉਹ ਡਰ ਜਾਵੇ, ਉਹ ਕਹੇ ਨਹੀਂ ਇਹ ਦਰਦ ਹੋ ਰਹੀ ਹੈ, ਕੁਛ ਨਹੀਂ, ਉਹ ਆਪਣੇ ਮਨ ਨੂੰ ਕਠੋਰ ਬਣਾ ਕੇ ਰੱਖਦਾ। ਉਹਨੂੰ ਪਤਾ ਹੁੰਦਾ ਮੈਂ ਇਸ ਦੇ ਜੀਵਨ ਨੂੰ ਬਚਾਉਣਾ। ਉਹ ਗੰਦਗੀ ਸਾਫ਼ ਕਰਨ ਵਾਸਤੇ ਐਂਟੀਬਾਇਓਟਿਕ ਇੰਜੈਕਸ਼ਨ ਲਗਾਉਂਦਾ, ਸਭ ਕੁਝ ਕਰਦਾ, ਜੋ ਕੁਝ ਕਰ ਸਕਦਾ ਉਹ ਕਰਦਾ ਆ। ਇਸੇ ਤਰ੍ਹਾਂ ਸਾਡਾ ਆਤਮਿਕ ਪਿਤਾ ਵੀ, ਜਦੋਂ ਅੱਜ ਦੇ ਲੋਕ ਇਨਫੈਕਟਡ ਹੋ ਗਏ ਆ, ਨਬੀ ਨੇ ਕਿਹਾ ਇਹ ਪੂਰੀ ਧਰਤੀ ਬੈਕਟੀਰੀਆ ਦੇ ਨਾਲ ਭਰੀ ਹੋਈ ਆ, ਗੰਦਗੀ, ਗੰਦੇ ਕੀਟਾਣੂਆਂ ਨਾਲ ਭਰੀ ਹੋਈ ਆ। ਹੁਣ ਇਸ ਗੰਦੇ ਕੀਟਾਣੂਆਂ ਤੋਂ ਤੁਹਾਨੂੰ ਕੌਣ ਬਚਾਊਗਾ? ਕੀ ਸਰੀਰਕ ਡਾਕਟਰ? ਡਾਕਟਰਾਂ ਨੇ ਨਹੀਂ ਬਚਾਉਣਾ। ਡਾਕਟਰ ਕੀ ਤੁਹਾਨੂੰ ਦਵਾਈ ਦੇ ਸਕਦੇ, ਲੇਕਿਨ ਸ਼ਿਫਾ ਨਹੀਂ ਦੇ ਸਕਦੇ। ਲੇਕਿਨ ਯਿਸੂ ਮਸੀਹ ਦਾ ਲਹੂ, ਉਹਦਾ ਕੁਰਬਾਨ ਕੀਤਾ ਹੋਇਆ ਲਹੂ, ਜਿਹੜਾ ਉਹਨੇ ਕਲਵਰੀ ਕਰੂਸ ਤੇ ਲਹੂ ਪਾਇਆ, ਉਹ ਲਹੂ ਤੁਹਾਡੇ ਜਦੋਂ ਅੰਦਰ ਜਾਵੇਗਾ, ਤੁਹਾਡੇ ਅੰਦਰ ਦੇ ਇਨਫੈਕਸ਼ਨ ਨੂੰ ਖਤਮ ਕਰ ਦੇਵੇਗਾ। ਤੁਹਾਨੂੰ ਪਤਾ ਯਿਸੂ ਮਸੀਹ ਸੰਪੂਰਨ ਖੁਦਾ ਤੇ ਸੰਪੂਰਨ ਮਨੁੱਖ ਸੀ। ਜਦੋਂ ਧਰਤੀ ਤੇ ਆਇਆ ਤੇ ਉਹਦਾ ਲਹੂ ਜਦੋਂ ਕਿਸੇ ਮਨੁੱਖ ਦੇ ਅੰਦਰ ਚਲੇ ਜਾਂਦਾ, ਉਹ ਮਨੁੱਖ ਫਿਰ ਆਪਣੇ ਆਪ 'ਚ ਨਹੀਂ ਰਹਿੰਦਾ। ਉਹ ਮਨੁੱਖ ਫਿਰ ਪਵਿੱਤਰ ਆਤਮਾ ਦਾ ਇੱਕ ਨਮੂਨਾ ਬਣ ਜਾਂਦਾ ਹੈ। ਤੁਹਾਨੂੰ ਪਤਾ ਜਿਹਦੇ ਅੰਦਰ ਖੁਦਾ ਦਾ ਆਤਮਾ ਆਉਂਦਾ ਉਹ ਨਮੂਨਾ ਹੁੰਦਾ ਬੰਦਾ। ਲੋਕੀ ਕਹਿੰਦੇ ਇਹ ਬੰਦੇ ਦਾ ਜੀਵਨ ਬਦਲ ਗਿਆ, ਇਹਦੇ ਅੰਦਰ ਖੁਦਾ ਰਹਿੰਦਾ। ਲੇਕਿਨ ਖੁਦਾ ਆਇਆ ਕਿੱਦਾਂ? ਸਵਾਲ ਤਾਂ ਇਹ ਹੈ ਕਿ ਖੁਦਾ ਡਾਇਰੈਕਟ ਆ ਗਿਆ? ਨਹੀਂ, ਖੁਦਾ ਸਫਾਈ ਕਰਦਾ ਆ। ਜਦੋਂ ਕਿਸੇ ਦੇ ਇਨਫੈਕਸ਼ਨ ਹੁੰਦਾ, ਡਾਕਟਰ ਇੰਜੈਕਸ਼ਨ ਲਗਾਉਂਦੇ ਆ, ਉਹਦੀ ਸਫਾਈ ਕਰਦੇ ਆ, ਬੀਟਾਡੀਨ ਪਾਉਂਦੇ ਆ। ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਵੀ ਆਪਣਾ ਲਹੂ ਉਂਡੇਲਦਾ ਆ। ਉਹਨੇ ਆਪਣਾ ਵਚਨ ਭੇਜਿਆ ਲੋਕਾਂ ਨੂੰ ਬਚਾਉਣ ਦੇ ਲਈ, ਉਹਨੇ ਆਪਣਾ ਲਹੂ ਵਹਾਇਆ। ਤੇ ਜਿੰਨੇ ਲੋਕ ਉਹਦੇ ਸੱਚੇ ਵਚਨ ਤੇ ਵਿਸ਼ਵਾਸ ਕਰਨਗੇ, ਫਿਰ ਉਹਨਾਂ ਦੇ ਅੰਦਰ ਆਹ ਕੰਮ ਨਹੀਂ ਹੋਣਗੇ ਜਿਹੜੇ 3 ਅਧਿਆਇ 'ਚ ਲਿਖੇ ਆ। ਤੁਸੀਂ ਆਪਣੇ ਘਰਾਂ ਦੇ ਵਿੱਚ ਜਾ ਕੇ 3 ਅਧਿਆਇ ਜ਼ਰੂਰ ਪੜ੍ਹਿਓ ਵੀ ਇਹ ਕਿਹੜੇ ਲੋਕ ਆ, ਇਹਨਾਂ ਨੇ ਕਿਹੜੀ ਰੋਟੀ ਖਾਧੀ ਜਿਹੜੇ ਪਰਮੇਸ਼ਵਰ ਦੇ ਵਚਨ ਨੂੰ ਛੱਡ ਕੇ ਗਲਤ ਕੰਮਾਂ ਵਿੱਚ ਇਹ ਲੋਕ ਚਲੇ ਗਏ। ਨਮਕ ਹਰਾਮੀ ਕਰ ਰਹੇ ਆ, ਪਰਾਈ ਨਿੰਦਿਆ ਕਰ ਰਹੇ ਆ, ਕੁਫਰ ਬਕ ਰਹੇ ਆ। ਹੁਣ ਇੱਕ ਇਹੋ ਜਿਹੇ ਵੀ ਲੋਕ ਆ ਜਿਹੜੇ ਆਪਣੇ ਮੂੰਹ ਦੇ ਵਿੱਚੋਂ ਹਮੇਸ਼ਾ ਖੁਦਾ ਦੀ ਮਹਿਮਾ ਕਰਦੇ। ਉਹ ਨਾ ਕਿਸੇ ਦੀ ਚੁਗਲੀ ਕਰਦੇ, ਨਾ ਕਿਸੇ ਦੇ ਪ੍ਰਤੀ ਈਰਖਾ ਰੱਖਦੇ ਆ।
ਕਦੇ ਵੀ ਇਹੋ ਜਿਹੇ ਜਿਹੜੇ ਖੁਦਾ ਦੇ ਲੋਕ ਹੁੰਦੇ ਆ ਹਮੇਸ਼ਾ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਦੇ ਆ। ਲੇਕਿਨ ਇਹ ਕਿਹੜੇ ਲੋਕ ਆ ਜਿਨ੍ਹਾਂ ਨੇ ਖਾਣਾ ਗਲਤ ਖਾ ਲਿਆ? ਤੁਹਾਨੂੰ ਪਤਾ ਦੋ ਤਰ੍ਹਾਂ ਦੀ ਰੋਟੀ ਆ। ਇੱਕ ਰੋਟੀ ਪ੍ਰਭੂ ਯੀਸ਼ੂ ਮਸੀਹ ਦੇ ਕੋਲ ਆ, ਉਹ ਕਹਿੰਦਾ ਜੀਵਨ ਦੀ ਰੋਟੀ ਮੈਂ ਆ, ਜੀਵਨ ਦਾ ਜਲ ਮੇਰੇ ਕੋਲ ਆ। ਇੱਕ ਜਲ ਸੰਸਾਰ ਦਾ ਜਲ ਆ। ਹੁਣ ਤੁਸੀਂ ਕਿਹੜੇ ਜਲ 'ਚ ਡੁਬਕੀ ਲਗਾਉਣਾ ਚਾਹੁੰਦੇ ਹੋ, ਕਿ ਸੰਸਾਰ ਦੇ ਜਲ ਦੇ ਵਿੱਚ, ਜਾਂ ਫਿਰ ਜੋ ਪ੍ਰਭੂ ਯੀਸ਼ੂ ਮਸੀਹ ਇੱਕ ਜਲ ਆ ਜਿਹੜਾ ਕਹਿੰਦਾ ਜਿਹੜਾ ਮੈਨੂੰ ਪੀਵੇਗਾ ਕਦੇ ਵੀ ਤਿਹਾਇਆ ਨਹੀਂ ਰਹੇਗਾ, ਜਿਹੜਾ ਮੈਨੂੰ ਖਾਵੇਗਾ ਕਦੇ ਭੁੱਖਾ ਨਹੀਂ ਰਹੇਗਾ। ਹੁਣ ਸਵਾਲ ਇਸ ਗੱਲ ਦਾ, ਤੁਸੀਂ ਕਿਹਦੇ ਵਿੱਚੋਂ ਖਾਣਾ ਚਾਹੁੰਦੇ ਹੋ, ਜੀਵਨ ਦੇ ਵਿਰਖ ਵਿੱਚੋਂ ਜਾਂ ਫਿਰ ਭਲੇ ਬੁਰੇ ਦੇ ਵਿਰਖ ਵਿੱਚੋਂ? ਆਓ ਅਸੀਂ ਕੱਢਾਂਗੇ ਹੁਣ ਉਤਪਤ 2 ਦੀ 8 ਕੱਢਾਂਗੇ। ਉਤਪਤ 2 ਦੀ 8। ਤਾਂ ਯਹੋਵਾ ਪਰਮੇਸ਼ਵਰ ਨੇ ਇੱਕ ਬਾਗ ਅਦਨ ਵਿੱਚ ਪੂਰਬ ਵੱਲ ਲਾਇਆ ਅਤੇ ਉੱਥੇ ਉਸਨੇ ਉਸ ਆਦਮੀ ਨੂੰ ਜਿਸ ਨੂੰ ਉਸਨੇ ਰਚਿਆ ਸੀ ਰੱਖਿਆ। ਅਤੇ ਯਹੋਵਾ ਪਰਮੇਸ਼ਵਰ ਨੇ ਜ਼ਮੀਨ ਤੋਂ ਹਰ ਵਿਰਸ਼ ਤੋਂ ਜਿਹੜਾ ਵੇਖਣ ਵਿੱਚ ਸੁੰਦਰ ਸੀ ਅਤੇ ਖਾਣ ਵਿੱਚ ਚੰਗਾ ਸੀ, ਬਾਗ ਦੇ ਵਿਚਕਾਰ ਜੀਵਨ ਦਾ ਭਲੇ ਬੁਰੇ ਦੀ ਪਛਾਣ ਦਾ ਵਿਰਕਸ਼ ਵੀ ਉਗਾਇਆ। ਉਹ ਕਹਿੰਦਾ ਜੀਵਨ ਦਾ ਵਿਰਕਸ਼ ਵੀ ਲਾਇਆ ਤੇ ਭਲੇ ਬੁਰੇ ਦੀ ਸਿਆਣ ਦਾ ਵਿਰਕਸ਼ ਵੀ ਉਗਾਇਆ। ਅਤੇ ਇੱਕ ਦਰਿਆ ਉਸ ਬਾਗ ਨੂੰ ਸਿੰਜਣ ਲਈ ਅਦਨ ਤੋਂ ਨਿਕਲਿਆ ਅਤੇ ਉੱਥੋਂ ਵੰਡਿਆ ਗਿਆ ਅਤੇ 4 ਹਿੱਸੇ ਹੋ ਗਿਆ। ਹੁਣ ਬਾਈਬਲ ਬਿਆਨ ਕਰਦੀ ਆ ਵੀ ਪ੍ਰਭੂ ਯੀਸ਼ੂ ਮਸੀਹ ਨੇ, ਖੁਦਾਵੰਦ ਨੇ ਜਿਸਨੇ ਇਸ ਧਰਤੀ ਆਕਾਸ਼ ਨੂੰ ਬਣਾਇਆ, ਉਹਨੇ ਅਦਨ ਦੇ ਬਾਗ ਦੇ ਵਿੱਚ 2 ਵਿਰਕਸ਼ ਲਗਾਏ ਸੀਗੇ। ਇੱਕ ਜੀਵਨ ਦਾ ਵਿਰਕਸ਼ ਸੀਗਾ ਜੋ ਪ੍ਰਭੂ ਯੀਸ਼ੂ ਮਸੀਹ ਸੀਗਾ, ਤੇ ਇੱਕ ਗਿਆਨ ਦਾ ਵਿਰਕਸ਼ ਸੀਗਾ। ਗਿਆਨ ਦਾ ਵਿਰਕਸ਼ ਕੌਣ ਸੀ? ਸ਼ੈਤਾਨ, ਲੂਸੀਫਰ। ਹੁਣ ਇਹਨੇ 2 ਵਿਰਕਸ਼ ਸਥਾਨ ਦੇ ਵਿੱਚ ਲਗਾਏ ਸੀਗੇ। ਬਾਈਬਲ ਇਸ ਚੀਜ਼ ਨੂੰ ਬਿਆਨ ਕਰਦੀ ਆ। ਫਿਰ ਯਹੋਵਾ ਪਰਮੇਸ਼ਵਰ ਨੇ ਆਖਿਆ ਭਈ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ, ਸੋ ਉਸਨੇ ਉਸਦੇ ਲਈ ਇੱਕ ਸਹਾਇਕ ਵੀ ਬਣਾਈ, ਇੱਕ ਉਹਨੇ ਔਰਤ ਵੀ ਬਣਾਈ। ਤੇ ਫਿਰ ਕੀ ਕੀਤਾ? ਉਹਨਾਂ ਨੂੰ ਕਿਹਾ, ਦੋਨਾਂ ਨੂੰ ਕਿਹਾ, ਕਿਉਂਕਿ ਦੋਨੋਂ ਕੌਣ ਸੀ? ਆਦਮ ਸੀਗੇ। ਦੋਨਾਂ ਦਾ ਨਾਮ ਆਦਮ ਸੀ। ਪ੍ਰਭੂ ਯੀਸ਼ੂ ਮਸੀਹ ਕਹਿੰਦਾ ਤੁਸੀਂ ਦੋਨਾਂ ਨੇ ਬਾਗ ਦੇ ਵਿੱਚ ਰਹਿਣਾ ਆ। ਹਰ ਇੱਕ ਵਿਰਕਸ਼ ਦੇ ਫਲ ਤੋਂ ਤੁਸੀਂ ਖਾ ਸਕਦੇ ਹੋ, ਲੇਕਿਨ ਭਲੇ ਬੁਰੇ ਦੇ ਵਿਰਕਸ਼ ਤੋਂ ਤੁਸੀਂ ਨਹੀਂ ਖਾਣਾ। ਹੁਣ ਨਬੀ ਨੇ ਕਿਹਾ, ਭਾਈ ਬ੍ਰੈਨਮ ਨੇ ਕਿਹਾ, ਆਦਮ ਤੇ ਹਵਾ ਨੂੰ ਪ੍ਰਭੂ ਨੇ ਆਪਣੀ ਮਰਜ਼ੀ ਤੇ ਛੱਡਿਆ ਸੀਗਾ, ਆਪਣੀ ਮਰਜ਼ੀ ਤੇ ਛੱਡਿਆ ਸੀ। ਉਹ ਕਹਿੰਦਾ ਇੱਕ ਜੀਵਨ ਦਾ ਵਿਰਕਸ਼ ਆ, ਇੱਕ ਭਲੇ ਬੁਰੇ ਦਾ ਵਿਰਕਸ਼ ਆ, ਉਹਨੂੰ ਆਪਣੀ ਮਰਜ਼ੀ ਤੇ ਛੱਡ ਦਿੱਤਾ ਗਿਆ। ਹੁਣ ਕੀ ਹੋਇਆ? ਜਿਹੜਾ ਸੱਪ ਜਦੋਂ ਹਵਾ ਦੇ ਕੋਲ ਆਇਆ ਤੇ ਹਵਾ ਨੂੰ ਆ ਕੇ ਉਹਨੇ ਭਰਮਾਇਆ, ਕਹਿੰਦਾ ਪਰਮੇਸ਼ਵਰ ਜਾਣਦਾ ਆ ਜਿਸ ਦਿਨ ਤੁਸੀਂ ਉਸ ਫਲ ਤੋਂ ਖਾਓਗੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ। ਹੁਣ ਆ ਕੇ ਸ਼ੈਤਾਨ ਵੀ ਕੀ ਕਰ ਰਿਹਾ? ਵਚਨ ਬੋਲ ਰਿਹਾ ਹੈ। ਹੁਣ ਸਵਾਲ ਇਸ ਗੱਲ ਦਾ ਸੀਗਾ ਵੀ ਕੀ ਉਹਨਾਂ ਨੂੰ ਫਲ ਖਾਣਾ ਚਾਹੀਦਾ ਸੀ ਜਾਂ ਨਹੀਂ ਖਾਣਾ ਚਾਹੀਦਾ ਸੀ? ਲੇਕਿਨ ਉਹਨਾਂ ਨੇ ਗਲਤੀ ਕੀਤੀ, ਉਸ ਫਲ ਤੋਂ ਖਾਧਾ। ਅੱਜ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਲੋਕ ਭਰਮਾਏ ਜਾ ਰਹੇ ਆ। ਉਹ ਕਹਿੰਦੇ ਸੰਸਾਰ ਦੇ ਵਿੱਚ ਰਹਿਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਤੁਹਾਨੂੰ ਪਤਾ ਜਿਹੜਾ ਭਲੇ ਬੁਰੇ ਦੇ ਵਿਰਕਸ਼ ਤੋਂ ਖਾਣਾ ਕੀ ਆ? ਸੰਸਾਰ ਦੇ ਨਾਲ ਜੀਣਾ। ਭਲੇ ਬੁਰੇ ਦੇ ਵਿਰਕਸ਼ ਤੋਂ ਖਾਣਾ, ਤੁਹਾਨੂੰ ਪਤਾ ਜਿਹੜਾ ਮਨੁੱਖ ਜੀਵਨ ਦੇ ਵਿਰਕਸ਼ ਤੋਂ ਖਾਂਦਾ ਉਹ ਕਦੇ ਸੰਸਾਰ ਦੇ ਨਾਲ ਮਿੱਤਰਚਾਰਾ ਨਹੀਂ ਕਰਦਾ, ਕਿਉਂਕਿ ਬਾਈਬਲ ਸਾਫ਼ ਬਿਆਨ ਕਰਦੀ ਆ ਸੰਸਾਰ ਦਾ ਮਿੱਤਰਚਾਰਾ ਪਰਮੇਸ਼ਵਰ ਦੇ ਨਾਲ ਵੈਰ ਆ। ਇਹ ਵਚਨ ਕਿਉਂ ਲਿਖਿਆ ਗਿਆ? ਇਸ ਵਚਨ ਦਾ ਬਾਈਬਲ ਦੇ ਵਿੱਚ ਹੋਣਾ ਇੱਕ ਰਿਲੇਸ਼ਨ ਆ, ਇੱਕ ਪ੍ਰਕਾਸ਼ ਆ, ਵੀ ਜਿਹੜਾ ਆਤਮਿਕ ਮਨੁੱਖ ਆ ਉਹ ਸੰਸਾਰ ਦੇ ਨਾਲ ਸਹਿਮਤੀ ਨਹੀਂ ਕਰ ਸਕਦਾ। ਜੇ ਤੁਸੀਂ ਸੰਸਾਰ ਨਾਲ ਸਹਿਮਤੀ ਕਰਦੇ ਹੋ ਤੇ ਫਿਰ ਤੁਸੀਂ ਭਲੇ ਬੁਰੇ ਦੇ ਵਿਰਕਸ਼ ਤੋਂ ਖਾ ਰਹੇ ਹੋ, ਜੀਵਨ ਦੇ ਵਿਰਕਸ਼ ਤੋਂ ਨਹੀਂ ਖਾ ਰਹੇ। ਲੇਕਿਨ ਜਿਹੜੇ ਮਨੁੱਖ ਜੀਵਨ ਦੇ ਵਿਰਕਸ਼ ਤੋਂ ਖਾਂਦੇ ਹੋ ਸੰਸਾਰ ਤੋਂ ਅੱਡ ਹੁੰਦੇ ਆ। ਉਹਨਾਂ ਦੇ ਕੱਪੜੇ ਪਾਣੇ, ਉਹਨਾਂ ਦਾ ਰਹਿਣ ਸਹਿਣ, ਉਹਨਾਂ ਦੀ ਦੋਸਤੀਆਂ, ਹਰ ਇੱਕ ਚੀਜ਼ ਦੇ ਵਿੱਚ ਫਰਕ ਹੋਊਗਾ। ਹੁਣ ਇੱਥੇ ਕੀ ਹੁੰਦਾ? ਆਦਮ ਤੇ ਹਵਾ ਨੇ ਜਦੋਂ ਉਸ ਵਿਰਕਸ਼ ਤੋਂ ਖਾਧਾ ਜਿਹੜਾ ਭਲੇ ਬੁਰੇ ਦਾ ਵਿਰਕਸ਼ ਸੀ, ਕੀ ਹੋਇਆ? ਮੌਤ ਵਿੱਚ ਚਲੇ ਗਏ। ਅੱਜ ਤੁਹਾਨੂੰ ਪਤਾ ਹੈ ਜੀਵਨ ਦੀ ਰੋਟੀ ਕੌਣ ਆ? ਯੀਸ਼ੂ ਮਸੀਹ। ਤੇ ਅੱਜ ਜਿਹੜਾ ਮਨੁੱਖ ਜੀਵਨ ਦੀ ਰੋਟੀ ਖਾ ਰਿਹਾ ਉਹ ਮੌਤ 'ਚ ਨਹੀਂ ਜਾਂਦਾ। ਉਹ ਕਹਿੰਦਾ ਤੁਸੀਂ ਸਰੀਰ 'ਚ ਮਰ ਸਕਦੇ ਲੇਕਿਨ ਆਤਮਾ 'ਚ ਕਦੇ ਨਹੀਂ ਮਰੋਗੇ। ਇਹ ਸਰੀਰ ਨੂੰ ਫਿਰ ਮੈਂ ਇੱਕ ਦਿਨ ਖੜਾ ਕਰ ਦੂੰਗਾ। ਲੇਕਿਨ ਅੱਜ ਲੋਕਾਂ ਨੂੰ ਰੋਟੀ ਦਾ ਹੀ ਨਹੀਂ ਪਤਾ। ਮੈਂ ਸਰੀਰਕ ਰੋਟੀ ਦੀ ਗੱਲ ਨਹੀਂ ਕਰ ਰਿਹਾ, ਮੈਂ ਇੱਕ ਐਗਜ਼ਾਮਪਲ ਦਿੱਤਾ ਸੀ ਵੀ ਜੇ ਤੁਸੀਂ ਕੋਈ ਮਾੜਾ ਖਾਣਾ ਖਾਂਦੇ ਹੋ ਤੁਹਾਡੇ ਸਰੀਰ ਨੂੰ ਨੁਕਸਾਨ ਹੁੰਦਾ। ਇਸੇ ਤਰ੍ਹਾਂ ਜੇ ਤੁਸੀਂ ਇੱਕ ਆਤਮਾ ਨੂੰ ਵਧੀਆ ਭੋਜਨ ਨਹੀਂ ਦਵੋਗੇ ਆਪਣੇ ਨੂੰ, ਤੁਸੀਂ ਤਾਂ ਵੀ ਬਿਮਾਰ ਹੋ ਜਾਓਗੇ, ਤੁਹਾਡੇ ਅੰਦਰ ਇਨਫੈਕਸ਼ਨ ਹੋ ਜਾਊਗਾ। ਲੇਕਿਨ ਇਨਫੈਕਸ਼ਨ ਨੂੰ ਕੌਣ ਦੂਰ ਕਰ ਸਕਦਾ? ਇਸ ਇਨਫੈਕਸ਼ਨ ਨੂੰ ਸਿਰਫ ਤੇ ਸਿਰਫ ਪ੍ਰਭੂ ਯੀਸ਼ੂ ਮਸੀਹ ਦਾ ਵਚਨ ਦੂਰ ਕਰ ਸਕਦਾ। ਤੇ ਇਸ ਸੱਚੇ ਵਚਨ ਨੂੰ ਲੈਣਾ ਵੀ ਜ਼ਰੂਰੀ ਹੈ। ਹੁਣ ਤੁਸੀਂ ਕਿਹੜਾ ਵਚਨ ਲੈ ਰਹੇ ਹੋ? ਤੁਸੀਂ ਸੱਚਾ ਵਚਨ ਲੈਣਾ ਜਿਹੜਾ ਪ੍ਰਭੂ ਯੀਸ਼ੂ ਮਸੀਹ ਦੇ ਮੂੰਹ ਵਿੱਚੋਂ ਨਿਕਲਿਆ ਹੈ।
लेकिन शैतान की कीता, शैतान ने भी तो वचन ही बोलिया, लेकिन शैतान ने की कीता, वचन दे विच मिलावट करके उन्होंने पेश किया। वो कहता परमेश्वर जानता आ जिस दिन तुसी इस वृक्ष तो खाओगे तुहाडी अखां खुल जाणगियां। ऑफर रखिया। हुण की अज मसीह लोकां दे अगे शैतान ऑफर नहीं रखदा? देख जे तू संदेश च जीवन कटेगी तो तेन तो बाबा बन जाऊगी, तू तेरा जीवन सिंपल साधारण हो जाऊगा कि संसार च तू जीना नहीं है, कि तू वधिया नहीं दिखना चाहती या तू वधिया नहीं दिखना चाहता, कि तेरा नाम दुनिया में नहीं होना चाहिए। अज शैतान की कर रहा? लोगों को भरमा रहा। इस तरह उन्हें हवा को भरमाया सी भी तू तेरी अखां खुल जाएगी, परमेश्वर जानदा तू ज्ञानवान ते बुद्धिमान हो जाएगी। इस तरह अज भी शैतान लोगों को भरमा रहा। हुण दो तरह के खाने आ, एक खाना परमेश्वर वालों ते एक शैतान वालों। हुण चोण किने करनी आ? ये चोण भी अज प्रभु ने लोगों ते छड्डती है, क्योंकि नबी ने कहा जे उस समय आदम ते हवा नूं फ्री किया गया सीगा भी अपनी मर्जी के अनुसार चोण कर सकन, ते अज दे मनुखां दे लई भी उन्हें फ्री किया लोगों नूं भी तुसी तंग रास्ता चुनना है या फिर खुला राह चुनना। ये लोगों के हथ दे विच आ भी तुसी किद्दां दा जीवन बतीत करना चाहते। परमेश्वर ने तो तुहानूं राह दिखाता भी ये रास्ता जीवन वाल ते ये रास्ता मौत वाल जांदा। हुण चलना तो तुसी आ। परमेश्वर सिर्फ रास्ता दिखाता, चलना तुहानूं आप पवेगा, क्योंकि प्यासा जिहड़ा मनुख हुंदा उहनूं खूह दे कोल जाना पैंदा, कदे खूह प्यासे दे कोल नहीं आंदा। जे प्रभु यीशु मसीह ने अपनी जान दित्ती आ ते उन्हें हिदायतां भी दित्तियां है। उन्हें कहा तुसी जीवन च किद्दां प्रवेश कर सकदे हो। उन्हें कहा मेरे वचन के अनुसार तुहाडा जीवन होवे। जो वचन के अनुसार किसी मनुख का जीवन हुंदा ते की हुंदा, उस समय परमेश्वर उहदे विचों अपने आप का प्रगटावा करके अपने आप नूं क्रियाशील करदा। जो एक मनुख क्रियाशील हुंदा आ ते लोग उहदी क्रियाशीलता नूं देखदे आ। किद्दां देखदे? जो उहदा जीवन बदल जाता है। इस तरह इस आदम ते हवा ने जो की किया, अण आग्याकारी की ते एक ही मौत दे विच चले गए। लेकिन भाई ब्रैनम ने क्या आया, अज दी लाड़ी अज दी दुल्हन मौत दे विच नहीं जाएगी। वो हवा भरमाई गई सी, लेकिन अज दी दुल्हन भरमाई नहीं जाएगी, क्योंकि साडे कोल की है सुरमा आ। ते ये सुरमा कौन लैके आया? सतवां दूत, जिहदा नाम भाई विलियम मैरी ब्रैनम सीगा, जिन्हें उत्पत्ति तो लैके प्रकाश की भेती के सारे गुप्त भेद खोल दिते, एक भी भेद बाकी नहीं रह गया। इस करके हमेशा की करना, जीवन की रोटी खानी आ ते प्रभु यीशु मसीह के वचन ते चलना जरूरी है। असीं भाई असीं नबी के संदेश चो क्लीयर करते एक चीज़ नूं। अजिहा इसलिए होया सी कि परमेश्वर ये दिखा सके कि ना बल नाल अते ना शक्ति नाल, ना मिस्र दे ज्ञान नाल, ना साडे स्कूली ज्ञान नाल, ना साडियां सेमरियां दी शक्ति नाल, ना साडी विद्वानी दी सिक्ख्या दे नाल, परंतु मेरे आत्मा नाल। परमेश्वर आखदा है उसकी बुद्धि जांदी रही सी। हुण मूसा की गल हो रही है। तुहानूं पता मैं तुहानूं दस्सिया भी जो खुदा किस नूं इस्तेमाल करदा उहदी रगड़ाई करदा है। हुण रगड़ाई करदा, जे उन्हें अपनी रोटी किस नूं खवाणी, अपना वचन किसी मनुख दे अंदर भरना, ते अपना वचन इस तरह नहीं भरदा। तुसी देखो कि तुसी तुहाडे कोल कोई भांडा आ, कोई बर्तन हुंदा आ, या तुहाडे कोल दुध वाला डोलू हुंदा, ते तुसी की गंदे डोलू विच दुध पाने दोबारा? तुसी की करदे सो डोलू नूं धोने हो, साबण लगाने हो, ਉਹਦੇ ਵਿੱਚ ਤੁਸੀਂ जो भी अपना ਤੁਸੀਂ घर ਦੇ ਵਿੱਚ ਰੱਖਿਆ ਹੁੰਦਾ, ਬੁਰਸ਼ ਰੱਖਿਆ ਹੁੰਦਾ, ਕੁਝ ਵੀ ਚੀਜ਼ ਤੁਸੀਂ ਤੇ ਮਾਰ ਕੇ ਉਹਦੀ ਰਗੜਾਈ ਕਰਦੇ ਹੋ ਤਾਂ ਕਿ ਇੱਕ ਵੀ ਗੰਦਗੀ ਇਹਦੇ ਵਿੱਚ ਨਾ ਰਹਿ ਸਕੇ। ਤੁਹਾਨੂੰ ਪਤਾ ਜੇ ਦੁੱਧ ਤੁਸੀਂ ਰੱਖਣਾ ਆ ਸਾਫ਼ ਬਰਤਨ 'ਚ, ਜੇ ਮਾੜਾ ਜਿਹਾ ਵੀ ਵਿੱਚ ਕੁਝ ਰਹਿ ਗਿਆ ਤੇ ਦੁੱਧ ਫਟ ਜਾਂਦਾ ਆ, सारा दुध खराब। इस तरह एक मनुख का जीवन हुंदा, जो प्रभु ने उसको इस्तेमाल करना हुंदा ते प्रभु की करदा, उसकी पूरी रगड़ाई करदा कि पिछला ज्ञान यदि अपनी समझ संसारिक बोध दे अंदर ना रहे। प्रभु फेल कर दिंदा। उन्हें जिन्ने वड्डे 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 सेवकां नूं इस्तेमाल किया, सब तो पहला उन्होंने फेल किया उन्होंने बुद्धियां दे विचों भी इन्हां दे विच कोई घमंड ना रहे भी मैं किते बहुत पढ़िया लिखिया है, मैनूं बड़ी समझ आ, मैं बड़ा ज्ञान आ, मेरी कद काठी बड़ी उच्ची, इस करके मैं खुदा का प्रचार कर रहा। इस करके लोग परमेश्वर की करता लोगों नूं उन्हां दे सिस्टमां चों फेल कर दिंदा। इस तरह उन्हें जो मूसा नूं चुनिया, जो उन्हें मूसा नूं अपनी रोटी खवानी सी, उस रोटी खवाण तो पहलों उन्हें मूसा दे नाल की कीता? नबी कहंदा जद परमेश्वर ने छुटकारा करना सी, जब परमेश्वर ने छुटकारा करना सीगा ते उसने अजिहा करन विच परमेश्वर का उद्देश सी वो अपने आप नूं सधारणता विच प्रगट कर सके। अते परमेश्वर ने मूसा नूं इन्ना महान बन दिता कि फिरौन तो अगला दर्जा उसदा सी। पहला तो परमेश्वर ने उन्होंने ज्ञान च वधण दिता।
ਜਿਹੜਾ ਮੂਸਾ ਸੀਗਾ ਪਹਿਲਾਂ ਉਹ ਗਿਆਨ ਦੇ ਵਿੱਚ ਵਧਿਆ, ਬੜਾ ਗਿਆਨੀ ਵਧਿਆ, ਸਭ ਕੁਝ ਸੀਗਾ ਉਹਦੇ ਕੋਲ, ਲੇਕਿਨ ਜਦੋਂ ਖੁਦਾ ਨੇ ਉਹਨੂੰ ਇਸਤੇਮਾਲ ਕਰਨਾ ਸੀ ਤੇ ਕੀ ਕੀਤਾ ਤੁਹਾਨੂੰ ਪਤਾ? ਜਦੋਂ ਮੂਸਾ ਨੂੰ ਇਸਤੇਮਾਲ ਕਰਨਾ ਸੀ, ਨਬੀ ਕਹਿੰਦਾ ਸਭ ਤੋਂ ਪਹਿਲਾਂ ਉਹਦਾ ਪੁਰਾਣਾ ਗਿਆਨ ਉਹਦੇ ਅੰਦਰੋਂ ਕੱਢਿਆ, ਕਿਉਂਕਿ ਮੂਸਾ ਕੋਲ ਜਿਹੜੀ ਸਿੱਖਿਆ ਸੀ ਬੜੀ ਉੱਚ ਕੁਆਲਿਟੀ ਦੀ ਸਿੱਖਿਆ ਸੀਗੀ ਮੂਸਾ ਦੇ ਕੋਲ, ਲੇਕਿਨ ਪਰਮੇਸ਼ਵਰ ਉਹਨੂੰ ਇਸਤੇਮਾਲ ਕਰਨਾ ਚਾਹੁੰਦਾ ਸੀ, ਉਹਨੂੰ ਆਪਣੀ ਰੋਟੀ ਖਵਾਉਣਾ ਚਾਹੁੰਦਾ ਸੀ। ਉਹਦੇ ਗਿਆਨ ਦੇ ਨਾਲ ਰੋਟੀ ਨਹੀਂ ਸੀ ਖਵਾ ਸਕਦਾ, ਉਸ ਭਾਂਡੇ ਨੂੰ ਉਹਨੇ ਖਾਲੀ ਕੀਤਾ ਪਹਿਲਾਂ, ਅਤੇ ਇਸ ਤੋਂ ਬਾਅਦ ਪਰਮੇਸ਼ਵਰ ਉਸਦੇ ਅੱਗੇ ਸਧਾਰਨਤਾ ਵਿੱਚ ਪ੍ਰਗਟ ਹੁੰਦਾ ਹੋਇਆ ਕਹਿੰਦਾ ਉਸਦੇ ਹੱਥ ਵਿੱਚ ਟਾਂਗਾ ਫੜਾ ਦਿੱਤਾ। ਪਰਮੇਸ਼ਵਰ ਨੇ ਬੜੇ ਸਧਾਰਨਤਾਈ ਦੇ ਨਾਲ ਉਹਦੇ ਅੱਗੇ ਪ੍ਰਗਟ ਹੋਇਆ, ਫਿਰ ਉਹਨੂੰ ਕੀ ਕੀਤਾ? ਹੱਥ 'ਚ ਟਾਂਗਾ ਫੜਾਇਆ। ਹੁਣ ਮੂਸਾ ਕਹਿ ਸਕਦਾ ਸੀ ਵੀ ਪ੍ਰਭੂ ਮੈਂ ਤਾਂ ਇਸ ਦੇਸ਼ ਵਿੱਚ ਉੱਚਾ ਦਰਜਾ ਰੱਖਿਆ, ਮੈਂ ਸਾਰੀ ਸਿੱਖਿਆ ਲਈ ਆ, ਸਾਰੀ ਉਹਦੇ ਕੋਲ ਵਿਦਿਆ ਸੀਗੀ, ਉਹਦੇ ਕੋਲ ਲੜਾਈ ਕਰਨ ਦੀ ਸਾਰੀ ਵਿਦਿਆ, ਸਭ ਕੁਝ ਟੈਕਨੋਲੋਜੀ ਉਹਦੇ ਕੋਲ ਸੀ, ਉਹਨੇ ਪੂਰਾ ਕੁਝ ਸਿੱਖਿਆ ਹੋਇਆ ਸੀਗਾ, ਕਿਉਂਕਿ ਰਾਜੇ ਤੋਂ ਦੂਜਾ ਦਰਜਾ ਮੂਸਾ ਦਾ ਸੀਗਾ ਉਸ ਸਮੇਂ ਮਿਸਰ ਦੇਸ਼ ਵਿੱਚ। ਲੇਕਿਨ ਪ੍ਰਭੂ ਨੇ ਉਹਦੇ ਅੰਦਰ ਜੋ ਕੁਝ ਸੀ ਉਹਨੂੰ ਕੱਢਤਾ। ਜਦੋਂ ਮੂਸਾ ਨੂੰ ਦਰਸ਼ਨ ਦਿੱਤਾ, ਉਹਨੇ ਕੀ ਕਿਹਾ? ਕਹਿੰਦਾ ਮੂਸਾ ਆਪਣੀ ਜੁੱਤੀ ਲਾ ਦੇ। ਜੁੱਤੀ ਲਾਉਣ ਦਾ ਮਤਲਬ ਇਹ ਨਹੀਂ ਵੀ ਤੁਸੀਂ ਆਹ ਪੈਰਾਂ ਜੁੱਤੀ, ਉਹਨੇ ਕਿਹਾ ਸੀ ਤੇਰਾ ਪੁਰਾਣਾ ਜੀਵਨ ਖਤਮ ਹੋਇਆ, ਅੱਜ ਤੋਂ ਬਾਅਦ ਨਵੀਂ ਜੁੱਤੀ ਪਾਣੀ ਹੈ। ਤੇ ਕੀ ਹੋਇਆ ਫਿਰ? ਉਹਦੇ ਮੂਸਾ ਨੂੰ ਇਸਤੇਮਾਲ ਕੀਤਾ। ਜਦ ਉਹ ਇਸ ਕੰਮ ਨੂੰ ਫੌਜੀ ਸਿੱਖਿਆ ਨਾਲ ਨਾ ਕਰ ਸਕਿਆ, ਨਾ ਪੜ੍ਹਾਈ ਦੇ ਜ਼ੋਰ ਨਾਲ, ਨਾ ਹੀ ਵਿਗਿਆਨ ਦੀ ਸਿੱਖਿਆ ਦੇ ਰਾਹੀਂ ਕਰ ਸਕਿਆ, ਅਤੇ ਉਹ ਸੈਨਿਕ ਸ਼ਕਤੀ ਦੇ ਦੁਆਰਾ ਇਸ ਕੰਮ ਨੂੰ ਨਹੀਂ ਕਰ ਸਕਦਾ ਸੀ। ਨਬੀ ਕਹਿੰਦਾ ਸੈਨਿਕ ਸ਼ਕਤੀ ਦੇ ਦੁਆਰਾ ਵੀ ਉਹ ਮਿਸਰ ਦੇਸ਼ ਨੂੰ ਨਹੀਂ ਜਿੱਤ ਸਕਦਾ ਸੀਗਾ, ਵੀ ਉਹ ਕਵੇ ਜੀ ਮੈਂ ਬੜੀ ਟ੍ਰੇਨਿੰਗ ਲਈ ਸੀਗੀ, ਮੈਂ ਤਾਂ ਉਸ ਦੇਸ਼ 'ਚ ਰਿਹਾ ਆ। ਕਹਿੰਦਾ ਨਹੀਂ, ਪ੍ਰਭੂ ਨੇ ਉਹਨੂੰ ਪੂਰੀ ਤਰ੍ਹਾਂ ਖਾਲੀ ਕਰ ਦਿੱਤਾ, ਉਹਨੂੰ ਉਸ ਦੇਸ਼ 'ਚੋਂ ਭੱਜਣਾ ਪਿਆ। ਤੇ ਜਦੋਂ ਉਹ ਦੁਬਾਰਾ ਉਸ ਦੇਸ਼ ਵਿੱਚ ਆਇਆ, ਇੱਕ ਢਾਂਗਾ ਉਹਦੇ ਹੱਥ ਦੇ ਵਿੱਚ ਸੀਗਾ। ਜਦੋਂ ਉਹ ਢਾਂਗਾ ਉਹਦੇ ਹੱਥ 'ਚ ਸੀ ਤੇ ਉਹਨੇ ਵੱਡੇ ਵੱਡੇ ਚਮਤਕਾਰ ਕੀਤੇ, ਲੇਕਿਨ ਜਦੋਂ ਤੱਕ ਉਹਦੇ ਅੰਦਰ ਗਿਆਨ ਸੀਗਾ, ਉਹ ਸਿੱਖਿਆ ਸੀਗੀ, ਉਹ ਚਮਤਕਾਰ ਤੇ ਸਭ ਕੁਝ ਨਹੀਂ ਕਰ ਪਾਇਆ। ਲੇਕਿਨ ਜਦੋਂ ਖੁਦਾ ਨੇ ਉਸ ਮੂਸਾ ਭਾਂਡੇ ਨੂੰ ਧੋਤਾ ਤੇ ਕੀ ਹੋਇਆ? ਮੂਸਾ ਦੇ ਅੰਦਰ ਜਦੋਂ ਖੁਦਾ ਦਾ ਅਭਿਸ਼ੇਕ ਉਤਰਿਆ ਤੇ ਉਹਨੇ ਵੱਡੇ ਵੱਡੇ ਕੰਮ ਕੀਤੇ। ਹੁਣ ਅਸੀਂ ਦੇਖਦੇ ਹਾਂ, ਅਸੀਂ ਬਾਈਬਲ 'ਚ ਦੇਖਦੇ ਹਾਂ, ਜਦੋਂ ਇਜ਼ਰਾਈਲੀ ਲੋਕ, ਅਸੀਂ ਕੱਢਾਂਗੇ ਕੂਸ਼ ਦੀ ਕਿਤਾਬ 11 ਅਧਿਆਏ, ਯਹੋਵਾ ਨੇ ਮੂਸਾ ਨੂੰ ਆਖਿਆ ਮੈਂ ਫਰੂਨ ਅਤੇ ਮਿਸਰੀਆਂ ਵਿੱਚ ਇੱਕ ਹੋਰ ਬਵਾ ਲਿਆਉਣ ਵਾਲਾ ਹਾਂ। ਹੁਣ ਤੁਹਾਨੂੰ ਪਤਾ, ਜਦੋਂ ਮੂਸਾ ਆਤਮਾ ਦੇ ਨਾਲ ਭਰਿਆ ਹੋਇਆ, ਸਾਮਰਥ ਦੇ ਨਾਲ ਭਰਿਆ ਹੋਇਆ, ਜਦੋਂ ਮੂਸਾ ਮਿਸਰ ਦੇ ਦੇਸ਼ ਵਿੱਚ ਗਿਆ ਤੇ ਕੀ ਹੋਇਆ? ਖੁਦਾ ਨੇ ਬਵਾ ਪਾਈਆਂ ਉਸ ਸਥਾਨ ਦੇ ਵਿੱਚ, ਵੱਡੀ ਵੱਡੀ ਬਵਾ ਪਾਈਆਂ। ਕਿਉਂ ਪਾਈਆਂ? ਕਿਉਂਕਿ ਮੂਸਾ ਨੇ ਕਿਹੜੀ ਰੋਟੀ ਖਾਧੀ ਸੀ? ਜੀਵਨ ਦੀ ਰੋਟੀ ਮੂਸਾ ਖਾ ਚੁੱਕਿਆ ਸੀਗਾ। ਤੇ ਜਿਹੜਾ ਮਨੁੱਖ ਜੀਵਨ ਦੀ ਰੋਟੀ ਖਾ ਲੈਂਦਾ, ਫਿਰ ਉਹਨੂੰ ਖੁਦਾ ਕਦੇ ਛੱਡਦਾ ਨਹੀਂ, ਕਿਉਂਕਿ ਜੀਵਨ ਦੀ ਰੋਟੀ ਕੋਈ ਖਾਣ ਵਾਲੀ ਵਸਤੂ ਨਹੀਂ ਹੈ। ਸਰੀਰਕ ਰੋਟੀ ਦੀ ਗੱਲ ਨਹੀਂ ਕਰ ਰਿਹਾ, ਜੀਵਨ ਦੀ ਰੋਟੀ ਯੀਸ਼ੂ ਮਸੀਹ ਆ। ਇਹ ਵਚਨ ਜੀਵਨ ਦੀ ਰੋਟੀ, ਜਦੋਂ ਤੁਸੀਂ ਜੀਵਨ ਦੀ ਰੋਟੀ ਖਾਂਦੇ ਹੋ ਤਾਂ ਤੁਹਾਡੇ ਜੀਵਨ 'ਚ ਖੁਦਾ ਨੇ ਕੰਮ ਕਰਨਾ ਹੀ ਕਰਨਾ ਹੈ। ਇਸ ਗੱਲ ਦੀ ਮੈਂ ਤੁਹਾਨੂੰ ਗਾਰੰਟੀ ਦਿੰਦਾ, ਉਹ ਤੁਹਾਨੂੰ ਖਾਲੀ ਨਹੀਂ ਛੱਡੂਗਾ ਕਦੇ ਵੀ, ਹਮੇਸ਼ਾ ਤੁਹਾਡੇ ਜੀਵਨ 'ਚ ਕੰਮ ਕਰੂਗਾ। ਤੁਸੀਂ ਜਿੱਥੇ ਮਰਜ਼ੀ ਜਾਓ। ਹੁਣ ਤੁਹਾਨੂੰ ਪਤਾ, ਮੂਸਾ ਨੂੰ ਜਦੋਂ ਇਜ਼ਰਾਈਲ ਦੇ ਵਿੱਚ ਉਹਨੇ ਭੇਜਿਆ ਸੀਗਾ ਤੇ ਪ੍ਰਭੂ ਨੇ ਬਵਾ ਪਾਈਆਂ ਉਸ ਸਥਾਨ ਦੇ ਵਿੱਚ, ਵੱਡੀ ਵੱਡੀ ਬਵਾ ਪਾਈਆਂ, ਤੇ ਉਹਨੇ ਉਸ ਸਮੇਂ ਵੀ ਬਵਾ ਪਾਈ ਉਸ ਦੇਸ਼ ਦੇ ਵਿੱਚ। ਹੁਣ ਬਾਈਬਲ ਬਿਆਨ ਕਰਦੀ ਆ 10 ਪਲੋਠਿਆਂ ਦੀ ਮੌਤ ਦੀ ਧਮਕੀ ਦਿੱਤੀ ਪਰਮੇਸ਼ਵਰ ਨੇ। ਕਿਹਦੇ ਲਈ? ਮੂਸਾ ਦੇ ਖਾਤਰ, ਉਸ ਇਜ਼ਰਾਈਲੀ ਕੌਮ ਦੇ ਖਾਤਰ। ਉਹਨੇ 10 ਬਵਾ ਪਾਈਆਂ ਉਸ ਸਥਾਨ ਦੇ ਵਿੱਚ, ਮੌਤ ਦੀ ਧਮਕੀ ਦਿੱਤੀ। 10ਵੀਂ ਬਵਾ ਕਿਹੜੀ ਪਈ ਸੀ? ਕਿਉਂਕਿ ਪ੍ਰਭੂ ਨੇ ਕਿਹਾ ਸੀ ਵੀ ਜਦੋਂ ਮੇਰਾ ਮੌਤ ਦਾ ਫਰਿਸ਼ਤਾ ਉਤਰੇਗਾ ਤੇ ਕਹਿੰਦਾ ਜਿੰਨੇ ਪਹਿਲੋਠੇ ਆ ਮਿਸਰ ਦੇਸ਼ ਵਿੱਚ ਸਾਰੇ ਦੇ ਸਾਰੇ ਮਰ ਜਾਣਗੇ। ਕਹਿੰਦਾ ਲੇਕਿਨ ਤੁਸੀਂ ਆਪਣੇ ਤੰਬੂਆਂ ਤੋਂ ਬਾਹਰ ਨਹੀਂ ਨਿਕਲਣਾ। ਉਹਨਾਂ ਨੇ ਲਹੂ ਲਗਾਇਆ ਸੀ ਆਪਣੇ ਤੰਬੂਆਂ ਦੇ ਬਾਹਰ। ਹੁਣ ਪ੍ਰਭੂ ਕਿਉਂ ਕੰਮ ਕਰ ਰਿਹਾ ਸੀਗਾ ਇਹਨਾਂ ਜੀਵਨ 'ਚ? ਕਿਉਂਕਿ ਪ੍ਰਭੂ ਯੀਸ਼ੂ ਮਸੀਹ ਨੇ ਜੀਵਨ ਦੀ ਰੋਟੀ ਮੂਸਾ ਨੂੰ ਖਵਾਈ ਸੀ ਤੇ ਇਜ਼ਰਾਈਲੀ ਲੋਕਾਂ ਨੂੰ ਵੀ ਕਹਿ ਰਿਹਾ ਸੀਗਾ ਵੀ ਤੁਸੀਂ ਵਚਨ ਦੇ ਅਨੁਸਾਰ ਚੱਲਣਾ ਹੈ। ਜਦੋਂ ਉਹਨਾਂ ਨੇ ਆਗਿਆਕਾਰੀ ਕੀਤੀ ਤੇ ਮੌਤ ਦਾ ਫਰਿਸ਼ਤਾ ਜਦੋਂ ਨਿਕਲਿਆ, ਇੱਕ ਵੀ ਇਜ਼ਰਾਈਲੀ ਦੇ ਉੱਪਰ ਮੌਤ ਨਹੀਂ ਆਈ। ਜਿੰਨੇ ਮਰੇ ਸਭ ਮਿਸਰੀ ਮਰੇ, ਉਹਨਾਂ ਦੇ ਪਹਿਲੋਠੇ ਮਰ ਗਏ ਸਾਰੇ, ਡੰਗਰਾਂ ਤੋਂ ਲੈ ਕੇ, ਉਹ ਬੰਦਿਆਂ ਤੋਂ ਲੈ ਕੇ ਡੰਗਰਾਂ ਤੱਕ ਜਿੰਨੇ ਪਹਿਲੋਠੇ ਸੀਗੇ ਸਾਰੇ ਦੇ ਸਾਰੇ ਮਾਰਦੇ। ਤਾਂ ਯਹੋਵਾ ਨੇ ਮੂਸਾ ਨੂੰ ਆਖਿਆ ਫਰੌਨ ਤੁਹਾਡੀ ਨਾ ਸੁਣੇਗਾ ਤਾਂ ਜੋ ਮਿਸਰ ਦੇਸ਼ ਵਿੱਚ ਮੇਰੇ ਅਚਰਜ ਕੰਮ ਵੱਧ ਜਾਣ। ਤਾਂ ਮੂਸਾ ਅਤੇ ਹਾਰੂਨ ਨੇ ਇਹ ਸਾਰੇ ਅਚਰਜ ਕੰਮ ਫਰੌਨ ਦੇ ਅੱਗੇ ਕੀਤੇ ਅਤੇ ਯਹੋਵਾ ਨੇ ਫਰੌਨ ਦਾ ਮਨ ਕਠੋਰ ਹੋਣ ਦਿੱਤਾ। ਹੁਣ ਕੀ ਹੋ ਰਿਹਾ ਸੀ? ਉਹਦਾ ਮਨ ਕਠੋਰ ਕਰ ਦਿੱਤਾ ਸੀ ਪ੍ਰਭੂ ਨੇ। ਇਸ ਕਰਕੇ ਕੀ ਕੀਤਾ ਮੂਸਾ ਨੇ? ਜਿਹੜਾ ਪ੍ਰਭੂ ਸੀਗਾ, ਪ੍ਰਭੂ ਨੇ ਮੂਸਾ ਦੇ ਦੁਆਰਾ ਬਵਾ ਪਾਈਆਂ ਉਸ ਸਥਾਨ ਦੇ ਵਿੱਚ। ਉਹਨੇ ਮੂਸਾ ਨੇ ਕਿਹਾ ਵੀ ਤੇਰੇ ਦੇਸ਼ 'ਚ ਸਾਰੇ ਪਹਿਲੋਠੇ ਮਾਰੇ ਜਾਣੇ ਆ, ਸਾਨੂੰ ਜਾਣ ਦੇ। ਲੇਕਿਨ ਉਹ ਬਾਰ-ਬਾਰ ਰੋਕ ਰਿਹਾ ਸੀ ਉਹਨਾਂ ਨੂੰ। ਹੁਣ ਤੁਹਾਨੂੰ ਪਤਾ, ਜਦੋਂ ਖੁਦਾ ਦਾ ਬੰਦਾ ਕਿਸ ਨੂੰ ਲਲਕਾਰਦਾ ਆ ਤੇ ਉਹਦੀ ਲਲਕਾਰ ਨੂੰ ਸ਼ੈਤਾਨ, ਉਹ ਲੋਕ ਸਹਿਣ ਨਹੀਂ ਕਰ ਸਕਦੇ।
ਜਦੋਂ ਅੱਜ ਵੀ ਖੁਦਾ ਦਾ ਦੂਤ ਲਲਕਾਰਿਆ ਤੇ ਕੀ ਹੋਇਆ ਕਿ ਸ਼ੈਤਾਨ ਉਹ ਮਿਸ਼ਨਾਂ ਜਥੇਬੰਦੀਆਂ ਫੜ ਸਕੀਆਂ, ਆਪਣੀ ਦੁਲਹਨ ਦੇ ਲੋਕਾਂ ਨੂੰ ਨਹੀਂ। ਉਹਨੇ ਕਿਹਾ ਹੇ ਮੇਰੀ ਪ੍ਰਜਾ ਬਾਬਲ ਚੋਂ ਬਾਹਰ ਆ ਜਾ। ਅੱਜ ਦਾ ਵਚਨ ਥੋੜਾ ਤੁਹਾਨੂੰ ਹੋ ਸਕਦਾ ਔਖਾ ਲੱਗੇ, ਲੇਕਿਨ ਇਹ ਪ੍ਰਕਾਸ਼ਨ ਦੇ ਵਿੱਚ ਗੱਲਾਂ ਹੋ ਰਹੀਆਂ ਸਾਰੀਆਂ, ਇਹ ਸਾਰੀਆਂ ਗੱਲਾਂ ਪ੍ਰਕਾਸ਼ਨ ਦੇ ਵਿੱਚ ਆ ਤੇ ਖੁਦਾ ਦਾ ਆਤਮਾ ਤੁਹਾਨੂੰ ਸਮਝਾਊਗਾ ਵੀ ਮੈਂ ਕੀ ਬੋਲ ਰਿਹਾ ਹਾਂ। ਜਦੋਂ ਨਹੀਂ ਆਣ ਦਿੱਤਾ ਤੇ ਉਹਨੇ ਆਪਣੇ ਸੇਵਕ ਮੂਸਾ ਨੂੰ ਭੇਜਿਆ ਵੀ ਇਜ਼ਰਾਈਲ ਨੂੰ ਜਾਣ ਦੇ। ਇਸੇ ਤਰ੍ਹਾਂ ਅੱਜ ਵੀ ਉਹਨੇ ਇੱਕ ਦੂਤ ਨੂੰ ਭੇਜਿਆ ਸੀ ਜਿਹਦਾ ਨਾਮ ਭਾਈ ਵਿਲੀਅਮ ਬ੍ਰੈਨਮ ਸੀਗਾ। ਉਹਨੇ ਕਿਹਾ ਹੇ ਮੇਰੀ ਪ੍ਰਜਾ ਬਾਬਲ ਚੋਂ ਬਾਹਰ ਆ ਜਾ। ਜਦੋਂ ਉਹਨੇ ਆਵਾਜ਼ ਲਗਾਈ ਤੇ ਕੀ ਉਹਦੀ ਦੁਲਹਨ ਦੇ ਲੋਕ ਬਾਹਰ ਨਹੀਂ ਆਏ? ਉਹ ਵੀ ਲੋਕ ਬਾਹਰ ਆਏ। ਇਸੇ ਤਰ੍ਹਾਂ ਉਹਨੇ ਮੂਸਾ ਨੂੰ ਭੇਜਿਆ। ਜਦੋਂ ਮੂਸਾ ਇਜ਼ਰਾਈਲੀਆਂ ਨੂੰ ਲੈ ਕੇ ਗਿਆ ਤੇ ਲਾਲ ਸਮੁੰਦਰ ਨੂੰ 2 ਭਾਗ ਕਰ ਦਿੱਤਾ। ਕਿਉਂ ਕੀਤਾ? ਕਿਉਂਕਿ ਮੂਸਾ ਦੇ ਅੰਦਰ ਖੁਦਾ ਸੀਗਾ। ਤੁਹਾਨੂੰ ਪਤਾ ਖੁਦਾਵੰਦ ਯਿਸੂ ਮਸੀਹ ਆਮਣੇ ਸਾਹਮਣੇ ਰਹਿ ਕੇ ਮੂਸਾ ਨਾਲ ਗੱਲਾਂ ਕਰਦਾ ਸੀ। ਕਿਉਂ ਕਰਦਾ ਸੀਗਾ? ਕਿਉਂ ਉਹਦੀ ਸੁਣਵਾਈ ਹੁੰਦੀ ਸੀ ਮੂਸਾ ਦੀ? ਕਿਉਂ ਮੂਸਾ ਜੋ ਬੋਲਦਾ ਸੀ ਉਹੀ ਕੰਮ ਹੁੰਦਾ ਸੀ? ਕਿਉਂਕਿ ਉਹਨੇ ਯਿਸੂ ਮਸੀਹ ਦੇ ਵਚਨ ਨੂੰ ਖਾਧਾ ਸੀਗਾ। ਉਹਦਾ ਵਚਨ ਉਹਦੇ ਅੰਦਰ ਸੀ। ਮੇਰੇ ਕਹਿਣ ਦਾ ਮਤਲਬ ਆ ਵੀ ਅੱਜ ਤੁਹਾਡੇ ਜੀਵਨਾਂ ਦੇ ਵਿੱਚ ਭਲੇ ਬੁਰੇ ਦਾ ਵਰਕਸ਼ ਨਹੀਂ ਹੋਣਾ ਚਾਹੀਦਾ। ਜੇ ਤੁਹਾਨੂੰ ਕੋਈ ਆ ਕੇ ਭਰਮਾਉਂਦਾ ਆ, ਤੁਹਾਡਾ ਰਿਸ਼ਤੇਦਾਰ, ਸਗਾ ਸੰਬੰਧੀ, ਆਂਢ ਗੁਆਂਢ ਕੋਈ ਵੀ ਸੰਸਾਰ ਤੋਂ ਖਾਓ, ਕਹੋ ਨਹੀਂ ਅਸੀਂ ਸੰਸਾਰ ਦੇ ਨਹੀਂ ਆ। ਤੁਹਾਨੂੰ ਪਤਾ ਜਿਹੜਾ ਮਨੁੱਖ ਸੰਸਾਰ ਦਾ ਨਹੀਂ ਉਹ ਸੰਸਾਰ ਤੋਂ ਖਾ ਵੀ ਨਹੀਂ ਸਕਦਾ। ਇਹ ਤੁਸੀਂ ਸੰਸਾਰ ਤੋਂ ਖਾਓਗੇ ਤੁਸੀਂ ਬਿਮਾਰ ਹੋ ਜਾਓਗੇ। ਜਿਹੜੇ ਉੱਪਰੋਂ ਉਤਰੇ ਆ ਉਹਦੇ ਖੁਦਾ ਦੇ ਲੋਕ, ਉਹਨਾਂ ਨੂੰ ਉੱਪਰਲਾ ਭੋਜਨ ਹੀ ਖਾਣਾ ਪਵੇਗਾ ਤੇ ਉੱਪਰਲਾ ਭੋਜਨ ਕੁਝ ਹੋਰ ਨਹੀਂ। ਭਾਈ ਬ੍ਰੈਨਮ ਦਾ ਸੰਦੇਸ਼ ਆ ਕਿ ਤੁਸੀਂ ਇਸ ਭੋਜਨ ਚੋਂ ਖਾਓਗੇ ਕਦੇ ਬਿਮਾਰ ਨਹੀਂ ਪਾਓਗੇ। ਹੁਣ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਕੀ ਕੀਤਾ? ਮੂਸਾ ਨੂੰ ਖੜਾ ਕੀਤਾ ਤੇ ਮੂਸਾ ਨੇ ਕੀ ਕੀਤਾ? ਉਸ ਭੇਡਾਂ ਦੀ ਅਗਵਾਈ ਕੀਤੀ। ਜਿਹੜੇ ਉਹਦੇ ਲੋਕ ਸੀ 20 ਤੋਂ 22 ਲੱਖ ਲੋਕਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਕੇ ਲੈ ਕੇ ਆ ਗਿਆ। ਤੇ ਉਹ ਲੋਕ, ਉਹਨਾਂ ਦੇ ਵਿੱਚੋਂ ਸਾਰੇ ਪ੍ਰਭੂ ਨੇ ਕਿਉਂ ਮਾਰੇ? ਬਾਅਦ ਚ ਇਹ ਵੀ ਸਵਾਲ ਬਹੁਤ ਵੱਡਾ ਉੱਠਦਾ ਵੀ ਜਿਹੜੇ ਇੰਨੇ ਲੋਕ ਕੱਢੇ ਸੀ ਪ੍ਰਭੂ ਨੇ ਮਾਰੇ ਕਿਉਂ? ਕੀ ਪ੍ਰਭੂ ਆਪਣੇ ਲੋਕਾਂ ਨੂੰ ਮਾਰ ਦਿੰਦਾ? ਪ੍ਰਭੂ ਨੇ ਕਿਹਾ ਸੀਗਾ ਵੀ ਤੁਸੀਂ ਵਚਨ ਦੇ ਅਨੁਸਾਰ ਕੰਮ ਕਰਨਾ, ਲੇਕਿਨ ਇਜ਼ਰਾਈਲੀ ਲੋਕਾਂ ਨੇ ਵਚਨ ਦੇ ਅਨੁਸਾਰ ਕੋਈ ਕੰਮ ਨਹੀਂ ਕੀਤਾ। ਪ੍ਰਭੂ ਉਹਨਾਂ ਨੂੰ ਮੰਨਾ ਖਵਾ ਰਿਹਾ ਸੀ ਤੇ ਉਹ ਮੂਸਾ ਦੇ ਖਿਲਾਫ, ਉਹਦੇ ਸੇਵਕ ਦੇ ਖਿਲਾਫ ਬੋਲ ਰਹੇ ਸੀਗੇ ਤੇ ਪ੍ਰਭੂ ਨੇ ਸਾਰੇ ਮਾਰਤੇ। ਲੇਕਿਨ ਕਿੰਨੇ ਜਣੇ ਉਸ ਦੇਸ਼ 'ਚ ਪ੍ਰਵੇਸ਼ ਕਰ ਸਕੇ? ਕਨਾਨ ਦੇ ਵਿੱਚ ਸਿਰਫ 2 ਯਹੋਸ਼ੂਆ ਤੇ ਕਲੇਬ ਪ੍ਰਵੇਸ਼ ਕਰ ਸਕੇ। ਜਿਹੜੇ ਨਵੀਂ ਪੀੜ੍ਹੀ ਦੇ ਲੋਕ ਸੀ ਉਹ ਤਾਂ ਬਚੇ ਸੀਗੇ, ਲੇਕਿਨ ਜਿਹੜੇ ਪੁਰਾਣੀ ਪੀੜ੍ਹੀ ਦੇ ਲੋਕ ਸੀ ਸਾਰੇ ਦੇ ਸਾਰੇ ਮਾਰਤੇ। ਤੁਹਾਨੂੰ ਪਤਾ ਕਿਉਂਕਿ ਖੁਦਾਵੰਦ ਉਹਨਾਂ ਲੋਕਾਂ 'ਚ ਵਾਸ ਕਰਦਾ ਜਿਹੜੇ ਆਪਣੇ ਆਪ ਨੂੰ ਪਵਿੱਤਰ ਕਰਕੇ ਰੱਖਦੇ ਆ। ਯਹੋਸ਼ੂਆ ਤੇ ਕਲੇਬ ਨੇ ਆਪਣੇ ਆਪ ਨੂੰ ਪਵਿੱਤਰ ਕਰਕੇ ਰੱਖਿਆ। ਉਹਨਾਂ ਨੇ ਵਚਨ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ। 40 ਸਾਲ ਲੱਗੇ। 40 ਦਿਨ ਦਾ ਸਫ਼ਰ 40 ਸਾਲਾਂ 'ਚ ਪੂਰਾ ਹੋਇਆ ਉਹਨਾਂ ਦਾ। ਤੇ ਪ੍ਰਭੂ ਚਾਹੁੰਦਾ ਸੀ ਵੀ ਮੈਂ ਇਹਨਾਂ ਨੂੰ ਆਪਣੀ ਰੋਟੀ ਖਵਾਵਾਂ। ਪ੍ਰਭੂ ਆਪਣੇ ਆਪ ਨੂੰ ਖਵਾਉਣਾ ਚਾਹੁੰਦਾ ਸੀ, ਲੇਕਿਨ ਉਹ ਕੀ ਖਾ ਰਹੇ ਸੀਗੇ? ਉਹ ਸੰਸਾਰ ਨੂੰ ਖਾ ਰਹੇ ਸੀ। ਉਹ ਗਲਤ ਕੰਮ ਕਰ ਰਹੇ ਸੀਗੇ, ਖੁਦਾ ਦੇ ਖਿਲਾਫ ਬੋਲ ਰਹੇ ਸੀ ਤੇ ਪ੍ਰਭੂ ਨੇ ਸਾਰੇ ਮਾਰਦੇ। ਕਿ ਇਸੇ ਤਰ੍ਹਾਂ ਅੱਜ ਨਹੀਂ ਹੈ? ਅੱਜ ਪਰਮੇਸ਼ਵਰ ਨੇ ਜਦੋਂ ਆਪਣਾ 7ਵਾਂ ਦੂਤ ਭੇਜਿਆ ਤਾਂ 7ਵਾਂ ਦੂਤ ਕਹਿ ਰਿਹਾ ਸੰਦੇਸ਼ ਦੇ ਪਿੱਛੇ ਚੱਲੋ, ਤੇ ਲੋਕੀ ਕਹਿੰਦੇ ਸੰਦੇਸ਼ ਦੇ ਪਿੱਛੇ ਨਹੀਂ, ਅਸੀਂ ਤਾਂ ਸੰਸਾਰ ਵੱਲ ਚੱਲਣਾ। ਜੇ ਸੰਸਾਰ ਵੱਲ ਚੱਲੋਗੇ ਤਾਂ ਫਿਰ ਤੁਸੀਂ ਨਿਆਂ ਥੱਲੇ ਚੱਲੋਗੇ। ਕਿਉਂਕਿ ਭਾਈ ਬ੍ਰੈਨਮ ਨੇ ਕਿਹਾ ਜੇ ਤੁਸੀਂ ਖੁਦਾ ਦੇ ਵਚਨ ਨੂੰ ਛੱਡ ਕੇ ਸੰਸਾਰ ਦੇ ਕੰਮਾਂ ਨੂੰ ਕਰਦੇ ਤੁਸੀਂ ਨਿਆਂ ਥੱਲੇ ਚਲੇ ਜਾਂਦੇ ਹੋ। ਖੁਦਾ ਤੁਹਾਨੂੰ ਨਹੀਂ ਮਾਰੇਗਾ, ਤੁਸੀਂ ਖੁਦ ਮੂੰਹ ਤੇ ਮੂੰਹ ਦੇ ਵਿੱਚ ਜਾਂਦੇ ਹੋ। ਇੱਕ ਮਨੁੱਖ ਖੁਦ ਮੌਤ ਦੇ ਵਿੱਚ ਚਲਾ ਜਾਂਦਾ ਹੈ। ਇਜ਼ਰਾਈਲੀਆਂ ਨੂੰ ਪ੍ਰਭੂ ਨੇ ਨਹੀਂ ਮਾਰਿਆ ਸੀ, ਉਹ ਖੁਦ ਮੌਤ ਦੇ ਥੱਲੇ ਗਏ ਆ, ਖੁਦ ਉਹਨਾਂ ਨੇ ਆਪਣੀ ਮੌਤ ਚੁਣੀ। ਜੇ ਅੱਜ ਖੁਦਾ ਨੇ ਸੱਚਾ ਸੰਦੇਸ਼ ਦਿੱਤਾ ਆ ਤੇ ਮਸੀਹ ਲੋਕਾਂ ਨੂੰ ਚਾਹੀਦਾ ਉਸ ਸੱਚੇ ਸੰਦੇਸ਼ ਵੱਲ ਚੱਲਣ। ਇਹ ਸੰਸਾਰਿਕ ਰੀਤੀ ਰਿਵਾਜ, ਸੰਸਾਰ ਦੇ ਕੰਮਾਂ ਵੱਲ ਨਾ ਦੇਖੋ। ਜਦੋਂ ਦੇਖਣਾ ਖੁਦਾ ਦੇ ਵਚਨ ਵੱਲ ਦੇਖੋ। ਤੁਹਾਨੂੰ ਪਤਾ ਜਦੋਂ ਤੱਕ ਪਤਰਸ ਪ੍ਰਭੂ ਯਿਸੂ ਮਸੀਹ ਵੱਲ ਵੇਖਦਾ ਰਿਹਾ, ਉਹ ਪਾਣੀ ਦੇ ਉੱਪਰ ਚੱਲਦਾ ਰਿਹਾ, ਲੇਕਿਨ ਜਦੋਂ ਉਹਨੇ ਪਾਣੀ ਵੱਲ ਦੇਖਿਆ ਤੇ ਡੁੱਬਣਾ ਸ਼ੁਰੂ ਕਰ ਦਿੱਤਾ ਉਹਨੇ। ਇਸੇ ਤਰ੍ਹਾਂ ਅੱਜ ਜੇ ਤੁਸੀਂ ਸੰਦੇਸ਼ ਦੇ ਉੱਪਰ, ਸੰਦੇਸ਼ ਦੇ ਨਾਲ ਨਾਲ ਜੀਵਨ ਬਤੀਤ ਕਰਦੇ ਹੋ ਤੇ ਤੁਸੀਂ ਕੀ ਕਰੋਗੇ? ਉਸ ਯਰਦਨ ਨੂੰ ਪਾਰ ਕਰੋਗੇ। ਜੇ ਯਰਦਨ ਨੂੰ ਪਾਰ ਕਰੋਗੇ ਤੇ ਆਪਣੇ ਮੁਕਾਮ ਤੇ ਪਹੁੰਚ ਜਾਓਗੇ, ਨਹੀਂ ਤੇ ਇਸ ਸਮੁੰਦਰ 'ਚ ਡੁੱਬ ਜਾਓਗੇ, ਇਸ ਪਾਣੀ 'ਚ ਡੁੱਬ ਜਾਓਗੇ। ਕਿਉਂਕਿ ਇਹ ਪਾਣੀ ਕਾਹਦੇ ਨਾਲ ਭਰਿਆ ਹੋਇਆ ਹੈ? ਵੈਰ ਵਿਰੋਧ, ਈਰਖਾ ਦੇ ਨਾਲ ਭਰਿਆ ਹੋਇਆ। ਇਹ ਸੰਸਾਰ ਵੀ ਇੱਕ ਪਾਣੀ ਹੈ। ਇਸ ਕਰਕੇ ਪ੍ਰਕਾਸ਼ ਦੀ ਪੋਥੀ ਕਹਿੰਦੀ ਆ ਉਹ ਵੱਡੀ ਵੈਸ਼ਿਆ, ਵੱਡੀ ਕੰਜਰੀ ਪਾਣੀਆਂ ਦੇ ਉੱਤੇ ਬੈਠੀ ਹੋਈ ਹੈ। ਹੁਣ ਵੈਸ਼ਿਆ ਦਾ ਮਤਲਬ ਕੀ ਹੁੰਦਾ? ਜਿਹਨੇ ਆਪਣੇ ਪਤੀ ਦੇ ਨਾਲ ਵਫਾਦਾਰੀ ਨਹੀਂ ਕੀਤੀ, ਹੋਰ ਪਤੀ ਕਰ ਲਿਆ, ਉਹਨੂੰ ਵੈਸ਼ਿਆ ਕਿਹਾ ਜਾਂਦਾ ਹੈ। ਹੁਣ ਉਹਦੀ ਧੀਆਂ ਵੀ ਆ। ਹੁਣ ਉਹਦੀ ਧੀਆਂ ਕੌਣ ਆ? ਮਿਸ਼ਨਾਂ ਜਥੇਬੰਦੀਆਂ ਉਹਦੀ ਧੀਆਂ ਆ। ਹੁਣ ਉੱਥੇ ਸੱਚਾ ਵਚਨ ਪ੍ਰਚਾਰ ਨਹੀਂ ਹੁੰਦਾ। ਹੁਣ ਤੁਹਾਨੂੰ ਪਤਾ 2 ਤਰ੍ਹਾਂ ਦੀ ਰੋਟੀ ਆ। ਹੁਣ ਮੈਂ ਤੁਹਾਨੂੰ ਬਾਈਬਲ 'ਚ ਸਿੱਧ ਕਰਦਾ ਆ। ਆਓ ਅਸੀਂ ਬਾਈਬਲ 'ਚ ਪੜ੍ਹਦੇ ਆ। ਕੂਚ 12 ਦੀ 5 ਤੋਂ ਪੜਾਂਗੇ। ਕੂਚ 12 ਦੀ 5। ਤੁਹਾਡਾ ਲੇਲਾ ਬਸ਼ ਤੋਂ ਰਹਿਤ
ਅਤੇ 1 ਵਰੇ ਦਾ ਨਰ ਹੋਵੇ। ਤੁਸੀਂ ਭੇਡਾਂ ਜਾਂ ਬੱਕਰੀਆਂ ਤੋਂ ਲਓ ਅਤੇ ਤੁਸੀਂ ਉਸ ਦੇਸ਼, ਕਹਿੰਦਾ ਤੁਸੀਂ ਉਸ ਨੂੰ ਇਸ ਮਹੀਨੇ ਦੀ 14ਵੀਂ ਤਰੀਕ ਰੱਖ ਛੱਡਣਾ ਅਤੇ ਇਸਰਾਇਲ ਦੀ ਮੰਡਲੀ ਦੀ ਸਾਰੀ ਸਭਾ ਸ਼ਾਮ ਨੂੰ ਉਸ ਤੋਂ ਕੱਟੇ ਔਰ ਉਸ ਦੇ ਲਹੂ ਵਿੱਚੋਂ ਲੈ ਕੇ ਉਹਨਾਂ ਘਰਾਂ ਦੇ ਜਿੱਥੇ ਉਹ ਖਾਣਗੇ ਦੋਹੀ ਬਾਹੀ ਅਤੇ ਸ਼ੇਰੂ ਲਾਉਣ। ਫਿਰ ਉਹ ਸ਼ਾਮ ਨੂੰ ਉਸੇ ਰਾਤ ਅੱਗ ਨਾਲ ਭੁੰਨ ਕੇ ਪਤੀਰੀ ਰੋਟੀ ਨਾਲ ਖਾਣ ਅਤੇ ਕੋੜੀ ਭਾਜੀ ਨਾਲ ਖਾਣ। ਉਸ ਵਿੱਚੋਂ ਕੱਚਾ ਅਥਵਾ ਪਾਣੀ ਵਿੱਚ ਰਿੰਨਿਆ ਹੋਇਆ ਕਦੇ ਨਾ ਖਾਓ। ਤੁਹਾਨੂੰ ਪਤਾ ਹੁਣ ਇਜ਼ਰਾਈਲੀਆਂ ਨੂੰ ਜਦੋਂ ਮਿਸਰ ਚੋਂ ਬਾਹਰ ਕੱਢਣਾ ਸੀ, ਪ੍ਰਭੂ ਨੇ ਇਹਨਾਂ ਨੂੰ ਕਿਹਾ ਸੀ ਤੁਸੀਂ ਲੇਲਾ ਖਾਣਾ ਆ। ਲੇਲਾ ਕਿਸ ਚੀਜ਼ ਨੂੰ ਦਰਸਾਉਂਦਾ? ਲੇਲਾ ਪ੍ਰਭੂ ਯੀਸ਼ੂ ਮਸੀਹ ਨੂੰ ਦਰਸਾਉਂਦਾ। ਜੇ ਤੁਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਖਾਓਗੇ ਤੇ ਕਿੱਦਾਂ ਖਾਣਾ ਆ? ਉਹਨੇ ਇਜ਼ਰਾਈਲੀਆਂ ਨੂੰ ਕਿਹਾ ਸੀ, ਤੁਸੀਂ ਸਰੀਰਕ ਤੌਰ ਤੇ ਕਹਿ ਰਹੇ ਸੀ ਵੀ ਤੁਸੀਂ ਖਾਣਾ, ਤੇ ਕਿੱਦਾਂ ਖਾਣਾ? ਆਪਣਾ ਆਪ ਦਾ ਪ੍ਰਗਟਾਵਾ ਕਰ ਰਹੇ ਸੀ। ਕਹਿੰਦਾ ਅੱਗ ਵਿੱਚ ਭੁੰਨ ਕੇ ਖਾਣਾ ਆ। ਕਹਿੰਦਾ ਤੁਸੀਂ ਉਸ ਵਿੱਚੋਂ ਕੱਚਾ ਅਥਵਾ ਪਾਣੀ ਵਿੱਚ ਰਿੰਨਿਆ ਹੋਇਆ ਕਦੇ ਨਾ ਖਾਇਓ। ਤੁਹਾਨੂੰ ਪਤਾ ਅੱਜ ਬਹੁਤ ਲੋਕ ਵਚਨ ਨੂੰ ਕੱਚਾ ਹੀ ਖਾਣਾ ਚਾਹੁੰਦੇ ਆ। ਸਿਰਫ ਚੰਗਿਆਈਆਂ ਦੇ ਦੋ, ਵਚਨ ਤੇ ਨਹੀਂ ਚੱਲਣਾ। ਪਾਣੀ ਵਿੱਚ ਰਿੰਨਿਆ ਹੋਇਆ ਵੀ ਨਹੀਂ ਖਾਣਾ। ਅੱਜ ਲੋਕ ਕੀ ਕਰਦੇ? ਮਿਸ਼ਨਾਂ ਜਥੇਬੰਦੀਆਂ ਵਿੱਚ ਜਿਹੜੇ ਸੇਵਕ ਉਹ ਕੀ ਕਰਦੇ ਆ? ਪਾਣੀ ਵਿੱਚ ਰਿੰਨ ਕੇ ਦਿੰਦੇ ਆ ਲੋਕਾਂ ਨੂੰ। ਪਾਣੀ ਦਾ ਮਤਲਬ ਆ ਸੰਸਾਰ ਦੇ ਵਿੱਚ ਮਿਕਸ ਕਰਕੇ, ਵਚਨ ਨੂੰ ਸੰਸਾਰ ਦੇ ਨਾਲ ਮਿਕਸ ਕਰਕੇ ਕਹਿੰਦੇ ਹੁਣ ਖਾ ਲਓ। ਤੂੰ ਚਰਚ ਵੀ ਆ, ਮੇਕਅਪ ਵੀ ਕਰ, ਤੂੰ ਚਰਚ ਵੀ ਆ, ਬਾਲ ਵੀ ਕਟਵਾ। ਇਹ ਕੀ ਆ? ਪਾਣੀ 'ਚ ਰਿੰਨਿਆ ਹੋਇਆ ਦੇ ਰਹੇ ਆ। ਲੇਕਿਨ ਪ੍ਰਭੂ ਕਹਿੰਦਾ ਭੁੱਜਿਆ ਹੋਇਆ ਖਾਣਾ ਆ। ਪਾਣੀ 'ਚ ਰਿੰਨਿਆ ਹੋਇਆ ਨਹੀਂ ਖਾਣਾ। ਸੰਸਾਰ ਦੇ ਵਿੱਚ ਮਿਕਸ ਵਚਨ ਨਹੀਂ ਤੁਸੀਂ ਖਾਣਾ। ਇਹ ਵਚਨ ਕੌਣ ਖਵਾਉਂਦਾ? ਮਿਸ਼ਨਾਂ ਜਥੇਬੰਦੀਆਂ ਇਹ ਵਚਨ ਨੂੰ ਖਵਾਉਂਦੀਆਂ ਆ। ਪਾਣੀ 'ਚ ਰਿੰਨ ਕੇ ਤੁਹਾਨੂੰ ਦੇ ਰਹੀਆਂ, ਖਾਓ। ਅੱਧਾ ਪਾਣੀ ਖਾਓ ਤੇ ਪ੍ਰਭੂ ਦਾ ਵਚਨ ਵੀ ਖਾਓ। ਸੰਸਾਰ 'ਚ ਵੀ ਜਾਓ ਤੇ ਆਤਮਿਕ ਕੰਮ ਵੀ ਕਰੋ। ਲੇਕਿਨ ਖੁਦਾ ਦਾ ਵਚਨ ਕਹਿੰਦਾ ਤੁਸੀਂ ਭੁੱਜਿਆ ਹੋਇਆ ਖਾਣਾ, ਕਿਉਂਕਿ ਬਾਈਬਲ ਇਸ ਚੀਜ਼ ਨੂੰ ਬਿਆਨ ਕਰਦੀ ਹੈ ਤੁਸੀਂ ਖਾਓ, ਸਗੋਂ ਅੱਗ ਨਾਲ ਭੁੰਨਿਆ ਹੋਇਆ ਵਚਨ ਖਾਓ। ਤੁਹਾਨੂੰ ਪਤਾ ਜਿਹੜਾ ਵਚਨ ਮੈਂ ਤੁਹਾਨੂੰ ਖਵਾ ਰਿਹਾ ਇਹ ਅੱਗ ਦੇ ਨਾਲ ਭੁੰਨਿਆ ਹੋਇਆ ਆ। ਜਦੋਂ ਉਹਨੇ ਪਤਰਸ ਨੂੰ ਕਿਹਾ ਸੀਗਾ ਮੈਂ ਤੇਰੇ ਉੱਤੇ ਆਪਣੀ ਕਲੀਸਿਆ ਬਣਾਵਾਂਗਾ, ਅਧਲੋਕ ਦੇ ਫਾਟਕਾਂ ਦਾ ਮੇਰੀ ਕਲੀਸਿਆ ਦੇ ਉੱਪਰ ਕੋਈ ਵਸ ਨਾ ਹੋਵੇਗਾ। ਤੇ ਜਦੋਂ ਪੈਂਤੇਕੋਸਤ ਦੇ ਦਿਨ ਪਵਿੱਤਰ ਆਤਮਾ ਉਤਰਿਆ ਤੇ ਜਿਹੜਾ ਪਤਰਸ ਨੇ ਜਦੋਂ ਵਚਨ ਖਵਾਇਆ ਲੋਕਾਂ ਨੂੰ, ਜਦੋਂ 3000 ਜਣਿਆਂ ਨੇ ਪਤਰਸ ਦੇ ਕਹਿਣ ਤੇ ਬਸਮਾ ਲੈ ਲਿਆ, ਉਹ ਕਿਹੜਾ ਵਚਨ ਸੀ? ਅੱਗ ਦੇ ਨਾਲ ਭੁੰਨਿਆ ਹੋਇਆ। ਅੱਗ ਦਾ ਮਤਲਬ ਆ ਪਵਿੱਤਰ ਆਤਮਾ। ਤੇ ਕੀ ਅੱਜ ਜਿਹੜਾ ਤੁਸੀਂ ਭੋਜਨ ਖਾ ਰਹੇ ਹੋ ਪਵਿੱਤਰ ਆਤਮਾ ਦਾ ਭੁੰਨਿਆ ਹੋਇਆ ਭੋਜਨ ਨਹੀਂ ਆ? ਇਹ ਪਵਿੱਤਰ ਆਤਮਾ ਦਾ ਦਿੱਤਾ ਹੋਇਆ ਭੋਜਨ ਆ, ਭੁੰਨਿਆ ਹੋਇਆ ਭੋਜਨ ਆ। ਭੁੰਨੇ ਹੋਏ ਭੋਜਨ ਦਾ ਮਤਲਬ ਆ ਪ੍ਰਕਾਸ਼ਨ। ਤੁਸੀਂ ਪ੍ਰਕਾਸ਼ਨ ਵਾਲਾ ਭੋਜਨ ਖਾ ਰਹੇ ਹੋ। ਤੇ ਇਸ ਪ੍ਰਕਾਸ਼ਨ ਵਾਲੇ ਭੋਜਨ ਨੂੰ ਕੌਣ ਲੈ ਕੇ ਆਇਆ? ਸਾਡਾ ਪਿਆਰਾ ਭਾਈ ਵਿਲੀਅਮ ਬ੍ਰੈਨਮ ਲੈ ਕੇ ਆਇਆ। ਉਹਨੇ ਸਾਨੂੰ ਭੁੰਨ ਕੇ ਦਿੱਤਾ ਵਚਨ ਨੂੰ, ਕਿਉਂਕਿ ਤੁਹਾਨੂੰ ਪਤਾ ਭੁੰਨ ਕੇ ਵੀ ਤਾਂ ਕੋਈ ਦਊਗਾ। ਜੇ ਵਚਨ ਆਇਆ ਆ ਤੇ ਵਚਨ ਨੂੰ ਪਰੋਸਣ ਵਾਲਾ ਵੀ ਤਾਂ ਕੋਈ ਹੋਣਾ ਚਾਹੀਦਾ। ਜਿੱਦਾਂ ਹੁਣ ਵਚਨ ਉਤਰਦਾ ਆ ਤੇ ਵਚਨ ਨੂੰ ਕੌਣ ਪਰੋਸਦਾ? ਇੱਕ ਸੇਵਕ ਪਰੋਸਦਾ। ਤੇ ਸੇਵਕਾਂ ਦੇ ਕੋਲ ਵਚਨ ਕਿੱਥੋਂ ਆਇਆ? ਨਬੀ ਦੇ ਦੁਆਰਾ। ਤੇ ਉਹ ਨਬੀ ਕੌਣ ਸੀਗਾ? ਭਾਈ ਬ੍ਰੈਨਮ ਸੀਗਾ। ਇਸ ਕਰਕੇ ਪ੍ਰਭੂ ਕਹਿੰਦਾ ਤੁਸੀਂ ਰਿੰਨਿਆ ਹੋਇਆ ਕਦੀ ਨਾ ਖਾਇਓ। ਕਹਿੰਦਾ ਪਾਣੀ ਵਾਲਾ ਭੋਜਨ ਕਦੇ ਨਾ ਖਾਇਓ। ਪਾਣੀ ਵਿੱਚ ਰਿੰਨਿਆ ਹੋਇਆ ਮਾਸ ਤੁਸੀਂ ਕਦੇ ਨਾ ਖਾਇਓ। ਹੁਣ ਇਜ਼ਰਾਈਲੀ ਲੋਕਾਂ ਨੂੰ ਕਹਿ ਰਿਹਾ, ਇਹ ਇਜ਼ਰਾਈਲੀ ਲੋਕਾਂ ਨੂੰ ਉਸ ਸਮੇਂ ਕਹਿ ਰਿਹਾ ਸੀਗਾ ਪ੍ਰਭੂ ਵੀ ਤੁਸੀਂ ਪਾਣੀ 'ਚ ਰਿੰਨਿਆ ਹੋਇਆ ਨਹੀਂ ਖਾਣਾ, ਭੁੰਨ ਕੇ ਖਾਣਾ। ਆਪਣੀ ਆਗਿਆਕਾਰੀ ਨੂੰ ਪੇਸ਼ ਕਰ ਰਿਹਾ ਸੀ ਪ੍ਰਭੂ ਵੀ ਤੁਸੀਂ ਮੇਰੀ ਆਗਿਆਕਾਰੀ ਕਿੱਦਾਂ ਕਰਨੀ ਹੈ। ਕੀ ਤੁਹਾਨੂੰ ਸਮਝ ਲੱਗ ਰਹੀ ਹੈ ਵਚਨ ਦੀ ਸਭਨਾਂ ਨੂੰ ਜੋ ਮੈਂ ਕਹਿ ਰਿਹਾ? ਇਸੇ ਤਰ੍ਹਾਂ ਜੇ ਤੁਸੀਂ ਅੱਜ ਵਚਨ ਖਾਣਾ ਆ ਤੇ ਵਚਨ ਨੂੰ ਕਿੱਦਾਂ ਤੁਸੀਂ ਆਪਣੇ ਅੰਦਰ ਲੈਣਾ? ਇਹ ਨਹੀਂ ਵੀ ਜਿਹਨੇ ਜੋ ਮਰਜ਼ੀ ਕਹਿਤਾ ਤੁਸੀਂ ਉਦਾਂ ਵਚਨ ਨੂੰ ਐਕਸੈਪਟ ਕਰ ਲੈਣਾ। ਵਚਨ ਨੂੰ ਵਚਨ ਦੇ ਤਰੀਕੇ ਦੇ ਨਾਲ ਐਕਸੈਪਟ ਕਰਨਾ। ਜੇ ਬਾਈਬਲ ਬਿਆਨ ਕਰਦੀ ਆ ਬਸਮਾ ਯੀਸ਼ੂ ਮਸੀਹ ਦੇ ਨਾਮ 'ਚ ਆ ਤੇ ਕੋਈ ਮਤਲਬ ਨਹੀਂ ਸੰਸਾਰ ਕਿੱਦਾਂ ਦੇ ਰਿਹਾ ਆ। ਪਾਣੀ 'ਚ ਰਿੰਨਿਆ ਹੋਇਆ ਵਚਨ ਤੁਹਾਨੂੰ ਸੰਸਾਰ ਦੇ ਰਿਹਾ, ਉਹ ਵਚਨ ਨਹੀਂ ਤੁਸੀਂ ਖਾਣਾ। ਤੁਸੀਂ ਅੱਗ 'ਚ ਭੁੰਨਿਆ ਹੋਇਆ ਵਚਨ ਖਾਣਾ। ਅੱਗ 'ਚ ਭੁੰਨਿਆ ਹੋਇਆ ਵਚਨ ਜਦੋਂ ਪਤਰਸ ਨੇ ਕਿਹਾ ਆਪਣੇ ਗੁਨਾਹ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਬਸਮਾ ਲਓ ਤਾਂ ਪਵਿੱਤਰ ਆਤਮਾ 'ਚ ਦਾਨ ਪਾਓਗੇ। ਇਹ ਸੀ ਅੱਗ ਨਾਲ ਭੁੰਨਿਆ ਹੋਇਆ ਵਚਨ। ਇਸ ਕਰਕੇ ਉਹਨੇ ਕਿਹਾ ਲੇਲਾ ਪੂਰਾ ਖਾਣਾ ਆ ਅਤੇ ਤੁਸੀਂ ਸਵੇਰ ਤੱਕ ਉਸ ਵਿੱਚੋਂ ਬਚਾ ਕੇ ਨਾ ਰੱਖਿਓ, ਪਰ ਜੇ ਉਸ ਤੋਂ ਕੁਝ ਬਚ ਰਹੇ ਤਾਂ ਉਸ ਨੂੰ ਅੱਗ ਵਿੱਚ ਸਾੜ ਦਿਓ ਅਤੇ ਤੁਸੀਂ ਉਸ ਨੂੰ ਐਉਂ ਖਾਣਾ ਆਪਣੇ ਲੱਕ ਬੰਨ੍ਹ ਕੇ ਅਤੇ ਆਪਣੀ ਜੁੱਤੀ ਪੈਰੀ ਪਾ ਕੇ ਆਪਣੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਉਸ ਨੂੰ ਛੇਤੀ ਖਾਣਾ, ਕਿਉਂ ਜੋ ਇਹ ਯਹੋਵਾ ਦਾ ਪਸਾਹ ਹੈ। ਮੈਂ ਉਸ ਰਾਤ ਮਿਸਰ ਦੇਸ਼ ਵਿੱਚੋਂ ਲੰਘਾਂਗਾ ਅਤੇ ਮਿਸਰ ਦੇਸ਼ ਦੇ ਪਹਿਲੌਠੇ ਭਾਵੇਂ ਮਨੁੱਖ ਦਾ ਭਾਵੇਂ ਡੰਗਰ ਦਾ ਮਾਰ ਸੁੱਟਾਂਗਾ। ਮਿਸਰ ਦੇ ਸਾਰੇ ਦੇਵਤਾ ਦਾ ਨਿਆਂ ਕਰਾਂਗਾ। ਮੈਂ ਯਹੋਵਾ ਹਾਂ ਔਰ ਉਹ ਲਹੂ ਤੁਹਾਡੇ ਲਈ ਘਰਾਂ ਉੱਤੇ ਜਿੱਥੇ ਤੁਸੀਂ ਹੋਵੋਗੇ ਨਿਸ਼ਾਨ ਹੋਵੇਗਾ।
ਹੁਣ ਇਹ ਲੇਲਾ ਜਿਹੜਾ ਉਹਨਾਂ ਨੇ ਮਾਰਿਆ ਸੀ, ਖਾਦਾ ਸੀ, ਉਹਦਾ ਲਹੂ ਆਪਣੇ ਘਰਾਂ ਤੇ ਲਗਾਇਆ ਸੀ, ਇਹ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦਾ ਪ੍ਰਤੀਕ ਸੀਗਾ। ਤੁਹਾਨੂੰ ਪਤਾ ਜਦੋਂ ਤੁਸੀਂ ਅੱਜ ਅੱਗ ਪਵਿੱਤਰ ਆਤਮਾ ਨੂੰ ਖਾ ਰਹੇ ਆ, ਜਦੋਂ ਪਵਿੱਤਰ ਆਤਮਾ ਤੁਹਾਡੇ ਜੀਵਨਾਂ ਵਿੱਚ ਆਉਂਦਾ, ਤੁਹਾਡੇ ਜੀਵਨ 'ਚ ਕਿੱਦਾਂ ਦੇ ਕੰਮ ਹੁੰਦੇ ਆ। ਤੁਹਾਡੇ ਕੋਲ ਕੋਈ ਮੌਤ ਤੁਹਾਡੇ ਵੱਸ 'ਚ ਨਹੀਂ, ਤੁਹਾਨੂੰ ਵੱਸ 'ਚ ਨਹੀਂ ਕਰ ਸਕਦੀ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸਾਫ਼ ਕਿਹਾ ਜਿਹੜਾ ਮੈਨੂੰ ਖਾਂਦਾ ਹੈ ਉਹ ਕਦੇ ਵੀ ਮਰੇਗਾ ਨਹੀਂ, ਜਿਹੜਾ ਮੈਨੂੰ ਪੀਂਦਾ ਨਾ ਭੁੱਖਾ ਰਹੇਗਾ ਨਾ ਪਿਆਸਾ ਰਹੇਗਾ ਨਾ ਮੌਤ ਵਿੱਚ ਜਾਵੇਗਾ। ਹੁਣ ਇਹਨਾਂ ਦੇ ਕੋਲ ਵੀ ਮੌਤ ਨਹੀਂ ਆਈ ਕਿਉਂਕਿ ਇਹਨਾਂ ਨੇ ਪਹਿਲੇ ਵਚਨ ਨੂੰ ਪੂਰਾ ਕੀਤਾ। ਜੇ ਪ੍ਰਭੂ ਨੇ ਕਿਹਾ ਸੀ ਲੇਲਾ ਖਾਣਾ, ਇਹਨਾਂ ਨੇ ਲੇਲਾ ਖਾਧਾ ਪਹਿਲਾਂ ਮਾਰ ਕੇ, ਫਿਰ ਉਸੇ ਲੇਲੇ ਦੇ ਜਿਹੜਾ ਲਹੂ ਸੀ ਆਪਣੇ ਘਰਾਂ ਦੇ ਉੱਪਰ ਲਗਾਇਆ। ਜਦੋਂ ਮੌਤ ਦਾ ਫਰਿਸ਼ਤਾ ਆਇਆ, ਜਦੋਂ ਮੌਤ ਦਾ ਉਹ ਫਰਿਸ਼ਤਾ ਆਇਆ ਤੇ ਕੀ ਹੋਇਆ, ਜਦੋਂ ਡੈਥ ਐਂਜਲ ਆਇਆ, ਡੈਥ ਐਂਜਲ ਮੌਤ ਦਾ ਫਰਿਸ਼ਤਾ ਜਦੋਂ ਆਇਆ ਮਿਸਰ ਦੇ ਦੇਸ਼ ਵਿੱਚ, ਇੱਕ ਵੀ ਇਜ਼ਰਾਈਲੀ ਨੂੰ ਨੁਕਸਾਨ ਨਹੀਂ ਹੋਇਆ, ਸਾਰੇ ਦੇ ਸਾਰੇ ਮਿਸਰੀ ਲੋਕਾਂ ਦੇ ਪਹਿਲੋਠੇ ਮਾਰੇ ਗਏ। ਤੁਹਾਨੂੰ ਪਤਾ ਅੱਜ ਬਵਾ ਨਹੀਂ ਆ ਰਹੀਆਂ ਦੇਸ਼ਾਂ ਦੇ ਉੱਪਰ, ਅੱਜ ਬਵਾ ਆ ਰਹੀਆਂ, ਬਿਮਾਰੀਆਂ ਆ ਰਹੀਆਂ, ਲੇਕਿਨ ਜਿਹੜੇ ਪਵਿੱਤਰ ਆਤਮਾ ਪਾਏ ਹੋਏ ਲੋਕ ਆ, ਇਹ ਮੌਤ, ਇਹ ਬਵਾ ਉਹਨਾਂ ਲੋਕਾਂ ਦਾ ਕੁਝ ਨਹੀਂ ਵਿਗਾੜ ਸਕਦੀ, ਕਿਉਂਕਿ ਤੁਸੀਂ ਵੀ ਅੱਜ ਭੁੰਨਿਆ ਹੋਇਆ ਲੇਲਾ ਖਾ ਰਹੇ ਹੋ। ਤੇ ਉਹ ਭੁੰਨਿਆ ਹੋਇਆ ਲੇਲਾ ਕੁਝ ਹੋਰ ਨਹੀਂ, ਭਾਈ ਵਿਲੀਅਮ ਬ੍ਰੈਨਮ ਦਾ ਸੰਦੇਸ਼ ਆ ਜਿਹਨੂੰ ਤੁਸੀਂ ਅੱਜ ਖਾ ਰਹੇ ਹੋ। ਤੇ ਉਹਨੇ ਕਿਹਾ ਸੀ ਅੱਗ 'ਚ ਭੁੰਨਿਆ ਹੋਇਆ ਖਾਣਾ, ਤੇ ਅਸੀਂ ਅੱਜ ਕੀ ਖਾ ਰਹੇ, ਅੱਗ ਦੇ ਨਾਲ ਭੁੰਨਿਆ ਹੋਇਆ ਵਚਨ, ਉਹਦਾ ਲੇਲਾ ਖਾ ਰਹੇ ਆ। ਤੇ ਉਹ ਕਹਿੰਦਾ ਤੁਸੀਂ ਉਹਨੂੰ ਪੂਰੇ ਦਾ ਪੂਰਾ ਖਾਣਾ, ਪੂਰਾ ਲੇਲਾ ਖਾਣਾ ਹੈ। ਪੂਰੇ ਲੇਲੇ ਦਾ ਮਤਲਬ ਪੂਰਾ ਵਚਨ ਨੂੰ ਮੰਨਣਾ, ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ, 2 ਖੰਭ ਆ, ਇੱਕ ਨਵਾਂ ਤੇ ਇੱਕ ਪੁਰਾਣਾ। ਇਹ ਕੀ ਕਰੂਗਾ, ਤੁਹਾਡੇ ਰੈਪਚਰ ਵਿੱਚ ਮਦਦ ਕਰੂਗਾ, ਕਿਉਂਕਿ ਸਾਨੂੰ ਉੱਡਣ ਵਾਸਤੇ ਵੀ ਖੁਦਾ ਨੇ 2 ਖੰਭ ਦਿੱਤੇ, ਇੱਕ ਨਵਾਂ ਤੇ ਇੱਕ ਪੁਰਾਣਾ। ਅਸੀਂ ਦੋਨਾਂ ਤੇ ਵਿਸ਼ਵਾਸ ਕਰਦੇ ਹਾਂ। ਇਸ ਕਰਕੇ ਜਿਹੜਾ ਸੰਸਾਰ ਆ ਉਹ ਸੰਸਾਰ ਦੀ ਰੋਟੀ ਖਾ ਰਿਹਾ, ਲੇਕਿਨ ਤੁਸੀਂ ਆਤਮਿਕ ਰੋਟੀ ਖਾਣੀ ਹੈ। ਤੇ ਇਸ ਕਰਕੇ ਨਬੀ ਕਹਿੰਦਾ ਜ਼ਿੰਦਗੀ ਔਰ ਮੌਤ ਇਸ ਚੀਜ਼ ਪਰ ਨਿਰਭਰ ਕਰਤੀ ਹੈ ਕਿ ਆਪ ਕਿਆ ਖਾਤੇ ਹੋ। ਕਹਿੰਦਾ ਤੁਹਾਡੀ ਜ਼ਿੰਦਗੀ ਤੁਹਾਡੀ ਮੌਤ ਇਸ ਚੀਜ਼ ਤੇ ਨਿਰਭਰ ਕਰਦੀ ਆ ਵੀ ਤੁਸੀਂ ਖਾਂਦੇ ਕੀ ਹੋ। ਕੀ ਤੁਸੀਂ ਸਰੀਰ ਦਾ ਖਾਣਾ ਖਾ ਰਹੇ ਹੋ ਜਾਂ ਤੁਸੀਂ ਆਤਮਿਕ ਖਾਣਾ ਖਾ ਰਹੇ ਹੋ? ਕੀ ਤੁਸੀਂ ਭਲੇ ਬੁਰੇ ਦੇ ਵ੍ਰਿਕਸ਼ ਤੋਂ ਖਾ ਰਹੇ ਹੋ ਜਾਂ ਜੀਵਨ ਦੇ ਵ੍ਰਿਕਸ਼ ਤੋਂ ਤੁਸੀਂ ਖਾ ਰਹੇ ਹੋ? ਜਿਹੜਾ ਬੰਦਾ ਜੀਵਨ ਦੇ ਵ੍ਰਿਕਸ਼ ਤੋਂ ਖਾਂਦਾ ਆ, ਤੁਹਾਨੂੰ ਪਤਾ ਲੋਕ ਉਹਨਾਂ ਨਫ਼ਰਤ ਕਰਦੇ ਆ। ਉਹ ਕਹਿੰਦਾ ਇਸ ਭੈਣ ਭਾਈ ਕੋ ਨਹੀਂ ਬਹਿਣਾ, ਇਸ ਕੋ ਜਾਵਾਂਗੇ ਨੇ ਪ੍ਰਭੂ ਦੀ ਗੱਲ ਕਰਨੀ ਹੈ ਤੇ ਸੰਸਾਰ ਦੀ ਤਾਂ ਗੱਲ ਕਰਨੀ ਨਹੀਂ। ਤੁਹਾਨੂੰ ਪਤਾ ਅੱਜ ਮੇਰੇ ਨਾਲ ਬਹੁਤ ਲੋਕ ਨਫ਼ਰਤ ਕਰਦੇ ਆ, ਮੇਰੇ ਰਿਸ਼ਤੇਦਾਰ ਵੀ ਮੇਰੇ ਤੋਂ ਨਫ਼ਰਤ ਕਰਦੇ। ਉਹ ਕਹਿੰਦੇ ਇਸ ਬੰਦੇ ਨੂੰ ਨਹੀਂ ਬੁਲਾਣਾ, ਇਹਨੂੰ ਵਿਆਹ ਤੇ ਨਹੀਂ ਬੁਲਾਣਾ, ਇਹ ਸਾਡਾ ਵਿਆਹ ਖਰਾਬ ਕਰ ਦੂਗਾ, ਇਹ ਸਾਨੂੰ ਟੋਕਦਾ, ਇਹ ਸਾਨੂੰ ਬੋਲਦਾ ਹੈ। ਕਿਉਂਕਿ ਤੁਹਾਨੂੰ ਪਤਾ ਜੋ ਬੰਦੇ 'ਚ ਪਾਇਆ ਜਾਂਦਾ ਉਹੀ ਬਾਹਰ ਹੁੰਦਾ, ਜੋ ਬੰਦੇ ਦੇ ਅੰਦਰ ਹੁੰਦਾ ਉਹੀ ਬਾਹਰ ਆਣਾ ਹੈ। ਜੋ ਮੇਰੇ ਅੰਦਰ ਆ ਉਹ ਬਾਹਰ ਹੀ ਆਣਾ ਆ, ਠੀਕ ਹੈ ਨਾ। ਕਹਿਣ ਦਾ ਮਤਲਬ ਜੇ ਇੱਕ ਆਤਮਿਕ ਮਨੁੱਖ ਆ ਤੇ ਉਹ ਆਤਮਾ ਦੇ ਕੰਮਾਂ ਨੂੰ ਹੀ ਬਾਹਰ ਪ੍ਰਗਟ ਕਰੂਗਾ, ਸਰੀਰਕ ਕੰਮ ਨਹੀਂ ਪ੍ਰਗਟ ਹੋਣਗੇ ਉਹਦੇ ਵਿੱਚੋਂ। ਲੇਕਿਨ ਜਿਹੜਾ ਮਨੁੱਖ ਸਰੀਰਕ ਆ ਉਹ ਕਦੇ ਆਤਮਿਕ ਗੱਲਾਂ ਨੂੰ ਪ੍ਰਗਟ ਨਹੀਂ ਕਰ ਸਕਦਾ। ਉਹ ਢੋਂਗ ਕਰ ਸਕਦਾ ਆ ਲੇਕਿਨ ਪ੍ਰਗਟਾਵਾ ਨਹੀਂ ਕਰ ਸਕਦਾ ਉਸ ਚੀਜ਼ ਦਾ। ਇਸ ਕਰਕੇ ਜੀਵਨ ਦੀ ਰੋਟੀ ਖਾਓ, ਹਮੇਸ਼ਾ ਖੁਦਾ ਦੇ ਸੱਚੇ ਵਚਨ ਦੇ ਵਿੱਚ ਖਾਓ। ਕਦੇ ਵੀ ਤੁਸੀਂ ਉਸ ਵਚਨ ਚੋਂ ਨਹੀਂ ਖਾਣਾ ਜਿਹੜਾ ਝੂਠਾ ਵਚਨ ਆ, ਮਿਲਾਵਟੀ ਨਹੀਂ ਖਾਣਾ, ਪਾਣੀ 'ਚ ਰਿੰਨਿਆ ਹੋਇਆ ਵਚਨ ਨਹੀਂ ਖਾਣਾ, ਕਿਉਂਕਿ ਪੁਰਾਣਾ ਨਿਯਮ ਸਾਫ਼ ਪ੍ਰਭੂ ਨੇ ਇਸ ਚੀਜ਼ ਨੂੰ ਹਿਦਾਇਤ ਦਿੱਤੀ ਆ, ਪਾਣੀ 'ਚ ਰਿੰਨਿਆ ਹੋਇਆ ਨਹੀਂ ਖਾਣਾ। ਅੱਗ 'ਚ ਭੁੰਨਿਆ ਹੋਇਆ ਖਾਓ, ਕਿਉਂਕਿ ਅੱਗ 'ਚ ਭੁੰਨਿਆ ਹੋਇਆ ਖਾਓਗੇ ਤੇ ਤ੍ਰਿਪਤ ਹੋ ਜਾਓਗੇ। ਜਿੰਨੇ ਲੋਕ ਅੱਗ 'ਚ ਭੁੰਨਿਆ ਹੋਇਆ ਵਚਨ ਖਾਂਦੇ, ਉਹ ਸਭ ਦੇ ਸ਼ਬਦ ਕੀ ਅੱਜ ਤ੍ਰਿਪਤ ਹੋ ਰਹੇ ਆ। ਬਾਈਬਲ ਇਸ ਚੀਜ਼ ਨੂੰ ਸਾਫ਼ ਬਿਆਨ ਕਰਦੀ ਆ। ਯਹੂਨਾ ਕੱਢਾਂਗੇ 6:47, ਯਹੂਨਾ 6:47। ਯਹੂਨਾ 6:47, ਪਹਿਲਾਂ 35 ਤੋਂ ਪੜ੍ਹ ਲਾਂਗੇ ਆਪਾਂ। ਯਹੂਨਾ 6:35 ਪੜ੍ਹ ਲਾਂਗੇ ਪਹਿਲਾਂ। ਯੀਸ਼ੂ ਨੇ ਉਹਨਾਂ ਨੂੰ ਆਖਿਆ ਜੀਵਨ ਦੀ ਰੋਟੀ ਮੈਂ ਹਾਂ। ਹੁਣ ਜੇ ਅੱਜ ਰੋਟੀ ਤੇ ਗੱਲ ਹੋ ਰਹੀ ਹੈ ਤੇ ਪ੍ਰਭੂ ਯੀਸ਼ੂ ਮਸੀਹ ਕਹਿ ਰਿਹਾ ਜੀਵਨ ਦੀ ਰੋਟੀ ਮੈਂ ਹਾਂ। ਹੁਣ ਤੁਹਾਨੂੰ ਪਤਾ ਇਹੀ ਯੀਸ਼ੂ ਮਸੀਹ ਅਦਨ ਦੇ ਬਾਗ ਦੇ ਵਿੱਚ ਸੀਗਾ, ਜਿਹਨੂੰ ਕਿਹਾ ਸੀਗਾ ਜੀਵਨ ਦਾ ਵਰਕਸ਼, ਜੀਵਨ ਦਾ ਵਰਕਸ਼ ਯੀਸ਼ੂ ਮਸੀਹ ਸੀਗਾ। ਜਦੋਂ ਮੂਸਾ ਨੂੰ ਬਲਦੀ ਹੋਈ ਝਾੜੀ ਵਿੱਚ ਦਰਸ਼ਨ ਦਿੱਤਾ ਤੇ ਕਿਹਨੇ ਦਰਸ਼ਨ ਦਿੱਤਾ ਸੀ? ਯੀਸ਼ੂ ਮਸੀਹ ਨੇ ਦਰਸ਼ਨ ਦਿੱਤਾ ਸੀ। ਜਦੋਂ ਦਾਨੀਏਲ ਸ਼ੇਰਾਂ ਦੇ ਘੂਰਨੇ ਵਿੱਚ ਗਿਆ ਤੇ ਕੌਣ ਉਸ ਸਥਾਨ 'ਚ ਉਤਰ ਆਇਆ ਸੀ? ਇਹੀ ਯੀਸ਼ੂ ਮਸੀਹ ਉਸ ਸਥਾਨ 'ਚ ਉਤਰਿਆ। ਤੇ ਜਦੋਂ ਸ਼ਰਦਕ ਮੇਸ਼ਕ ਅਬਦਨਗੋ ਅੱਗ ਦੀ ਭੱਠੀ 'ਚ ਸੀ, ਉੱਥੇ ਕੌਣ ਉਤਰਿਆ ਸੀਗਾ? ਇਹੀ ਜੀਵਨ ਦਾ ਵਰਕਸ਼। ਇਹ ਉਹੀ ਜੀਵਨ ਦਾ ਵਰਕਸ਼ ਆ ਜਿਹੜਾ ਆਦਮ ਤੇ ਹਵਾ ਦੇ ਉਸ ਬਾਗ 'ਚ ਲੱਗਾ ਸੀਗਾ। ਇਹੀ ਵਰਕਸ਼ ਨੇ ਕੀ ਕੀਤਾ? ਇੱਕ ਦਿਨ ਦੇਹ ਲੈ ਲਈ, ਦੇਹਧਾਰੀ ਹੋ ਕੇ ਆ ਗਿਆ। ਜਦੋਂ ਇਹ ਦੇਹਧਾਰੀ ਹੋ ਕੇ ਆਏ ਤਾਂ ਲੋਕਾਂ ਨੇ ਨਫ਼ਰਤ ਕੀਤੀ ਇਹਦੇ ਨਾਲ। ਤੇ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, ਕਹਿੰਦਾ ਯੀਸ਼ੂ ਨੇ ਉਹਨਾਂ ਨੂੰ ਆਖਿਆ ਜੀਵਨ ਦੀ ਰੋਟੀ ਮੈਂ ਹਾਂ, ਜੋ ਮੇਰੇ ਕੋਲ ਆਉਂਦਾ ਹੈ ਉਹ ਮੁੱਲੋਂ ਭੁੱਖਾ ਨਾ ਹੋਵੇਗਾ
ਅਤੇ ਜੋ ਮੇਰੇ ਉੱਤੇ ਨਿਸ਼ਚਾ ਕਰਦਾ ਹੈ ਸੋ ਕਦੇ ਵੀ ਤਿਹਾਇਆ ਨਾ ਹੋਵੇਗਾ। ਪਰ ਮੈਂ ਤੁਹਾਨੂੰ ਆਖਿਆ ਸੀ ਜੋ ਤੁਸਾਂ ਮੈਨੂੰ ਡਿਠਾ ਹੈ ਤਾਂ ਵੀ ਨਿਸ਼ਚਾ ਨਹੀਂ ਕਰਦੇ। ਜੋ ਕੁਝ ਪਿਤਾ ਮੈਨੂੰ ਦਿੰਦਾ ਹੈ ਮੇਰੇ ਉੱਤੇ ਆਵੇਗਾ, ਮੇਰੇ ਕੋਲ ਆਵੇਗਾ, ਅਤੇ ਜੋ ਕੋਲ ਮੇਰੇ ਕੋਲ ਆਉਂਦਾ ਹੈ ਮੈਂ ਕਦੇ ਵੀ ਉਸ ਨੂੰ ਕੱਢ ਨਾ ਦਿਆਂਗਾ। ਕਹਿੰਦਾ ਜਿਹੜਾ ਮਨੁੱਖ ਮੇਰੇ ਕੋਲ ਆਉਂਦਾ ਮੈਂ ਉਹਨੂੰ ਕਦੇ ਕੱਢੂੰਗਾ ਨਹੀਂ, ਲੇਕਿਨ ਆਊਗਾ, ਆਉਣ ਤੋਂ ਪਹਿਲਾਂ ਸਫਾਈ ਕਰਾਉਣੀ ਪੈਣੀ ਹੈ। ਪ੍ਰਭੂ ਨੇ ਤੁਹਾਡੀ ਸਫਾਈ ਕਰਨੀ। ਜੇ ਤੁਸੀਂ ਕਹਿੰਦੇ ਨਾ ਵੀ ਅੱਜ ਮੈਂ ਪ੍ਰਭੂ ਦੇ ਵਿੱਚ ਆ ਗਿਆ, ਪ੍ਰਭੂ 'ਚ ਆ ਗਈ, ਅਸੀਂ ਬਹੁਤ ਆਤਮਿਕ ਆ, ਤੇ ਉਹ ਆਤਮਿਕ ਤੁਸੀਂ ਇਦਾਂ ਨਹੀਂ ਬਣ ਸਕਦੇ। ਪਹਿਲਾਂ ਤੁਹਾਨੂੰ ਰਗੜਾਈ ਕਰੂਗਾ ਉਹ ਚੰਗੀ ਤਰ੍ਹਾਂ, ਤੁਹਾਨੂੰ ਸੰਸਾਰ ਤੋਂ ਪਿੱਛੇ ਕਰ ਦੂਗਾ। ਸੰਸਾਰ 'ਚ ਤੁਹਾਡੀ ਗਿਣਤੀ ਨਹੀਂ ਹੋਣੀ, ਜਿੱਦਾਂ ਮੂਸਾ ਦੀ ਗਿਣਤੀ ਉਸ ਸੰਸਾਰ 'ਚ ਨਹੀਂ ਹੁੰਦੀ ਸੀਗੀ। ਮੂਸਾ ਨੂੰ ਅੱਡ ਕਰ ਦਿੱਤਾ, ਜਿੰਨਾ ਗਿਆਨ ਸੀ ਉਹਦਾ, ਵੱਡੇ ਉਹਨੇ ਵਧੀਆ ਸੋਹਣੇ ਸੁਨੱਖੇ ਕੱਪੜੇ ਪਾਉਂਦਾ, ਉਹਨੇ ਟ੍ਰੇਨਿੰਗ ਲਈ, ਸਭ ਕੁਝ ਕਿਹਾ, ਲੇਕਿਨ ਪ੍ਰਭੂ ਨੇ ਉਹਦੇ ਗਿਆਨ ਨੂੰ ਫੇਲ ਕਰ ਦਿੱਤਾ। ਉਹਨੂੰ ਕਹਿੰਦਾ ਡੰਡਾ ਚੱਕ ਤੇ ਜਾ ਮੇਰੇ ਲੋਕਾਂ ਨੂੰ ਕੱਢ ਕੇ ਲਿਆ। ਹੁਣ ਤੁਹਾਨੂੰ ਕੋਈ ਕਵੇ ਅੱਜ ਵੀ ਅਮਰੀਕਾ ਨੂੰ ਜਿੱਤਣਾ ਹੈ ਇੱਕ ਡੰਡੇ ਨਾਲ, ਕੋਈ ਅਮਰੀਕਾ ਜਿੰਨੀ ਵੱਡੀ ਕੰਟਰੀ ਹੈ, ਚਲੋ ਕੋਈ ਵੀ ਕੰਟਰੀ ਲਗਾ ਲਓ, ਇੱਕ ਬੰਦਾ ਡੰਡੇ ਨਾਲ ਜਿੱਤ ਸਕਦਾ? ਜਿਸ ਦੇਸ਼ ਕੋ ਵੱਡੀਆਂ ਵੱਡੀਆਂ ਮਿਜ਼ਾਈਲਾਂ ਹੋਣ, ਪਰਮਾਣੂ ਬੰਬ ਹੋਵੇ, ਇਸੇ ਤਰ੍ਹਾਂ ਉਸ ਸਮੇਂ ਸੀਗਾ। ਲੇਕਿਨ ਪ੍ਰਭੂ ਨੇ ਆਪਣੀ ਵੱਡੀ ਸਾਮਰਥ ਦੇ ਨਾਲ ਆਪਣੇ ਸੇਵਕ ਮੂਸਾ ਨੂੰ ਭੇਜਿਆ ਸੀਗਾ, ਕਹਿੰਦਾ ਜਾ ਮੇਰੀ ਪ੍ਰਜਾ ਨੂੰ ਕੱਢ ਕੇ ਲਿਆ। ਇਸੇ ਤਰ੍ਹਾਂ ਉਹਨੇ ਆਪਣਾ 7ਵਾਂ ਦੂਤ ਭੇਜਿਆ, ਕਹਿੰਦਾ ਜਾ ਮੇਰੀ ਪ੍ਰਜਾ ਨੂੰ ਮਿਸਰ ਦੇ ਵਿੱਚੋਂ, ਇਸ ਗੁਲਾਮੀ, ਇਸ ਬਾਬਲ ਦੇ ਦੇਸ਼ ਵਿੱਚੋਂ ਬਾਹਰ ਕੱਢ ਲਿਆ। ਤੇ ਜਦੋਂ ਨਬੀ ਦਾ ਸੰਦੇਸ਼ ਆਇਆ ਤੇ ਕੀ ਹੋਇਆ? ਲੋਕਾਂ ਦੀ ਅੱਖਾਂ 'ਚ ਸੁਰਮਾ ਪਿਆ, ਪਤਾ ਲੱਗ ਗਿਆ ਵੀ ਯਿਸੂ ਮਸੀਹ ਕੌਣ ਆ, ਅਸੀਂ ਕੌਣ ਆ। ਕੀ ਅਸੀਂ ਅੱਜ ਸਭ ਮਿਸਰ ਤੋਂ ਬਾਹਰ ਨਹੀਂ ਆਏ? ਅਸੀਂ ਬਾਹਰ ਆ ਕੇ ਅੱਜ ਅਸੀਂ ਉਪਾਸਨਾ ਕਰ ਰਹੇ ਹਾਂ। ਲੇਕਿਨ ਜਦੋਂ ਮੂਸਾ ਉਸ ਦੇਸ਼ ਵਿੱਚੋਂ ਆਇਆ, ਜਿੰਨੇ ਲੋਕ ਉਹਦੇ ਨਾਲ ਨਾਲ ਸੀਗੇ ਉਹਨਾਂ ਵਿੱਚੋਂ 2 ਹੀ ਸਥਾਨ 'ਚ ਗਏ। ਕਿਉਂ ਗਏ? ਕਿਉਂਕਿ ਉਹਨਾਂ ਨੇ ਵਚਨ ਨੂੰ ਪੂਰਾ ਕੀਤਾ। ਅੱਜ ਵੀ ਸੰਦੇਸ਼ 'ਚ ਤਾਂ ਬਹੁਤ ਲੋਕ ਆ ਗਏ ਆ, ਨਬੀ ਦੇ ਪਿੱਛੇ ਲੱਗ ਕੇ, ਨਬੀ ਦਾ ਸੰਦੇਸ਼ ਮੰਨ ਕੇ ਬਹੁਤ ਲੋਕ ਪਿੱਛੇ ਆ ਗਏ, ਲੇਕਿਨ ਜਿਹੜਾ ਵਚਨ ਨੂੰ ਪੂਰਾ ਕਰੇਗਾ ਰੈਪਚਰ 'ਚ ਉਹੀ ਜਾਵੇਗਾ। ਤੁਹਾਨੂੰ ਪਤਾ ਨਬੀ ਨੇ ਕਿਹਾ 10 ਲੱਖ ਦੇ ਵਿੱਚੋਂ ਇੱਕ, 10 ਲੱਖ 'ਚੋਂ ਇੱਕ। ਸੰਦੇਸ਼ 'ਚ ਤਾਂ ਲੱਖਾਂ ਲੱਖ ਲੋਕ ਆ, ਲੇਕਿਨ ਰੈਪਚਰ 'ਚ ਕਿਹੜਾ ਜਾਵੇਗਾ? ਇਸ ਕਰਕੇ ਮੈਂ ਤੁਹਾਡਾ ਭੁਲੇਖਾ ਕੱਢ ਦੇਣਾ ਚਾਹੁੰਦਾ। ਤੁਸੀਂ ਜਿੰਨਾ ਮਰਜ਼ੀ ਚਰਚ ਅਟੈਂਡ ਕਰੋ, ਜਿੰਨੀ ਮਰਜ਼ੀ ਪ੍ਰਾਰਥਨਾ ਕਰੋ, ਫਾਸਟਿੰਗ ਰੱਖੋ, ਦਾਨ ਦਸ਼ਮਾਨ ਦਿਓ, ਜੇ ਤੁਸੀਂ ਵਚਨ ਪੂਰਾ ਨਹੀਂ ਕਰਦੇ ਤੁਸੀਂ ਰੈਪਚਰ 'ਚ ਨਹੀਂ ਜਾ ਸਕਦੇ। ਇੱਥੇ ਮੈਂ ਟੋਪੀ ਨਹੀਂ ਪਾਉਂਗਾ ਕਿਸ ਨੂੰ। ਮੇਰੇ ਕੋਲ ਇੱਥੇ ਬੜੇ ਲੋਕ ਆਏ, ਬੜੇ ਭੱਜ ਗਏ ਇੱਥੋਂ ਦੀ, ਉਹ ਕਹਿੰਦੇ ਇਹ ਤਾਂ ਖਰਾ ਬੋਲਦਾ, ਲੇਕਿਨ ਮੈਂ ਤੁਹਾਨੂੰ ਦੱਸਿਆ ਮੈਂ ਰਿੰਨਿਆ ਹੋਇਆ, ਤੁਹਾਨੂੰ ਪਾਣੀ 'ਚ ਰਿੰਨਿਆ ਹੋਇਆ ਖਾਣਾ ਨਹੀਂ ਖਵਾਉਂਗਾ। ਮੈਂ ਤੁਹਾਨੂੰ ਉਹ ਖਾਣਾ ਖਵਾਉਂਗਾ ਜੋ ਪਵਿੱਤਰ ਆਤਮਾ ਨੇ ਕਿਹਾ ਆ ਭੁੰਨ ਕੇ ਦੇਣਾ ਹੈ। ਭੁੰਨ ਕੇ ਤੁਸੀਂ ਖਾਣਾ ਖਾਓਗੇ, ਕੱਚਾ ਖਾਣਾ ਨਹੀਂ ਮੈਂ ਖਵਾਉਣਾ। ਬਰਕਤਾਂ ਲੈ ਲਓ, ਚੰਗਿਆਈਆਂ ਲੈ ਲਓ ਤੇ ਜਾਓ, ਜੋ ਮਰਜ਼ੀ ਕਰੋ, ਇਹ ਕੰਮ ਨਹੀਂ ਇੱਥੇ। ਇੱਥੇ ਉਹ ਪ੍ਰਚਾਰ ਹੁੰਦਾ ਜੋ ਪਵਿੱਤਰ ਆਤਮਾ ਬੋਲਦਾ ਹੈ। ਇਸੇ ਤਰ੍ਹਾਂ ਮੂਸਾ ਦੇ ਨਾਲ ਜਦੋਂ ਯਹੋਸ਼ੂਆ ਤੇ ਕਲੇਬ ਨਾਲ ਨਾਲ ਚੱਲੇ ਤੇ ਉਸ ਦੇਸ਼ ਵਿੱਚ ਪਹੁੰਚੇ, ਲੇਕਿਨ ਬਾਕੀ ਸਾਰੇ ਮਾਰੇ ਗਏ। ਇਸੇ ਤਰ੍ਹਾਂ ਜੀ ਬਹੁਤ ਲੋਕ ਸੰਦੇਸ਼ 'ਚ ਆ। ਰੈਪਚਰ ਵਿੱਚ ਉਹੀ ਜਾਵੇਗਾ ਜਿਹੜਾ ਜੀਵਨ ਨੂੰ ਬਤੀਤ ਕਰੇਗਾ। ਰੈਪਚਰ ਕੋਈ ਮਜ਼ਾਕ ਨਹੀਂ ਹੈ ਵੀ ਬੰਦਾ ਕਹਿੰਦਾ ਰੈਪਚਰ ਹੋ ਜਾਊਗਾ। ਰੈਪਚਰ ਉਹਦਾ ਹੀ ਹੋਣਾ ਜਿਹੜਾ ਸੰਸਾਰ ਵੱਲ ਨਹੀਂ ਦੇਖਦਾ। ਸੰਸਾਰ ਵੱਲ ਨਾ ਦੇਖੋ, ਖੁਦਾ ਦੇ ਕੰਮਾਂ ਨੂੰ ਕਰੋ, ਹਮੇਸ਼ਾ ਉਹਦੇ ਕੰਮਾਂ ਨੂੰ ਪਹਿਲ ਦਿਓ। ਲੋਕੀ ਕੀ ਕਰਦੇ? ਸੰਸਾਰ ਨੂੰ ਪਹਿਲ ਦਿੰਦੇ ਆ। ਤੁਹਾਨੂੰ ਪਤਾ ਬਾਈਬਲ ਬਿਆਨ ਕਰਦੀ ਹੈ 7ਵਾਂ ਦਿਨ ਮੇਰੀ ਆਰਾਧਨਾ ਦਾ ਦਿਨ ਆ। ਉਹਦੀ ਆਰਾਧਨਾ ਕਰੋ 7ਵੇਂ ਦਿਨ ਆ ਕੇ, ਕਦੇ ਨਾਗਾ ਨਾ ਪਾਓ। ਜਦੋਂ ਕੋਈ ਦਿੱਕਤ ਪਰੇਸ਼ਾਨੀ ਪੈਂਦੀ ਕਿਸੇ ਮਨੁੱਖ ਦੇ ਉੱਪਰ, ਫਿਰ ਉਹ ਸੇਵਕਾਂ ਦੇ ਕੋਲ ਭੱਜਦੇ ਆ, ਉਹ ਕਹਿੰਦੇ ਪ੍ਰਭੂ ਸਾਡੇ ਵਾਸਤੇ ਰਾਸਤਾ ਖੋਲ, ਸਾਡੇ ਵਾਸਤੇ ਇਹ ਕਰੋ। ਕਿਉਂ ਨਾ ਪਹਿਲਾਂ ਹੀ ਸੰਬੰਧ ਬਣਾ ਲਿਆ ਜਾਵੇ। ਤੁਹਾਨੂੰ ਪਤਾ ਜਦੋਂ ਕੁੜੀ ਮੁੰਡੇ ਦਾ ਵਿਆਹ ਹੁੰਦਾ ਆ ਤੇ ਉਹ ਆਪਸ 'ਚ ਇਕੱਠੇ ਹੋਣ ਤੋਂ ਪਹਿਲਾਂ ਉਹਨਾਂ ਦੀ ਇੰਗੇਜਮੈਂਟ ਹੁੰਦੀ ਆ। ਡਾਇਰੈਕਟ ਨਹੀਂ ਇਕੱਠੇ ਹੋ ਜਾਂਦੇ ਆ, ਪਹਿਲਾਂ ਨਹੀਂ ਵਿਆਹ ਹੋ ਜਾਂਦਾ। ਸਭ ਤੋਂ ਪਹਿਲਾਂ ਉਹਨਾਂ ਦੀ ਕੁੜਮਾਈ ਹੁੰਦੀ ਆ, ਉਹਨਾਂ ਦੀ ਇੰਗੇਜਮੈਂਟ ਹੁੰਦੀ ਆ। ਇਸੇ ਤਰ੍ਹਾਂ ਇੰਗੇਜਮੈਂਟ ਕਰਾਉਂਦਾ ਕੌਣ? ਇੱਕ ਵਿਚੋਲਾ ਹੁੰਦਾ ਜਿਹੜਾ ਇੰਗੇਜਮੈਂਟ ਕਰਾਉਂਦਾ। ਇਸੇ ਤਰ੍ਹਾਂ ਪ੍ਰਭੂ ਨੇ ਆਪਣੀ ਦੁਲਹਨ ਨੂੰ ਵਿਆਹਣ ਤੋਂ ਪਹਿਲਾਂ, ਰੈਪਚਰ ਤੋਂ ਪਹਿਲਾਂ ਉਹਨੇ ਇੱਕ ਦੂਤ ਭੇਜਿਆ। ਉਹ ਦੂਤ ਨੇ ਹਦਾਇਤਾਂ ਦਿੱਤੀਆਂ, ਉਹਨੇ ਸੰਦੇਸ਼ ਦਿੱਤੇ। ਭਾਈ ਬ੍ਰੈਨਮ ਨੇ ਆ ਸਾਰੇ ਜਿਹੜੇ ਸੰਦੇਸ਼ ਭਾਈ ਬ੍ਰੈਨਮ ਨੇ ਦਿੱਤੇ, ਇਸ ਯੁੱਗ ਦੇ ਨਬੀ ਨੇ ਦਿੱਤੇ, ਉਹਨੇ ਸੰਦੇਸ਼ ਦਿੱਤੇ। ਇੰਨਾ ਸ਼ਿੰਗਾਰ ਕਰ ਤਾਂ ਤੇਰਾ ਦੁਲਹਾ ਤੈਨੂੰ ਲੈ ਕੇ ਜਾਵੇਗਾ। ਹੁਣ ਸ਼ਿੰਗਾਰ ਕੌਣ ਕਰ ਸਕਦਾ? ਸਿਰਫ ਦੁਲਹਨ ਸ਼ਿੰਗਾਰ ਕਰ ਸਕਦੀ। ਦਿਖਾਵਾ ਹਰ ਕੋਈ ਬੰਦਾ ਕਰ ਸਕਦਾ, ਮੈਂ ਵੀ ਦੁਲਹਨ, ਮੈਂ ਵੀ ਦੁਲਹਨ, ਮੈਂ ਵੀ ਉਠਾਈ ਜਾਊਂਗੀ, ਮੈਂ ਵੀ ਉਠਾਇਆ ਜਾਵਾਂਗਾ, ਲੇਕਿਨ ਉਠਾਇਆ ਉਹੀ ਜਾਵੇਗਾ ਜਿਨੇ ਸੰਦੇਸ਼ ਤੇ ਵਿਸ਼ਵਾਸ ਕਰਨਾ, ਇਹਦੇ ਉੱਪਰ ਚੱਲਣਾ, ਸ਼ਿੰਗਾਰ ਕਰਨਾ। ਹੁਣ ਸ਼ਿੰਗਾਰ ਤਾਂ ਉਹੀ ਕਰੂਗਾ ਜਿਹੜਾ ਜੀਵਨ ਦੀ ਰੋਟੀ ਖਾਊਗਾ। ਇਸ ਕਰਕੇ ਯਿਸੂ ਮਸੀਹ ਕਹਿੰਦਾ ਜੀਵਨ ਦੀ ਰੋਟੀ ਮੈਂ ਹਾਂ, ਜੋ ਮੇਰੇ ਕੋਲ ਆਉਂਦਾ ਹੈ ਕਦੇ ਵੀ ਕੱਢ ਨਾ ਦਿਆਂਗਾ। ਕਿਉਂ? ਮੈਂ ਸਵਰਗੋਂ ਉਤਰਿਆ ਹਾਂ ਇਸ ਲਈ ਨਹੀਂ ਜੋ ਆਪਣੀ ਮਰਜ਼ੀ, ਸਗੋਂ ਉਸ ਦੀ ਮਰਜ਼ੀ ਦੇ ਅਨੁਸਾਰ ਚੱਲਣਾ ਜਿਸ ਨੇ ਮੈਨੂੰ ਘੱਲਿਆ ਹੈ। ਉਪਰੰਤ ਯਹੂਦੀ ਉਸ ਉੱਤੇ ਬੜਵਾਉਣ ਲੱਗੇ ਅਤੇ ਉਸ ਨੂੰ ਇਹ ਆਖਿਆ, ਭਈ ਜਿਹੜੀ ਰੋਟੀ ਸਵਰਗੋਂ ਉਤਰੀ ਹੈ ਉਹ ਮੈਂ ਹੀ ਹਾਂ। ਅਤੇ ਉਹ ਬੋਲੇ ਭਲਾ ਇਹ ਯੂਸਫ ਦਾ ਪੁੱਤਰ ਨਹੀਂ?
ਹੁਣ ਉਹ ਧਰਤੀ ਵਿੱਚ ਇਹੀ ਜਿਹੜਾ ਅਦਨ ਦੇ ਬਾਗ 'ਚ ਖੜਾ ਸੀਗਾ ਮਨੁੱਖ ਬਣ ਕੇ ਆ ਗਿਆ। ਯਹੂਦੀ ਕਹਿੰਦੇ ਆ ਕੀ ਬੋਲੀ ਜਾਂਦਾ, ਜੀਵਨ ਦੀ ਰੋਟੀ ਮੈਂ ਆ। ਕਹਿੰਦੇ ਕੀ ਅਸੀਂ ਇਹਨੂੰ ਦੰਦੀਆਂ ਵੜ ਕੇ ਖਾਈਏ। ਹੁਣ ਲੋਕੀ ਸਰੀਰ ਨਾਲ ਸੋਚਣ ਲੱਗ ਗਏ। ਹੁਣ ਮੈਂ ਤੁਹਾਨੂੰ ਕਹਿ ਰਿਹਾ ਬਚਨ ਨੂੰ ਖਾਣਾ, ਹੁਣ ਤੁਸੀਂ ਬਾਈਬਲ ਫਾੜ ਕੇ ਥੋੜੀ ਪੰਨੇ ਖਾਓਗੇ। ਕਈ ਲੋਕ ਇਹੋ ਜਿਹੇ ਵੀ ਹੈਗੇ ਆ ਬੁੱਧੀਮਾਨ, ਉਹ ਕਹਿੰਦੇ ਬਾਈਬਲ ਪਾੜ ਕੇ ਖਾ ਲਈ ਜੀ, ਇਹਨੂੰ ਅੰਦਰ ਲੰਘਾ ਲਈ, ਇਹਦੇ ਅਨੁਸਾਰ ਜੀਵਨ ਜੀਣਾ ਤਾਂ ਤੁਸੀਂ ਬਚਨ ਨੂੰ ਖਾਣੇ ਹੋ। ਤੇ ਬਚਨ ਖਾਣਾ ਕਿੰਨਾ, ਅੱਗ ਦੇ ਨਾਲ ਭੁੰਨਿਆ ਹੋਇਆ। ਕਹਿਣ ਦਾ ਮਤਲਬ ਜਦੋਂ ਤੁਹਾਡੇ ਅੰਦਰ ਪਵਿੱਤਰ ਆਤਮਾ ਆ ਜਾਵੇਗਾ ਉਹ ਤੁਹਾਨੂੰ ਜੀਵਨ ਬਤੀਤ ਕਰਨਾ ਸਿਖਾਏਗਾ ਵੀ ਕਿੱਦਾਂ ਦਾ ਜੀਵਨ ਬਤੀਤ ਕਰਨਾ। ਤਾਂ ਹੀ ਮੈਂ ਕਹਿ ਰਿਹਾ ਵੀ ਸੰਸਾਰ ਦੀ ਰੋਟੀ ਵੀ ਆ ਤੇ ਪਰਮੇਸ਼ਵਰ ਦੀ ਰੋਟੀ ਵੀ। ਜੇ ਤੁਸੀਂ ਪਰਮੇਸ਼ਵਰ ਦੀ ਰੋਟੀ ਖਾਣੀ ਤਾਂ ਇਹਦੇ ਅਨੁਸਾਰ ਖਾਣੀ ਪੈਣੀ ਤੁਹਾਨੂੰ ਪਤਾ ਜਦੋਂ ਦੋ ਖਿਡਾਰੀ ਦੌੜਦੇ ਆ, ਦੌੜ ਦੇ ਵਿੱਚ ਉਹਨਾਂ ਦੇ ਨਿਯਮ ਕਾਨੂੰਨ ਹੁੰਦੇ ਆ ਵੀ ਲਾਈਨ ਤੋਂ ਬਾਹਰ ਨਹੀਂ ਜਾਣਾ, ਇੰਨੇ ਸਮੇਂ ਦੇ ਵਿੱਚ ਦੌੜ ਪੂਰੀ ਕਰਨੀ ਆ ਤਾਂ ਤੈਨੂੰ ਟਰੋਫੀ ਮਿਲਣੀ। ਇਸੇ ਤਰ੍ਹਾਂ ਖੁਦਾ ਦੇ ਵੀ ਨਿਯਮ ਤੇ ਕਾਨੂੰਨ ਆ। ਜੇ ਤੁਸੀਂ ਮਸੀਹ ਕਹਿੰਦੇ ਆਪਣੇ ਆਪ ਨੂੰ ਮਸੀਹ ਕਹਿਣ ਤੋਂ ਪਹਿਲਾਂ ਬਾਈਬਲ ਪੜ੍ਹਨੀ ਸ਼ੁਰੂ ਕਰ ਦਿਓ। ਜਿਹੜਾ ਬੰਦਾ ਬਾਈਬਲ ਨਹੀਂ ਪੜ੍ਹਦਾ ਉਹ ਬਾਈਬਲ ਪੜ੍ਹਨੀ ਸ਼ੁਰੂ ਕਰ ਦੇ। ਬਾਈਬਲ ਕੀ ਕਹਿੰਦੀ, ਤੁਹਾਡਾ ਜੀਵਨ ਮਸੀਹ ਕਿੱਦਾਂ ਦਾ ਤੁਹਾਡਾ ਮਸੀਹ ਜੀਵਨ ਹੋਣਾ ਚਾਹੀਦਾ, ਫਿਰ ਆਪਣੇ ਆਪ ਨੂੰ ਮਸੀਹ ਕਹੋ। ਅੱਜ ਬਹੁਤ ਲੋਕ ਕਹਿੰਦੇ ਅਸੀਂ ਮਸੀਹ, ਮਸੀਹ ਦਾ ਮਤਲਬ ਕੀ ਹੁੰਦਾ? ਮੈਂ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ, ਮਸੀਹ ਦਾ ਮਤਲਬ ਹੁੰਦਾ ਮਸਾ ਕੀਤਾ ਹੋਇਆ। ਸੰਸਾਰ ਤੋਂ ਮਰੇ ਹੋਏ ਹੋਣੇ ਤੁਸੀਂ ਚਾਹੀਦੇ, ਫਿਰ ਤੁਸੀਂ ਆਪਣੇ ਨੂੰ ਮਸੀਹ ਕਹਿ ਸਕਦੇ। ਅੱਜ ਲੋਕ ਕਹਿੰਦੇ ਅਸੀਂ ਐਂਡ ਟਾਈਮ ਮੈਸੇਜ ਦੇ ਵਿਸ਼ਵਾਸੀ ਆ, ਅਸੀਂ ਐਂਡ ਟਾਈਮ ਮੈਸੇਜ ਦੇ ਵਿਸ਼ਵਾਸੀ ਆ, ਸੰਦੇਸ਼ ਦੇ ਵਿੱਚ ਆ ਅਸੀਂ। ਸੰਦੇਸ਼ ਦੇ ਵਿੱਚ ਹੋਣਾ ਕਾਫੀ ਨਹੀਂ ਹੈ, ਸੰਦੇਸ਼ ਤੁਹਾਡੇ ਵਿੱਚ ਹੋਣਾ ਚਾਹੀਦਾ। ਇਹ ਸੰਦੇਸ਼ ਤੁਹਾਡੇ ਜੀਵਨ ਦੇ ਵਿੱਚੋਂ ਕਿਰਿਆਸ਼ੀਲ ਹੋਣਾ ਚਾਹੀਦਾ ਹੈ। ਫਿਰ ਪਤਾ ਲੱਗਦਾ ਵੀ ਤੁਸੀਂ ਜੀਵਨ ਦੀ ਰੋਟੀ ਖਾਧੀ ਆ। ਕਿਉਂਕਿ ਜਿਹੜੇ ਮਨੁੱਖ ਨੇ ਜੀਵਨ ਦੀ ਰੋਟੀ ਖਾਧੀ ਹੁੰਦੀ ਆ ਉਹਦੇ ਕੰਮਾਂ ਤੋਂ ਪ੍ਰਗਟ ਹੋ ਜਾਂਦਾ ਹੈ ਵੀ ਇਸ ਮਨੁੱਖ ਨੇ, ਇਸ ਭੈਣ ਭਾਈ ਨੇ ਜੀਵਨ ਦੀ ਰੋਟੀ ਖਾਧੀ ਆ। ਸੰਸਾਰ ਦੇ ਨਾਲ ਮਿੱਤਰਚਾਰਾ ਨਹੀਂ ਇਹਦਾ ਕੋਈ ਵੀ। ਪ੍ਰਭੂ ਨੇ ਇਹ ਥੋੜੀ ਕਿਹਾ ਤੁਸੀਂ ਸੰਸਾਰ 'ਚ ਨਹੀਂ ਜਾਣਾ, ਕਹਿੰਦਾ ਸੰਸਾਰ ਦੇ ਵਿੱਚ ਡੁਬਕੀ ਨਹੀਂ ਲਗਾਣੀ। ਰਹਿੰਦੇ ਤਾਂ ਅਸੀਂ ਸੰਸਾਰ 'ਚ ਹੀ ਆ, ਚੰਗੇ ਬੰਦੇ ਨੂੰ ਵੀ ਮਿਲਦੇ ਆ, ਮਾੜੇ ਬੰਦੇ ਨੂੰ ਵੀ ਅਸੀਂ ਮਿਲਦੇ ਆ। ਉਹਨੇ ਮਨਾ ਥੋੜੀ ਕੀਤਾ। ਭਾਈ ਬ੍ਰਹਮ ਨੇ ਇੱਕ ਸੰਦੇਸ਼ 'ਚ ਕਿਹਾ ਆ, ਕਹਿੰਦਾ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ ਹੋ, ਕੋਈ ਮਨਾਹੀ ਨਹੀਂ ਹੈ। ਤੁਸੀਂ ਗਲਤ ਬੰਦਿਆਂ ਨਾਲ ਵੀ ਬੈਠ ਸਕਦੇ ਹੋ ਜਾ ਕੇ, ਜਿੰਨਾ ਮਰਜ਼ੀ ਤੁਸੀਂ ਜਿੱਥੇ ਮਰਜ਼ੀ ਜਾਓ, ਵਿਆਹ ਸ਼ਾਦੀ ਜਾਓ, ਕਿਤੇ ਮਨਾ ਨਹੀਂ ਹੈ ਜਾਣਾ। ਕਹਿੰਦਾ ਜੇ ਤੁਸੀਂ ਆਤਮਿਕ ਹੋ ਤੇ ਤੁਹਾਡੇ ਅੰਦਰ ਆਤਮਾ ਦੇ ਫਲ ਹੀ ਪ੍ਰਗਟ ਹੋਣੇ ਜਿੱਥੇ ਮਰਜ਼ੀ ਜਾਓਗੇ। ਤੁਸੀਂ ਗਲਤ ਬੰਦੇ ਕੋ ਚਲ ਜਾਓ, ਚੁਗਲੀ ਕਰਨ ਵਾਲੇ ਬੰਦੇ ਕੋ ਬਹਿ ਜਾਓ, ਸ਼ਰਾਬੀ ਬੰਦੇ ਕੋ ਬਹਿ ਜਾਓ, ਜਿੱਥੇ ਮਰਜ਼ੀ ਚਲ ਜਾਓ, ਤੁਸੀਂ ਵਚਨ ਹੀ ਬੋਲੋਗੇ ਉਹਨੂੰ। ਤੁਸੀਂ ਕਦੇ ਨਹੀਂ ਕਹੋਗੇ ਵੀ ਹਾਂ ਤੂੰ ਜੋ ਕਰਦਾ ਸਹੀ ਕਰਦਾ, ਚਰਚ ਵੀ ਆ ਜਾ ਕਰ ਕਦੇ ਕਦੇ, ਆ ਵੀ ਕਰ ਲਿਆ ਕਰ, ਚਰਚ ਵੀ ਆ। ਤੁਸੀਂ ਨਹੀਂ ਕਹੋਗੇ, ਤੁਸੀਂ ਉਹੀ ਕਹੋਗੇ ਜੋ ਤੁਹਾਨੂੰ ਪਵਿੱਤਰ ਆਤਮਾ ਬੋਲੂਗਾ। ਇਸ ਕਰਕੇ ਨਬੀ ਕਹਿੰਦਾ ਤੁਸੀਂ ਜਿੱਥੇ ਵੀ ਜਾਂਦੇ ਆ ਤੁਸੀਂ ਆਤਮਿਕ ਰਹਿੰਦੇ ਆ। ਮਨਾ ਨਹੀਂ ਹੈ ਵੀ ਤੁਸੀਂ ਵਿਆਹ ਤੇ ਨਹੀਂ ਜਾ ਸਕਦੇ, ਉੱਥੇ ਡੀਜੇ ਲੱਗੇ ਤੁਸੀਂ ਵਿਆਹ ਤੇ ਨਹੀਂ ਜਾਣਾ, ਜਾ ਸਕਦੇ ਹੋ, ਜਾਓ, ਸ਼ਗਨ ਦੋ, ਵਾਪਸ ਆ ਜਾਓ ਆਪਣੇ ਘਰ। ਕਿਉਂਕਿ ਤੁਹਾਡੇ ਅੰਦਰ ਕੀ ਹੈ? ਜੀਵਨ ਦੀ ਰੋਟੀ। ਜੀਵਨ ਦੀ ਰੋਟੀ ਤੁਹਾਨੂੰ ਕੀ ਸਿਖਾਉਂਦੀ ਹੈ? ਪ੍ਰਭੂ ਯਿਸੂ ਮਸੀਹ ਦਾ ਵਚਨ ਤੁਹਾਨੂੰ ਸਿਖਾਉਂਦਾ ਦਾਇਰੇ ਦੇ ਅੰਦਰ ਰਹਿਣਾ। ਇਹ ਸੰਸਾਰ ਦੇ ਵਿੱਚ ਰਹਿਣਾ ਆ, ਵਚਨ ਦੇ ਦਾਇਰੇ ਵਿੱਚ ਰਹੋ। ਜਿੱਥੇ ਮਰਜ਼ੀ ਘੁੰਮੋ, ਕੋਈ ਮਨਾ ਨਹੀਂ ਹੈ, ਜਿੱਥੇ ਮਰਜ਼ੀ ਜਾਓ। ਲੇਕਿਨ ਇਹ ਥੋੜੀ ਹੁਣ ਸੰਸਾਰ ਦੇ ਵਿੱਚ ਸੰਸਾਰ ਜੋ ਕਰਦਾ ਤੁਸੀਂ ਕਹੋਗੇ ਮੈਂ ਵੀ ਇਹੀ ਕੰਮ ਕਰਨਾ। ਜੇ ਤੁਸੀਂ ਉਹ ਕੰਮ ਕਰਦੇ ਹੋ ਤਾਂ ਫਿਰ ਤੁਸੀਂ ਜੀਵਨ ਦੇ ਵ੍ਰਿਕਸ਼ ਤੋਂ ਨਹੀਂ ਖਾਧਾ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜਾ ਮਨੁੱਖ ਜੀਵਨ ਦੇ ਵ੍ਰਿਕਸ਼ ਤੋਂ ਖਾਧਾ ਹੋਇਆ ਹੁੰਦਾ ਆ ਉਹ ਕਦੇ ਗਲਤੀ ਨਹੀਂ ਕਰਦਾ। ਸਰੀਰ 'ਚ ਗਲਤੀ ਕਰ ਸਕਦਾ, ਆਤਮਾ 'ਚ ਗਲਤੀ ਨਹੀਂ ਕਰ ਸਕਦਾ। ਕਿਹੜੀ ਚੀਜ਼ ਸਾਬਤ ਕਰਦੀ ਵੀ ਇੱਕ ਮਨੁੱਖ ਭਲੇ ਬੁਰੇ ਦੇ ਵ੍ਰਿਕਸ਼ ਤੋਂ ਖਾਂਦਾ? ਉਹਦੇ ਕੰਮ ਪ੍ਰਗਟ ਕਰਦੇ ਆ। ਕਿਉਂਕਿ ਮੈਂ ਤੁਹਾਨੂੰ ਦੱਸਿਆ ਨਬੀ ਨੇ ਕਿਹਾ ਚਰਚ ਵਿੱਚ ਆ ਕੇ ਬੜੇ ਬੜੇ ਲੋਕ ਆਤਮਿਕ ਦਿਖਾਉਂਦੇ ਆਪਣੇ ਆਪ ਨੂੰ, ਉਸ ਚਿਹਰੇ ਇਦਾਂ ਦੇ ਬਣਾ ਲੈਂਦੇ, ਗੀਤ ਇਦਾਂ ਦੇ ਗਾਉਂਦੇ ਵੀ ਜਿੱਦਾਂ ਬਹੁਤ ਤਗੜੇ ਆਤਮਿਕ ਹੋਣ। ਇਹਨਾਂ ਵਰਗਾ ਤੇ ਸਵਰਗ 'ਚ ਵੀ ਨਹੀਂ ਹੋਣਾ ਕੋਈ। ਲੇਕਿਨ ਜਦੋਂ ਘਰਾਂ ਦੇ ਵਿੱਚ ਜਾਂਦੇ, ਚਰਚ ਤੋਂ ਬਾਹਰ ਜਾਂਦੇ ਆ, ਨਾਲ ਹੀ ਡਰਾਮਾ ਸ਼ੁਰੂ। ਕਿਉਂਕਿ ਨਬੀ ਨੇ ਕਿਹਾ ਐਕਟਰ ਹੁੰਦੇ ਇਹੋ ਜਿਹੇ ਲੋਕ। ਕਿਉਂਕਿ ਜਿਹੜਾ ਮੈਂ ਪਿਛਲੀ ਵਾਰ ਪ੍ਰਚਾਰ ਕੀਤਾ ਸੀ ਉਹ 'ਚ ਕਿਹਾ ਸੀ ਜਿਹੜੇ ਫਰੀਸੀ ਸੀ, ਨਬੀ ਨੇ ਕਿਹਾ ਫਰੀਸੀ ਦਾ ਮਤਲਬ ਹੁੰਦਾ ਇੱਕ ਐਕਟਰ ਜਿਹਨੇ ਯਿਸੂ ਮਸੀਹ ਨੂੰ ਆਪਣੇ ਘਰੇ ਬੁਲਾਇਆ ਸੀਗਾ। ਹੁਣ ਫਰੀਸੀ ਤੇ ਉਹ ਇਕੱਠੇ ਤਾਂ ਰਹਿੰਦੇ ਨਹੀਂ ਤੇ ਘਰੇ ਬੁਲਾਉਣ ਦਾ ਮਤਲਬ ਹੀ ਨਹੀਂ ਸੀਗਾ, ਲੇਕਿਨ ਉਹ ਇਨਸਲਟ ਕਰਨਾ ਚਾਹੁੰਦਾ ਸੀ ਫਰੀਸੀ ਯਿਸੂ ਮਸੀਹ ਦੇ, ਇਸ ਕਰਕੇ ਉਹਨੇ ਘਰੇ ਬੁਲਾਇਆ ਸੀਗਾ। ਹੁਣ ਦੇਖੋ ਨਬੀ ਕਹਿੰਦਾ ਬਹੁਤ ਲੋਕ ਐਕਟਿੰਗ ਕਰਦੇ ਆ ਕਿਉਂਕਿ ਉਹਨਾਂ ਨੇ ਜੀਵਨ ਦੀ ਰੋਟੀ ਨਹੀਂ ਖਾਧੀ, ਇਸ ਕਰਕੇ ਐਕਟਿੰਗ ਕਰਦੇ ਆ। ਜੀਵਨ ਦੀ ਰੋਟੀ ਖਾਧੀ ਹੋਵੇ ਤਾਂ ਇੱਕੋ ਜਿਹਾ ਰਹਿਣਗੇ ਹਮੇਸ਼ਾ, ਠੀਕ ਹੈ ਨਾ। ਹੁਣ ਜੀਵਨ ਦੀ ਰੋਟੀ ਜਿਹਨੇ ਨਹੀਂ ਖਾਧੀ ਐਕਟਿੰਗ ਕਰਦਾ। ਚਰਚ ਆਤਮਿਕ, ਚਰਚ ਤੋਂ ਬਾਹਰ ਜਦੋਂ ਨਿਕਲੇ ਨਾਲ ਹੀ ਬੋਲੀ ਵੀ ਚੇਂਜ ਹੋ ਜਾਂਦੀ ਆ, ਗਾਲਾਂ, ਲੜਾਈ ਝਗੜੇ, ਸਭ ਕੁਝ। ਆਤਮਾ ਦਾ ਕੋਈ ਫਲ ਹੀ ਨਹੀਂ ਦਿਖਦਾ। ਕਿੱਦਾਂ ਤੁਹਾਨੂੰ ਕੀ ਕਹੂਗਾ? ਤੁਹਾਨੂੰ ਪਤਾ ਸਭ ਤੋਂ ਪਹਿਲਾਂ ਇੱਕ ਮਨੁੱਖ ਨੂੰ ਘਰ ਦੇ ਵਿੱਚ ਆਤਮਿਕ ਬਣਨਾ ਜ਼ਰੂਰੀ ਹੈ। ਜੇ ਤੁਸੀਂ ਘਰ ਦੇ ਵਿੱਚ ਆਤਮਿਕ ਨਹੀਂ, ਲੋਕਾਂ ਸਾਹਮਣੇ ਕੀ ਬਣੋਗੇ? ਆਪਣੇ ਪਰਿਵਾਰ 'ਚ ਆਤਮਿਕ ਬਣੋ, ਆਪਣੇ ਬੱਚਿਆਂ ਦੇ ਸਾਹਮਣੇ ਆਤਮਿਕ ਬਣੋ। ਤੁਹਾਡੇ ਬੱਚਿਆਂ ਦੇ ਸਾਹਮਣੇ ਤੁਸੀਂ ਆਤਮਿਕ ਪਤਾ ਹੋਣਾ ਚਾਹੀਦਾ ਵੀ ਮੇਰੀ ਮੰਮੀ, ਤੁਹਾਡੇ ਬੱਚੇ ਨੂੰ ਪਤਾ ਹੋਣਾ ਮੇਰਾ ਪਾਪਾ ਪ੍ਰਾਰਥਨਾ ਕਰਦਾ, ਵਚਨ ਬੋਲਦਾ, ਮੈਨੂੰ ਵਚਨ ਦੇ ਅਨੁਸਾਰ ਡਾਂਟਦਾ 24 ਘੰਟੇ। ਕਿਉਂਕਿ ਇਹਦੇ ਅੰਦਰ ਕੀ ਹੈ? ਵਚਨ ਆ। ਇਹ ਤੁਸੀਂ ਕਹਿੰਦੇ ਕੋਈ ਗੱਲ ਨਹੀਂ, ਸੰਸਾਰ 'ਚ ਘੁੰਮਦਾ, ਅਗਲੇ ਸਾਲ ਤੋਬਾ ਕਰ ਲਈ, ਫਿਰ ਤੁਸੀਂ ਭਲੇ ਵ੍ਰਿਕਸ਼ ਤੋਂ ਖਾਧਾ, ਭਲੇ ਬੁਰੇ ਦੇ ਵ੍ਰਿਕਸ਼ ਤੋਂ ਖਾਧਾ ਤੇ ਬੱਚਿਆਂ ਨੂੰ ਵੀ ਭਲੇ ਬੁਰੇ ਦੇ ਵ੍ਰਿਕਸ਼ ਤੋਂ ਦੇ ਰਹੇ। ਇਹਦਾ ਮਤਲਬ ਜੀਵਨ ਦੀ ਰੋਟੀ ਤੁਸੀਂ ਖਾਧੀ। ਜਿਹੜਾ ਬੰਦਾ ਜੀਵਨ ਦੀ ਰੋਟੀ ਖਾਂਦਾ ਉਹ ਆਪ ਵੀ ਬਚਦਾ, ਦੂਜਿਆਂ ਨੂੰ ਵੀ ਬਚਾਉਂਦਾ ਹੈ।
ਤੁਹਾਨੂੰ ਪਤਾ ਜਿਹੜਾ ਬੰਦਾ ਸੱਚਾ ਹੁੰਦਾ ਉਹ ਸੱਚ ਹੀ ਬੋਲਦਾ, ਉਹ ਕਦੇ ਝੂਠ ਨਹੀਂ ਬੋਲਦਾ। ਉਹਨੂੰ ਜਿਹਨੇ ਮਰਜ਼ੀ ਪੈਸੇ ਦੇ ਦਿਓ, ਉਹਨੇ ਕਹਿਣਾ ਮੈਂ ਜੋ ਬੋਲੂੰਗਾ ਸੱਚ ਬੋਲੂੰਗਾ। ਤੇ ਸੱਚ ਕੀ ਆ? ਸੱਚ ਜੋ ਨਬੀ ਨੇ ਮੂੰਹ ਚੋਂ ਕੱਢਿਆ ਸਭ ਸੱਚ ਹੈ। ਨਬੀ ਦਾ ਸੰਦੇਸ਼ ਹੀ ਸੱਚ ਹੈ। ਇਸ ਕਰਕੇ ਹਮੇਸ਼ਾ ਵਚਨ ਦੇ ਅਨੁਸਾਰ ਜੀਵਨ ਬਤੀਤ ਕਰੋ, ਲੋਕਾਂ ਸਾਹਮਣੇ ਨਮੂਨਾ ਪੇਸ਼ ਕਰੋ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਤੁਸੀਂ ਉਹਦਾ ਵਚਨ ਖਾਂਦੇ ਆ। ਕਿਉਂਕਿ ਯਿਸੂ ਮਸੀਹ ਨੇ ਕਿਹਾ ਨਾ, ਜੀਵਨ ਦੀ ਰੋਟੀ ਮੈਂ। ਜੀਵਨ ਦੀ ਰੋਟੀ ਆ ਬਾਈਬਲ ਆ ਬਾਈਬਲ, ਆ ਵਚਨ ਆ ਜੀਵਨ ਦੀ ਰੋਟੀ। ਇਹਨੂੰ ਖਾਣਾ, ਜੇ ਇਹਨੂੰ ਖਾਣਾ ਆ ਤੇ ਇਹ ਤੁਹਾਡੇ ਅੰਦਰੋਂ ਪ੍ਰਗਟ ਵੀ ਤਾਂ ਹੋਵੇ। ਹੁਣ ਤੁਸੀਂ ਖਾਂਦੇ ਨਾ, ਫਲ ਫਰੂਟ ਖਾਂਦੇ ਹੋ, ਫਲ ਫਰੂਟ ਖਾਂਦੇ ਆ, ਡਰਾਈ ਫਰੂਟ ਖਾਂਦੇ, ਵੀ ਤੁਹਾਡੇ ਚਿਹਰੇ ਤੇ ਗਲੋ ਰਵੇ, ਤੁਹਾਡੀ ਸਿਹਤ ਵਧੀਆ ਰਵੇ, ਲੋਕਾਂ ਨੂੰ ਪਤਾ ਲੱਗਦਾ ਖਾਂਦੇ ਪੀਂਦੇ ਘਰ ਦੀ ਭੈਣ ਆ, ਖਾਂਦੇ ਪੀਂਦੇ ਘਰ ਦਾ ਭਾਈ ਆ, ਬੜਾ ਮੋਟਾ ਹੱਟਾ ਕੱਟਾ ਆ, ਦੁਬਲਾ ਪਤਲਾ ਨਹੀਂ ਆ। ਇਸੇ ਤਰ੍ਹਾਂ ਪਤਾ ਹੋਣਾ ਚਾਹੀਦਾ ਸ਼ੈਤਾਨ ਨੂੰ ਵੀ ਤੁਸੀਂ ਖਾਂਦੇ ਪੀਂਦੇ ਕਰਦੇ ਹੋ, ਤੁਸੀਂ ਖੁਦਾ ਦਾ ਖਾਲਸ ਵਚਨ ਖਾਂਦੇ ਹੋ। ਸ਼ੈਤਾਨ ਨੂੰ ਪਤਾ ਹੋਣਾ ਚਾਹੀਦਾ। ਜਦੋਂ ਸ਼ੈਤਾਨ ਤੁਹਾਡੇ ਕੋਲ ਆਊਗਾ ਤੇ ਕਹਿਣਾ ਨਾ ਜੀ ਨਾ, ਇਸ ਬੰਦੇ ਦੇ ਕੋਲ ਨਹੀਂ ਜਾਣਾ, ਇਹਨੇ ਮੇਰੀ ਧੌਣ ਮਰੋੜ ਦੇਣੀ ਆ। ਹੁਣ ਪਤਾ ਸ਼ੈਤਾਨ ਨੂੰ ਵੀ ਤੁਸੀਂ, ਤੁਹਾਡੇ ਅੰਦਰ ਹੈ ਹੀ ਨਹੀਂ ਕੋਈ, ਤੁਸੀਂ ਖਾਂਦੇ ਸੰਸਾਰ ਤੋਂ। ਉਹਨੂੰ ਪਤਾ ਹੈ ਵੀ ਇਹਦੀ ਹੱਡੀਆਂ 'ਚ ਜ਼ੋਰ ਨਹੀਂ ਹੈ, ਇਹਦੇ ਅੰਦਰ ਤਾਕਤ ਨਹੀਂ ਆ, ਮੈਂ ਜਾ ਕੇ ਇਹਨੂੰ ਢਾ ਦੂੰਗਾ। ਜੇ ਮਾੜੀ ਜਿਹੀ ਮੁਸੀਬਤ ਪੈਦਾ ਕੀਤੀ, ਇਹਨੇ ਕਹਿਣਾ ਮੈਂ ਪਰਮੇਸ਼ਵਰ ਨੂੰ ਕੀ, ਮੈਂ ਤਾਂ ਪਰਮੇਸ਼ਵਰ ਦੇ ਬੰਦੇ ਕੋਲ ਵੀ ਨਹੀਂ ਜਾਣਾ। ਲੇਕਿਨ ਜਿਹੜੇ ਬੰਦੇ ਵਚਨ ਦੀ ਰੋਟੀ ਖਾਂਦੇ, ਉਹ ਐਂ ਖੜੇ ਰਹਿੰਦੇ ਆਕੜ ਕੇ। ਉਹ ਕਹਿੰਦੇ ਮੈਂ ਨਹੀਂ ਡਰਦਾ ਸ਼ੈਤਾਨ ਤੋਂ, ਮੈਂ ਨਹੀਂ ਡਰਦਾ ਮੁਸੀਬਤਾਂ ਤੋਂ। ਇਸ ਕਰਕੇ ਕਿਹੜੀ ਰੋਟੀ ਖਾਣੀ? ਜੀਵਨ ਦੀ ਰੋਟੀ ਖਾਓ। ਪ੍ਰਭੂ ਯਿਸੂ ਮਸੀਹ ਕਹਿੰਦਾ ਜੇ ਤੁਸੀਂ ਮਰ ਵੀ ਜਾਓਗੇ ਤਾਂ ਚਿੰਤਾ ਨਾ ਕਰੋ, ਇੱਕ ਦਿਨ ਫਿਰ ਮੈਂ ਤੁਹਾਨੂੰ ਜਿਉਂਦਾ ਖੜਾ ਕਰ ਦੂੰਗਾ। ਜੇ ਅੱਜ ਸੰਦੇਸ਼ ਦੇ ਵਿੱਚ ਕੋਈ ਬੰਦਾ ਹੈਗਾ ਆ, ਰੈਪਚਰ ਨੂੰ ਸਮਾਂ ਲੱਗ ਜਾਵੇ, ਜੇ ਕੋਈ ਬੰਦਾ ਸੌਂ ਵੀ ਜਾਂਦਾ ਭੈਣ ਭਾਈ, ਤੇ ਉਹਨੂੰ ਡਰਨ ਦੀ ਲੋੜ ਨਹੀਂ ਆ, ਉਹ ਸੇਫ ਹੋ ਗਿਆ। ਲੇਕਿਨ ਸੇਫਟੀ 'ਚ ਕਿਹੜੇ ਲੋਕ ਨੇ? ਜਿਹੜੇ ਸੰਸਾਰ ਤੋਂ ਖਾਂਦੇ ਲੋਕ ਸੇਫਟੀ 'ਚ ਨਹੀਂ ਆ, ਕਿਉਂਕਿ ਉਹਨੇ ਭੋਜਨ ਹੀ ਗਲਤ ਖਾਦਾ ਹੈ। ਹੁਣ ਜੇ ਤੁਸੀਂ ਭੋਜਨ ਹੀ ਗਲਤ ਖਾ ਲਿਆ ਤੇ ਅਸਰ ਵੀ ਤਾਂ ਗਲਤ ਹੀ ਹੋਵੇ। ਹੁਣ ਜੇ ਤੁਸੀਂ ਨਬੀ ਦਾ ਸੰਦੇਸ਼ ਖਾ ਰਹੇ ਹੋ, ਸੱਚਾ ਭੋਜਨ ਖਾ ਰਹੇ ਹੋ, ਤੇ ਮੈਂ ਪੱਕਾ ਤੁਹਾਡੇ ਨਾਲ ਦਾਵਾ ਕਰਦਾ ਇਸ ਚੀਜ਼ ਦਾ, ਕਿਉਂਕਿ ਭਾਈ ਬ੍ਰੈਨਮ ਨੇ ਕਿਹਾ ਜੇ ਸੰਤ ਪੌਲੁਸ ਦੇ ਲੋਕ ਰੈਪਚਰ ਵਿੱਚ ਗਏ ਤੇ ਮੇਰੇ ਵੀ ਜਾਣਗੇ। ਜੇ ਸੰਤ ਭਾਈ ਬ੍ਰੈਨਮ ਦੇ ਲੋਕ ਗਏ ਤੇ ਕੀ ਮੇਰੀ ਕਲੀਸਿਆ ਦੇ ਲੋਕ ਨਹੀਂ ਜਾਣਗੇ? ਕਿਉਂਕਿ ਜੋ ਸੰਤ ਪੌਲੁਸ ਪ੍ਰਚਾਰਦਾ ਸੀਗਾ ਉਹੀ ਭਾਈ ਬ੍ਰੈਨਮ ਨੇ ਪ੍ਰਚਾਰਿਆ, ਜੋ ਭਾਈ ਬ੍ਰੈਨਮ ਪ੍ਰਚਾਰਦਾ ਸੀ ਉਹੀ ਮੈਂ ਸਥਾਨ 'ਚ ਪ੍ਰਚਾਰਨਾ ਹੈ। ਬਾਈਬਲ ਤੋਂ ਬਾਹਰ ਮੈਂ ਕੁਝ ਨਹੀਂ ਬੋਲਦਾ। ਜੋ ਪ੍ਰਚਾਰਦਾ, ਨਬੀ ਦਾ ਸੰਦੇਸ਼ ਪ੍ਰਚਾਰਦਾ। ਪਾਣੀ 'ਚ ਰਿੰਨਿਆ ਹੋਇਆ ਨਹੀਂ ਤੁਹਾਨੂੰ ਖਵਾਉਂਦਾ ਮੈਂ, ਵੀ ਕੋਈ ਕਵੇ ਪਾਣੀ 'ਚ ਰਿੰਨਿਆ ਹੋਇਆ ਭਾਈ ਖਵਾ ਰਿਹਾ ਹੈ ਵੀ ਜੋ ਮਰਜ਼ੀ ਕਰੋ। ਇੱਥੇ ਡਾਂਗ ਚੱਲਦੀ ਆ, ਇੱਥੇ ਸੋਟਾ ਰੱਖਿਆ ਆ, ਕਿਸ ਦਾ ਕੋਈ ਲਿਹਾਜ਼ ਨਹੀਂ। ਮੈਂ ਤਾਂ ਆਪਣੇ ਬੱਚਿਆਂ ਦਾ ਲਿਹਾਜ਼ ਨਹੀਂ ਲੈਂਦਾ, ਆਪਣੀ ਪਤਨੀ ਦਾ ਲਿਹਾਜ਼ ਨਹੀਂ ਲੈਂਦਾ, ਮੈਂ ਆਪਣੇ ਆਪ ਦਾ ਵੀ ਲਿਹਾਜ਼ ਨਹੀਂ ਲੈਂਦਾ। ਉਹਨੇ ਕਿਹਾ ਜੇ ਮੈਂ ਮਰਿਆ ਤਾਂ ਤੁਸੀਂ ਵੀ ਮਰੋ, ਤੇ ਜੇ ਮੈਂ ਸੰਸਾਰ ਤੋਂ ਮਰਿਆ, ਜਿੰਨੇ ਲੋਕ ਆਣਗੇ ਮੈਂ ਉਹਨਾਂ ਨੂੰ ਵੀ ਮਾਰ ਦੂੰਗਾ। ਇਹ ਨਹੀਂ ਵੀ ਉੱਠੂਗਾ ਮੈਂ ਫਿਰ ਮਾਰ ਦੂੰਗਾ ਉਹਨੂੰ। ਮਾਰਦਾ ਕੋਣਾ ਵਚਨ ਤੇ ਜਵਾਲ ਦਾ ਵੀ ਵਚਨ ਆ। ਸੰਸਾਰ ਦੇ ਲਈ ਆਪਣੇ ਆਪ ਨੂੰ ਮਾਰੋ। ਉਹ ਕਹਿੰਦਾ ਜੋ ਕੋਈ ਮੇਰੇ ਲਈ ਆਪਣੇ ਪ੍ਰਾਣਾਂ ਨੂੰ ਗਵਾਵੇਗਾ ਉਹ ਅਨੰਤ ਜੀਵਨ ਪਾਵੇਗਾ। ਛੱਡ ਦੋ ਸੰਸਾਰ ਨੂੰ। ਕਿੰਨੇ ਸਾਲ ਦੀ ਜ਼ਿੰਦਗੀ? 70 ਸਾਲ, 80 ਸਾਲ, 100 ਸਾਲ, ਇੱਕ ਦਿਨ ਮਰਨਾ ਆ। ਤੁਹਾਨੂੰ ਪਤਾ ਨਬੀ ਨੇ ਕਿਹਾ ਤੁਹਾਡਾ ਜਿੰਨਾ ਕੱਦ ਆ ਉਹਨੇ ਫੁੱਟ ਮਿੱਟੀ ਪੁੱਟ ਦਿੱਤੀ ਜਾਂਦੀ ਨੀਚੇ, ਤੁਹਾਨੂੰ ਕਬਰ 'ਚ ਦੱਬ ਦਿੱਤਾ ਜਾਂਦਾ। ਤੇ ਸਭ ਤੋਂ ਪਹਿਲਾਂ ਨਬੀ ਨੇ ਕਿਹਾ ਜਦੋਂ ਬੰਦਾ ਮਰਦਾ ਆ ਤੇ ਸਭ ਤੋਂ ਪਹਿਲਾਂ ਉਹਦਾ ਨੱਕ ਦੀ ਹੱਡੀ ਨੂੰ ਖਾ ਜਾਂਦਾ ਸ਼ੈਤਾਨ। ਉਹ ਆ ਕੇ ਕੀੜਾ, ਜਿਹੜੇ ਜ਼ਮੀਨ 'ਚ ਕੀੜੇ ਹੁੰਦੇ ਸਭ ਤੋਂ ਨਾਜ਼ੁਕ ਹੁੰਦੀ ਨਾ ਬੜੀ ਚੀਜ਼, ਇਸ ਚੀਜ਼ ਨੂੰ ਖਤਮ ਕਰ ਦਿੰਦਾ ਸ਼ੈਤਾਨ। ਉਹ ਆ ਕੇ ਕੀੜਾ ਖਤਮ ਕਰ ਦਿੰਦਾ ਜਿਹੜਾ ਧਰਤੀ 'ਚ ਹੁੰਦਾ। ਹੌਲੀ ਹੌਲੀ ਪੂਰਾ ਸਰੀਰ ਉਹਦਾ ਖਾ ਜਾਂਦਾ ਹੈ। ਲੇਕਿਨ ਖੁਦਾ ਨੇ ਵਾਅਦਾ ਕੀਤਾ ਹੈ ਜੇ ਤੁਸੀਂ ਮੇਰੇ ਵਿੱਚ ਚੱਲੋਗੇ ਤੁਹਾਡਾ ਸਰੀਰ ਇੱਕ ਦਿਨ ਫਿਰ ਖੜਾ ਕਰ ਦੂੰਗਾ, ਤੁਸੀਂ ਰੈਪਚਰ 'ਚ ਜਾਓਗੇ। ਜੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਖੁਦਾਵੰਦ ਦੇ ਰਾਜ ਵਿੱਚ ਜਾਓ, ਠੀਕ ਹੈ ਨਾ, ਉਸ ਮਿੱਟੀ 'ਚ ਨਾ ਦਫਨ ਹੋਏ, ਤੁਸੀਂ ਜਿੰਦੇ ਉਠਾਣਾ ਚਾਹੁੰਦੇ ਹੋ ਵੀ ਮੈਂ ਜਿਉਂਦਾ ਹੀ ਖੁਦਾ ਦੇ ਰਾਜ 'ਚ ਜਾਵਾਂ, ਤੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰੋ ਜੀਵਨ ਬਤੀਤ ਵਚਨ ਦੇ ਅਨੁਸਾਰ। ਕਿੱਦਾਂ ਖੁਦਾ ਨਹੀਂ ਕੰਮ ਕਰਦਾ? ਲੋਕ ਕਹਿੰਦੇ ਮੇਰੇ ਘਰ 'ਚ ਬਹਾਲੀ ਨਹੀਂ ਹੁੰਦੀ, ਮੇਰੇ ਜੀਵਨ 'ਚ, ਮੇਰੇ ਪਰਿਵਾਰ 'ਚ ਬਹਾਲੀ ਨਹੀਂ ਹੁੰਦੀ। ਕਿਉਂ ਨਹੀਂ ਬਹਾਲੀ ਹੁੰਦੀ? ਇਹਦੀ ਵਜ੍ਹਾ ਇਹ ਆ ਤੁਸੀਂ ਜੀਵਨ ਦੀ ਰੋਟੀ ਤਾਂ ਖਾਂਦੇ ਹੀ ਨਹੀਂ। ਜੀਵਨ ਦੀ ਰੋਟੀ ਨੂੰ ਸੁਣਨਾ ਕਾਫੀ ਨਹੀਂ ਹੈ। ਅੱਜ ਤੁਸੀਂ ਸੁਣ ਰਹੇ ਹੋ ਇਸ ਨੂੰ, ਇਹਨੂੰ ਖਾਣਾ ਵੀ ਹੈ। ਜੋ ਮੈਂ ਤੁਹਾਨੂੰ ਕਿਹਾ ਬਾਈਬਲ 'ਚੋਂ ਪੜ੍ਹੋ, ਜਾ ਕੇ ਨੋਟ ਕਰ ਲਓ। ਤਾਂ ਬਾਈਬਲ 'ਚੋਂ ਪੜ੍ਹੋ, ਦੇਖੋ ਸਾਡੇ ਨਬੀ ਨੇ ਕਿੱਦਾਂ ਜੀਵਨ ਬਤੀਤ ਕਰਦਾ, ਸਾਡੇ ਪ੍ਰਭੂ ਯਿਸੂ ਮਸੀਹ ਨੇ ਕਿੱਦਾਂ ਜੀਵਨ ਬਤੀਤ ਕੀਤਾ ਸੀਗਾ। ਤੁਹਾਨੂੰ ਪਤਾ ਪ੍ਰਭੂ ਯਿਸੂ ਮਸੀਹ ਕੋਲ ਬਹੁਤ ਜ਼ਿਆਦਾ ਕੱਪੜੇ ਨਹੀਂ ਸੀ ਵੀ ਲੋਕਾਂ ਨੂੰ ਦਿਖਾਵਾ ਕਰਦਾ ਸੀ। ਉਹੀ ਗੰਦੇ ਕੱਪੜੇ ਪਾ ਕੇ ਪ੍ਰਚਾਰ ਕਰਦਾ ਸੀ। ਉਹਨੇ ਨਹੀਂ ਕਿਹਾ ਵੀ ਪਹਿਲਾਂ ਮੈਂ ਇਦਾਂ ਕਰ ਲਾਂ, ਜਾਂ ਮੈਂ ਪਹਿਲਾਂ ਉਹ ਕਰ ਲਾਂ, ਮੈਂ ਵੱਡੀਆਂ ਜੁੱਤੀ ਲਿਆਵਾਂ, ਵੱਡੇ ਕੱਪੜੇ ਲਾਵਾਂ। ਸਾਡੇ ਯੁੱਗ ਦੇ ਨਬੀ ਨੇ ਵੀ ਨਹੀਂ ਕੱਪੜਿਆਂ ਵੱਲ ਦੇਖਿਆ। ਉਹ ਜਿੱਦਾਂ ਦੇ ਕੱਪੜੇ ਹੁੰਦੇ ਸੀ ਉਦਾਂ ਦੇ ਕੱਪੜੇ ਪਾ ਕੇ ਚੱਲ ਜਾਂਦਾ ਸੀਗਾ ਜਗ੍ਹਾ ਤੇ ਪ੍ਰਚਾਰ ਕਰਨ। ਇੰਨਾ ਜੀਵਨ ਸੀਗਾ ਉਹਨਾਂ ਦਾ, ਤੇ ਪ੍ਰਤੀਫਲ ਵੀ ਤਾਂ ਉਹਨਾਂ ਲੋਕਾਂ ਨੇ ਪਾਇਆ। ਜਿਹੜਾ ਬੰਦਾ ਖੁਦਾ ਦੇ ਵਿੱਚ ਜੀਵਨ ਵਧੀਆ ਬਤੀਤ ਕਰੂਗਾ, ਭਾਵੇਂ ਸੰਸਾਰ ਤੁਹਾਨੂੰ ਜੋ ਮਰਜ਼ੀ ਕਵੇ, ਤੁਹਾਨੂੰ ਗਰੀਬ ਕਵੇ, ਤੁਹਾਨੂੰ ਕਵੇ ਇਹਨਾਂ ਲੋਕਾਂ ਨੂੰ ਜੀਣਾ ਨਹੀਂ ਆਉਂਦਾ, ਉਹਨਾਂ ਵੱਲ ਨਾ ਦੇਖੋ। ਕਿਉਂਕਿ ਸੰਸਾਰ ਕੀ ਆ? ਪਾਣੀ ਆ। ਪਾਣੀ ਵਿੱਚ ਜੋ ਜਾਨਵਰ ਹੈ ਇਹਨਾਂ ਵੱਲ ਨਾ ਦੇਖੋ, ਇਹ ਸਭ ਜਾਨਵਰ ਆ। ਜਿੰਨੇ ਇਹ ਚੀਜ਼ਾਂ ਨੇ ਸਭ ਗੰਦਗੀ ਆ। ਇਹਨਾਂ ਚੀਜ਼ਾਂ ਵੱਲ ਨਾ ਦੇਖੋ। ਦੇਖਣਾ ਤੇ ਖੁਦਾ ਦੇ ਵਚਨ ਵੱਲ ਦੇਖੋ, ਤਾਂ ਤੁਸੀਂ ਰੈਪਚਰ 'ਚ ਜਾਓਗੇ। ਰੈਪਚਰ ਕੋਈ ਮਜ਼ਾਕ ਥੋੜੀ। ਲੋਕਾਂ ਨੇ ਵਚਨ ਨੂੰ ਮਜ਼ਾਕ ਬਣਾ ਲਿਆ। ਸੰਦੇਸ਼ ਵਿੱਚ ਆ ਕੇ ਲੋਕਾਂ ਦੇ ਜੀਵਨ ਗਲਤ ਆ। ਸੰਦੇਸ਼ ਵਾਲੇ ਲੋਕ ਫਿਲਮਾਂ ਦੇ ਗਾਣੇ ਦੇਖਦੇ ਆ, ਗਾਲਾਂ ਕੱਢਦੇ, ਸ਼ਰਾਬ ਪੀਂਦੇ ਆ, ਵਿਭਚਾਰੀਆਂ ਕਰਦੇ ਆ,
ਗਲਤ ਕੰਮ ਕਰਦੇ ਸੰਦੇਸ਼ ਵਾਲੇ ਲੋਕ। ਜੇ ਸੰਦੇਸ਼ ਵਾਲੇ ਤੁਸੀਂ ਨਮੂਨਾ ਹੀ ਨਹੀਂ ਕਿਸੇ ਲਈ ਬਣ ਰਹੇ ਤੇ ਫਿਰ ਤਾਂ ਠੋਕਰ ਦਾ ਕਾਰਨ ਆ ਲੋਕ। ਸੰਦੇਸ਼ ਵਾਲੇ ਭੈਣ ਭਾਈ ਇੱਕ ਦੂਜੇ ਲੱਤਾਂ ਖਿੱਚਦੇ ਆ, ਉਹ ਕਹਿੰਦੇ ਇਹ ਉੱਪਰ ਨਾ ਵੱਜ ਜਾਵੇ। ਕਿਉਂ? ਖੁਦਾ ਨੇ ਕਿਹਾ ਲੱਤ ਖਿੱਚੋ। ਖੁਦਾ ਕਹਿੰਦਾ ਉਹਨੂੰ ਹੱਥ ਫੜ ਕੇ ਉਹਨੂੰ ਅੱਗੇ ਵਧਾ, ਜੇ ਤੇਰਾ ਭਾਈ ਹੈ। ਉਹਨੇ ਪਤਰਸ ਨੂੰ ਕੀ ਕਿਹਾ ਸੀਗਾ? ਪਤਰਸ ਨੂੰ ਕਿਹਾ ਸੀਗਾ, ਕਹਿੰਦਾ ਜਦੋਂ ਤੂੰ ਆਪਣੀ ਸੁਰਤ ਵਿੱਚ ਆਵੇਂ, ਜਦੋਂ ਪਵਿੱਤਰ ਆਤਮਾ ਨਾਲ ਭਰ ਜਾਏ, ਆਪਣੇ ਭਾਈਆਂ ਨੂੰ ਵੀ ਚੇਤੇ ਰੱਖੀ। ਪਤਰਸ ਨੇ ਇਹ ਨਹੀਂ ਕਿਹਾ ਵੀ ਮੇਰੇ ਕੋਲ ਪਵਿੱਤਰ ਆਤਮਾ ਆ ਗਿਆ ਤੇ ਮੈਂ ਖੁਦਾ ਨੇ ਮੈਨੂੰ ਚੁਣ ਲਿਆ ਤੇ ਮੈਂ ਹੁਣ ਇਹਨਾਂ ਨੂੰ ਪਿੱਛੇ ਕਰਦਾ। ਉਹ ਸਭ ਇਕੱਠੇ ਚੱਲਦੇ ਸੀਗੇ। ਜੇ ਤੁਸੀਂ ਮਸੀਹ ਹੋ ਤੇ ਮਸੀਹ ਬਣਾਓ ਲੋਕਾਂ ਨੂੰ। ਕਿਸੇ ਦੀ ਲੱਤ ਨਾ ਖਿੱਚੋ, ਕਿਸੇ ਨੂੰ ਕੁਛ ਨਾ ਕਹੋ, ਉਹਨੂੰ ਖੁਦਾ ਦਾ ਖਾਲਸ ਵਚਨ ਦੱਸੋ, ਉਹਨੂੰ ਕਹੋ ਜੀਵਨ ਬਤੀਤ ਕਰ ਵਚਨ ਦੇ ਅਨੁਸਾਰ। ਇਹ ਸਾਹ ਕਦੋਂ ਤੱਕ ਕਿਸ ਨੂੰ ਕੁਛ ਨਹੀਂ ਪਤਾ। ਕੋਈ ਗਾਰੰਟੀ ਨਹੀਂ ਲੈ ਸਕਦਾ ਵੀ ਤੁਸੀਂ ਅਗਲੇ ਸਾਲ ਇਹ ਕੰਮ ਕਰੋਗੇ। ਮੈਨੂੰ ਕੋਈ ਲਿਖ ਕੇ ਦੇ ਜਾਵੇ ਵੀ ਤੁਸੀਂ ਗਾਰੰਟੀ ਲੈਂਦੇ ਵੀ ਅਸੀਂ ਅਗਲੇ ਸਾਲ ਇਹ ਕੰਮ ਕਰਾਂਗੇ। ਹੋ ਸਕਦਾ ਅਗਲੇ ਸਾਲ ਦੇ ਤੌਰ ਤੋਂ ਪਹਿਲਾਂ ਹੀ ਤੁਸੀਂ ਇਸ ਧਰਤੀ ਤੋਂ ਕੂਚ ਕਰ ਜਾਓ, ਲੇਕਿਨ ਉਸ ਤੋਂ ਪਹਿਲਾਂ ਵੀ ਤੁਸੀਂ ਇਸ ਧਰਤੀ ਤੋਂ ਕੂਚ ਕਰੋ, ਆਪਣਾ ਜੀਵਨ ਇਹੋ ਜਿਹਾ ਬਣਾਓ ਵੀ ਤੁਸੀਂ ਮਾਣ ਨਾ ਕਹਿ ਸਕੋ ਪ੍ਰਭੂ ਯਿਸੂ ਮਸੀਹ ਮੈਂ ਤੇਰੇ ਨਾਮ ਦੇ ਵਿੱਚ ਆਪਣੀ ਜਾਨ ਦੇ ਰਿਹਾ ਹਾਂ, ਮੈਂ ਇਸ ਧਰਤੀ 'ਚ ਜਾ ਰਿਹਾ, ਮੈਂ ਤੇਰੇ ਕੋਲ ਜਾਵਾਂਗਾ, ਤੇਰੇ ਕੋਲ ਜਾਊਂਗੀ। ਤੁਹਾਡੇ ਅੰਦਰ ਇਹੋ ਜਿਹਾ ਵਿਸ਼ਵਾਸ ਹੋਣਾ ਚਾਹੀਦਾ। ਜੇ ਤੁਸੀਂ ਸੋਚਦਾ, ਕੋਈ ਮਨੁੱਖ ਸੋਚਦਾ ਵੀ ਮੈਂ ਅੱਜ ਪਾਪ ਦਾ ਜੀਵਨ ਬਤੀਤ ਕਰ ਲੂੰਗਾ, ਕੋਈ ਗੱਲ ਨਹੀਂ, ਹਲੇ ਕਿਹੜਾ ਰੈਪਚਰ ਹੋਇਆ, ਅਗਲੇ ਸਾਲ ਤੋਬਾ ਕਰ ਲਾਂਗੇ। 2 ਸਾਲ ਜੇ ਤੁਸੀਂ ਅੱਜ ਤੁਹਾਡੀ ਡੈਥ ਹੋ ਜਾਂਦੀ ਹੈ, ਤੁਸੀਂ ਜ਼ਮੀਨ ਪੁੱਟ ਕੇ ਤੁਹਾਨੂੰ ਦੱਬ ਦਿੱਤਾ ਜਾਵੇਗਾ, ਤੇ ਫਿਰ ਤੁਸੀਂ ਕਿੱਦਾਂ ਰੈਪਚਰ 'ਚ ਜਾਓਗੇ? ਨਹੀਂ ਜਾ ਸਕਦਾ ਬੰਦਾ ਰੈਪਚਰ ਦੇ ਵਿੱਚ। ਆਗਿਆਵਾਂ ਪੂਰੀਆਂ ਕਰੋ ਜੇ ਰੈਪਚਰ 'ਚ ਜਾਣਾ। ਇੱਥੇ ਤੁਹਾਨੂੰ ਪਤਾ ਇੱਥੇ ਖਾਲਸ ਵਚਨ ਹੈ, ਇੱਥੇ ਕਿਸ ਦਾ ਕੋਈ ਲਿਹਾਜ਼ ਨਹੀਂ, ਨਾ ਇੱਥੇ ਕੋਈ ਅਮੀਰ ਨਾ ਇੱਥੇ ਕੋਈ ਗਰੀਬ ਆ, ਸਭ ਬਰਾਬਰ ਆ। ਜੋ ਵਚਨ ਬੋਲੂਗਾ, ਜੇ ਕਿਸ ਨੂੰ ਗੁੱਸਾ ਲੱਗਦਾ, ਨਾਰਾਜ਼ਗੀ ਲੱਗਦੀ ਆ, ਜਾ ਸਕਦੇ ਆ। ਨੂਹ ਨੇ ਪ੍ਰਚਾਰ ਕੀਤਾ ਸੀ, ਉਹਨੇ ਕਿਸ ਦਾ ਲਿਹਾਜ਼ ਨਹੀਂ ਸੀ ਲਿਆ। ਮੈਂ ਕਿਸ ਦਾ ਲਿਹਾਜ਼ ਨਹੀਂ ਲੈਂਦਾ ਪ੍ਰਚਾਰ ਦੇ ਵਿੱਚ। ਜਿਹੜਾ ਬੰਦਾ ਗਲਤ ਹੈ ਮੈਂ ਮੂੰਹ ਤੇ ਗਲਤ ਬੋਲੂੰਗਾ, ਤੁਸੀਂ ਗਲਤ ਹੋ ਵਚਨ ਦੇ ਵਿੱਚ। ਜੇ ਤੁਸੀਂ ਸੰਦੇਸ਼ 'ਚ ਜੀਣਾ ਤੇ ਸੰਦੇਸ਼ ਵਾਲਾ ਤੁਹਾਡਾ ਜੀਵਨ ਬਤੀਤ ਕਰੋ, ਨਹੀਂ ਜੀਣਾ ਫਿਰ ਜਿੱਥੇ ਮਰਜ਼ੀ ਜਾਓ। ਤੇ ਮਰਨਾ ਹੀ ਆ ਫਿਰ ਐਸ਼ ਕਰਕੇ ਮਰੋ। ਜੇ ਚੰਗੀ ਤਰ੍ਹਾਂ ਜੇ ਜੀਵਨ ਪ੍ਰਾਪਤ ਕਰਨਾ ਤੇ ਫਿਰ ਇਸ ਰੋਟੀ ਨੂੰ ਖਾਣਾ ਪੈਣਾ, ਕਿਉਂਕਿ ਯਿਸੂ ਮਸੀਹ ਨੇ ਕਿਹਾ ਮੈਂ ਜੀਵਨ ਦੀ ਰੋਟੀ ਆ। ਤੇ ਜੀਵਨ ਦੀ ਰੋਟੀ ਖਾਣ ਤੋਂ ਪਹਿਲਾਂ ਤੁਸੀਂ ਮੰਨ ਲਓ ਆਪਣੇ ਘਰ ਕੋਈ ਵਿਆਹ ਰੱਖਿਆ ਆ, ਤੁਹਾਡੇ ਘਰੇ ਪ੍ਰਾਹੁਣੇ ਆਉਂਦੇ ਆ, ਤੇ ਉਹ ਕਿੱਦਾਂ ਰੋਟੀ ਖਾਣ ਬੈਠਦੇ ਆ? ਉਹ ਵਧੀਆ ਕੱਪੜੇ ਪਾ ਕੇ ਆਉਂਦੇ ਆ, ਤਿਆਰ ਹੋ ਕੇ ਜਾਂਦੇ, ਵਧੀਆ ਕੱਪੜੇ ਪਾ ਕੇ ਆਉਂਦੇ, ਫਿਰ ਉਹ ਭੋਜ ਕਰਦੇ ਉਸ ਸਥਾਨ ਦੇ ਵਿੱਚ ਬੈਠ ਕੇ। ਇਸੇ ਤਰ੍ਹਾਂ ਇੱਕ ਦਿਨ ਜਦੋਂ ਰੈਪਚਰ ਹੋਵੇਗਾ, ਅਸੀਂ ਵੀ ਪ੍ਰਭੂ ਦੇ ਨਾਲ ਭੋਜ ਕਰਾਂਗੇ, ਲੇਕਿਨ ਤੁਹਾਨੂੰ ਉਹ ਕੱਪੜੇ ਪਾਣੇ ਪੈਣੇ ਆ। ਉਹ ਕੱਪੜੇ ਕਿਹੜੇ? ਪਵਿੱਤਰਤਾ ਦੇ ਕੱਪੜੇ। ਤੁਹਾਨੂੰ ਨਹਾਣਾ ਪੈਣਾ ਆ। ਨਹਾਣ ਦਾ ਮਤਲਬ ਤੁਹਾਨੂੰ ਬਸਮਾ ਲੈਣਾ ਪੈਣਾ, ਪੁਰਾਣੇ ਗੁਨਾਹ ਪਾਪ, ਪੁਰਾਣੀ ਜੁੱਤੀ ਤਾਰਨੀ ਪੈਣੀ। ਵਿਆਹ ਤੇ ਤੁਸੀਂ ਇਦਾਂ ਜਾਂਦੇ ਹੋ, ਇਦਾਂ ਨਹੀਂ ਜਾਂਦੇ ਪੁਰਾਣੀ ਜੁੱਤੀ ਪਾ ਕੇ। ਤੁਸੀਂ ਨਵੇਂ ਕੱਪੜੇ ਸਵਾਉਂਦੇ ਹੋ, ਨਵੀਂ ਜੁੱਤੀ ਲੈਂਦੇ ਹੋ ਵੀ ਮੈਂ ਵਿਆਹ ਤੇ ਜਾਣਾ। ਹਰ ਬੰਦੇ ਨੇ ਮੇਰੀ ਜੁੱਤੀ ਵੱਲ ਦੇਖਣਾ, ਮੇਰੇ ਕੱਪੜਿਆਂ ਵੱਲ ਦੇਖਣਾ। ਇਸੇ ਤਰ੍ਹਾਂ ਯਿਸੂ ਮਸੀਹ ਸਾਡਾ ਦੁਲਹਾ ਇੱਕ ਦਿਨ ਇਸ ਸਥਾਨ 'ਚ ਆਵੇਗਾ ਤੇ ਉਹਨੇ ਉਸੇ ਬੰਦਿਆਂ ਨੂੰ ਲੈ ਕੇ ਜਾਣਾ ਜਿਹਨੇ ਜੁੱਤੀ ਪਾਈ ਹੈ, ਜਿਹਨੇ ਕੱਪੜੇ ਪਾਏ ਆ, ਜਿਹਨੇ ਪੁਰਾਣੇ ਕੱਪੜੇ ਪਾਏ ਆ, ਸੰਸਾਰ ਦੇ ਕੱਪੜੇ ਪਾਏ। ਉਹਨੇ ਕਹਿਣਾ ਤੂੰ ਇੱਥੇ ਰਹਿ, ਤੂੰ ਯੋਗ ਨਹੀਂ ਆ। ਫਿਰ ਲੋਕਾਂ ਦੇ ਚੀਕਾਂ ਮਾਰਨੀਆਂ, ਪ੍ਰਭੂ ਜੀ ਸਾਡੇ ਵਾਸਤੇ ਵੀ ਖੋਲ। ਫਿਰ ਉਹ ਕਹੂਗਾ ਹੇ ਬੁਰਿਆਰੋ, ਮੈਂ ਤੁਹਾਨੂੰ ਨਹੀਂ ਜਾਣਦਾ। ਇਸ ਕਰਕੇ ਆਪਣਾ ਜੀਵਨ ਵਚਨ ਦੇ ਅਨੁਸਾਰ ਜੀਵਨ ਬਤੀਤ ਕਰੋ। ਆਓ ਅਸੀਂ ਕੱਢਾਂਗੇ ਇੱਕ ਪ੍ਰਕਾਸ਼ ਦੀ ਪੋਥੀ 10:7। ਪ੍ਰਕਾਸ਼ ਦੀ ਪੋਥੀ 10:7। ਪ੍ਰਕਾਸ਼ ਦੀ ਪੋਥੀ 10:7 ਕੱਢਾਂਗੇ। ਸਗੋਂ 7ਵੇਂ ਦੂਤ ਦੀ ਆਵਾਜ਼ ਦੇ ਦਿਨੀ ਜਾਂ ਤੁਰੀ ਵਜਾਵੇਗਾ ਤਾਂ ਪਰਮੇਸ਼ਵਰ ਦਾ ਗੁਪਤ ਭੇਦ ਸੰਪੂਰਨ ਹੋਵੇਗਾ। ਹੁਣ ਪ੍ਰਕਾਸ਼ ਦੀ ਪੋਥੀ 10:7 ਵਿੱਚ ਲਿਖਿਆ ਆ, ਸਗੋਂ 7ਵੇਂ ਦੂਤ ਦੇ ਦਿਨ ਜਦੋਂ ਆਵਾਜ਼ ਦੇ ਦਿਨ ਜਾਂ ਤੁਰੀ ਵਜਾਵੇਗਾ ਤਾਂ ਪਰਮੇਸ਼ਵਰ ਦਾ ਗੁਪਤ ਭੇਦ ਸੰਪੂਰਨ ਹੋਵੇਗਾ, ਜਿਵੇਂ ਉਸਨੇ ਆਪਣੇ ਦਾਸਾਂ ਅਤੇ ਨਬੀਆਂ ਨੂੰ ਇਸ ਦੀ ਖੁਸ਼ਖਬਰੀ ਦਿੱਤੀ ਸੀ। ਅਤੇ ਜਿਹੜੀ ਆਵਾਜ਼ ਮੈਂ ਆਕਾਸ਼ੋਂ ਸੁਣੀ ਸੀ, ਉਸਨੇ ਆਪਣੇ ਨਾਲ ਢੇਰ ਗੱਲਾਂ ਕਰਦੇ ਹੋਏ ਇਹ ਆਖਦੇ ਸੁਣਿਆ ਪਈ, ਜਾ ਅਤੇ ਪੋਥੀ ਲੈ ਲੈ ਜੋ ਉਸ ਦੂਤ ਦੇ ਹੱਥ ਵਿੱਚ ਖੁੱਲੀ ਪਈ ਹੈ, ਜਿਹੜਾ ਸਮੁੰਦਰ ਅਤੇ ਧਰਤੀ ਉੱਤੇ ਖਲੋਤਾ ਹੈ। ਅਤੇ ਮੈਂ ਉਸ ਦੂਤ ਦੇ ਕੋਲ ਜਾ ਕੇ ਉਸ ਨੂੰ ਕਿਹਾ, ਉਹ ਛੋਟੀ ਪੋਥੀ ਮੈਨੂੰ ਦੇ ਦੇ। ਅਤੇ ਉਹਨੇ ਮੈਨੂੰ ਆਖਿਆ, ਲੈ ਲੈ, ਇਸ ਨੂੰ ਖਾ ਜਾ। ਹੁਣ ਫਿਰ ਗੱਲ ਖਾਣ ਤੇ ਆ ਗਈ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਖਾਣ ਤੇ ਕਿਉਂ ਗੱਲ ਆ ਰਹੀ ਬਾਰ-ਬਾਰ, ਕਿਉਂਕਿ ਖਾਣ ਦੇ ਨਾਲ ਹੀ ਤੁਹਾਨੂੰ ਜੀਵਨ ਤੇ ਮੌਤ ਮਿਲ ਜਾਣੀ ਹੈ। ਇਹ ਤੁਸੀਂ ਸੰਦੇਸ਼ ਨੂੰ ਖਾਓਗੇ ਤੁਹਾਨੂੰ ਜੀਵਨ ਮਿਲ ਜੂਗਾ, ਜੇ ਤੁਸੀਂ ਬਾਹਰਲਾ ਕੁਝ ਖਾਓਗੇ ਤੁਹਾਨੂੰ ਮੌਤ ਮਿਲ ਜੂ। ਖਾਣ ਦੇ ਉੱਪਰ ਹੀ ਸਭ ਕੁਝ ਡਿਪੈਂਡ ਆ। ਜਿੱਦਾਂ ਇੱਕ ਮਨੁੱਖ ਸਰੀਰ 'ਚ ਜਿੰਦਾ, ਖਾਣ ਦੇ ਉੱਪਰ ਉਹਦਾ ਜੀਵਨ ਡਿਪੈਂਡ ਹੁੰਦਾ। ਜੇ ਬੰਦਾ ਬੜੀ ਦਾਰੂ ਪੀਂਦਾ, ਨਸ਼ੇ ਕਰਦਾ ਤੇ ਬਹੁਤ ਜਲਦੀ ਮਰ ਜਾਂਦਾ, ਲੇਕਿਨ ਇੱਕ ਬੰਦਾ ਫਲ ਫਰੂਟ ਖਾਂਦਾ, ਮੀਟ ਮੱਛੀ ਖਾਂਦਾ, ਉਹਦੀ ਵਧੀਆ ਸਿਹਤ ਰਹਿੰਦੀ, ਉਹ ਜਿਉਂਦਾ ਆ। ਇਸੇ ਤਰ੍ਹਾਂ ਖਾਣ ਤੇ ਗੱਲ ਆ ਗਈ। ਇਹ ਤੇਰੇ ਢਿੱਡ ਨੂੰ ਪੋਲਿਆਂ ਕਰ ਦੇਵੇਗੀ, ਪਰ ਤੇਰੇ ਮੂੰਹ ਵਿੱਚ ਸ਼ਹਿਦ ਜਿਹੀ ਮਿੱਠੀ ਲੱਗੇਗੀ। ਤਾਂ ਮੈਂ ਉਸ ਪੋਥੀ ਵਿੱਚੋਂ ਦੂਤ ਦੇ ਹੱਥੋਂ ਲੈ ਲਈ ਅਤੇ ਉਸ ਨੂੰ ਖਾਧਾ, ਅਤੇ ਉਹ ਮੇਰੇ ਮੂੰਹ ਵਿੱਚ ਸ਼ਹਿਦ ਜਿਹੀ ਮਿੱਠੀ ਲੱਗੀ। ਅਤੇ ਜਾਂ ਮੈਂ ਉਸ ਨੂੰ ਖਾ ਲਿਆ ਤਾਂ ਮੇਰਾ ਢਿੱਡ ਕੋੜਾ ਹੋ ਗਿਆ। ਅਤੇ ਉਹਨੇ ਮੈਨੂੰ ਆਖਿਆ,
ਤੈਨੂੰ ਬਹੁਤੀਆਂ ਕੌਮਾਂ, ਭਾਖਿਆਂ ਤੇ ਰਾਜਿਆਂ ਉੱਤੇ ਫਿਰ ਅਗੰਮਵਾਹ ਕਰਨਾ ਪਵੇਗਾ। ਹੁਣ ਤੁਹਾਨੂੰ ਪਤਾ ਇਹ ਛੋਟੀ ਪੋਥੀ ਕੀ ਹੈ? ਪਤਾ ਕਿਸ ਨੂੰ? ਦੱਸ ਸਕਦਾ ਕੋਈ ਇਹ ਛੋਟੀ ਪੋਥੀ ਕੀ ਹੈ? ਹੁਣ ਪ੍ਰਭੂ ਯੀਸ਼ੂ ਮਸੀਹ ਅਦਨ ਦੇ ਬਾਗ ਦੇ ਵਿੱਚ ਜਦੋਂ ਖੜਾ ਸੀਗਾ ਤੇ ਕੀ ਸੀਗਾ ਉੱਥੇ? ਦੋ ਵਰਕਸ਼ ਸੀ, ਭਲੇ ਬੁਰੇ ਦਾ ਵਰਕਸ਼ ਤੇ ਜੀਵਨ ਦਾ ਵਰਕਸ਼। ਤੁਹਾਨੂੰ ਪਤਾ ਅੱਜ ਜੀਵਨ ਦਾ ਵਰਕਸ਼ ਕਿੱਥੇ ਹੈ? ਕਿੱਥੇ ਆ ਜੀਵਨ ਦਾ ਵਰਕਸ਼? ਅੱਜ ਹਜ਼ਾਰਾਂ ਲੋਕ ਉਹਦੀ ਉਪਾਸਨਾ ਕਰ ਰਹੇ ਆ, ਲੇਕਿਨ ਜੀਵਨ ਦਾ ਵਰਕਸ਼ ਉਹਨਾਂ ਦੇ ਕੋਲ ਨਹੀਂ ਹੈ। ਕਿਹਦੇ ਕੋਲ ਜੀਵਨ ਦਾ ਵਰਕਸ਼ ਆ? ਤੁਹਾਨੂੰ ਪਤਾ ਜੀਵਨ ਦਾ ਵਰਕਸ਼ ਭਾਈ ਬ੍ਰੈਨਮ ਦਾ ਸੰਦੇਸ਼ ਆ, ਜਿਹੜੀ ਛੋਟੀ ਪੋਥੀ 7ਵੇਂ ਦੂਤ ਨੇ ਪੜ੍ਹੀ। 7ਵਾਂ ਦੂਤ ਭਾਈ ਵਿਲੀਅਮ ਬ੍ਰੈਨਮ ਸੀਗਾ, ਜਿਹੜੀ ਉਹਦੀ ਹੱਥ 'ਚ ਪੋਥੀ ਫੜੀ ਸੀ। ਇਹ ਆ ਜੀਵਨ ਦਾ ਵਰਕਸ਼। ਇਹ ਜੀਵਨ ਦੇ ਵਰਕਸ਼ ਤੋਂ ਤੁਸੀਂ ਖਾਣਾ। ਜੇ ਤੁਸੀਂ ਸੰਦੇਸ਼ ਤੋਂ ਬਾਹਰ ਕੁਝ ਵੀ ਖਾਂਦੇ ਹੋ ਤੇ ਤੁਸੀਂ ਗਏ, ਤੁਹਾਨੂੰ ਕੋਈ ਨਹੀਂ ਬਚਾ ਸਕਦਾ। ਸੰਦੇਸ਼ ਤੋਂ ਬਾਹਰ ਜੇ ਤੁਸੀਂ ਕੁਝ ਖਾ ਲਿਆ, ਮਿਸ਼ਨਾਂ ਜਥੇਬੰਦੀਆਂ ਦੇ ਵਿੱਚ ਜਾ ਕੇ ਜੇ ਤੁਹਾਨੂੰ ਕਿਸੇ ਨੇ ਕਹਿਤਾ ਵੀ ਕੋਈ ਗੱਲ ਨਹੀਂ ਤੂੰ ਚਰਚ ਆ ਭੈਣ, ਦੇਖ ਇੱਥੇ ਚੰਗਿਆਈਆਂ ਕਿੰਨੀਆਂ ਹੁੰਦੀਆਂ, ਸੰਦੇਸ਼ ਵਾਲੇ ਚਰਚ ਤਾਂ ਤੈਨੂੰ ਚੰਗਿਆਈ ਨਹੀਂ ਮਿਲੀ, ਇੱਧਰ ਆ ਕੇ ਦੇਖ ਤੈਨੂੰ ਚੰਗਿਆਈ ਮਿਲੂਗੀ, ਤੈਨੂੰ ਪੈਸਾ ਮਿਲੂ, ਤੈਨੂੰ ਬਰਕਤ ਮਿਲੂਗੀ, ਤੇ ਤੁਸੀਂ ਗਏ। ਸੰਦੇਸ਼ ਵਿੱਚ ਜੀਵਨ ਬਤੀਤ ਕਰੋ, ਚਾਹੇ ਦੁੱਖਾਂ 'ਚ ਕਰੋ ਚਾਹੇ ਸੁੱਖਾਂ 'ਚ ਕਰੋ। ਜੇ ਤੁਸੀਂ ਸੰਦੇਸ਼ 'ਚ ਜੀਵਨ ਬਤੀਤ ਕਰੋਗੇ ਤੇ ਤਾਂ ਤੁਸੀਂ ਜੀਵਨ ਦੇ ਵਰਕਸ਼ ਵਿੱਚੋਂ ਖਾਓਗੇ। ਕਿਉਂਕਿ ਜੀਵਨ ਦੇ ਵਰਕਸ਼ ਨੂੰ ਕਿਹਨੇ ਫੜਿਆ ਸੀਗਾ? ਕੌਣ ਪੋਥੀ ਲੈ ਕੇ ਆਇਆ? ਜੀਵਨ ਦੇ ਵਰਕਸ਼ ਨੂੰ ਲੈ ਕੇ ਕੌਣ ਆਇਆ? 7ਵਾਂ ਦੂਤ। ਕਿਉਂਕਿ ਬਾਈਬਲ ਬਿਆਨ ਕਰਦੀ 7ਵੇਂ ਦੂਤ ਦੇ ਦਿਨ ਹੀ ਜਾਂ ਤੁਰੀ ਵਜਾਵੇਗਾ, ਪਰਮੇਸ਼ਵਰ ਦਾ ਗੁਪਤ ਭੇਦ ਸੰਪੂਰਨ ਹੋਵੇਗਾ। ਤੁਹਾਨੂੰ ਪਤਾ ਇਹ 7ਵਾਂ ਦੂਤ ਆਇਆ ਜਦੋਂ ਉਹਨੇ ਲਲਕਾਰਿਆ ਮਿਸ਼ਨਾਂ ਜਥੇਬੰਦੀਆਂ ਨੂੰ, ਵਰਲਡ ਨੂੰ ਲਲਕਾਰਿਆ। ਉਹ ਕਹਿੰਦਾ ਦਿਖਾਓ ਕਿੱਥੇ ਇੱਕ ਭੈਣ ਵਾਲ ਕਟਾ ਸਕਦੀ ਆ, ਮੇਕਅਪ ਕਰ ਸਕਦੀ ਆ, ਕਿੱਥੇ ਇੱਕ ਭੈਣ ਭਾਈ ਪਿਤਾ ਪੁੱਤਰ 'ਚ ਬਸਮਾ ਲੈ ਸਕਦਾ, ਦਿਖਾਓ ਬਾਈਬਲ 'ਚ। ਉਹਨੇ ਲਲਕਾਰਿਆ ਮਿਸ਼ਨਾਂ ਜਥੇਬੰਦੀਆਂ ਨੂੰ, 7ਵੇਂ ਦੂਤ ਨੇ ਲਲਕਾਰਿਆ ਤੇ 7ਵੇਂ ਦੂਤ ਦੇ ਹੱਥ 'ਚ ਉਹ ਪੋਥੀ ਸੀਗੀ। 7ਵਾਂ ਦੂਤ ਉਸ ਪੋਥੀ ਨੂੰ ਲੈ ਕੇ ਆਇਆ, ਉਸ ਸੰਦੇਸ਼ ਨੂੰ 7ਵਾਂ ਦੂਤ ਸਾਡਾ ਪਿਆਰਾ ਭਾਈ ਵਿਲੀਅਮ ਬ੍ਰੈਨਮ ਲੈ ਕੇ ਆਇਆ। ਹੁਣ ਜੀਵਨ ਦਾ ਵਰਕਸ਼ ਪਤਾ ਕੌਣ ਆ? ਸੰਦੇਸ਼ ਜੀਵਨ ਦਾ ਵਰਕਸ਼ ਅੱਜ ਲੋਕਾਂ ਨੂੰ ਨਹੀਂ ਪਤਾ। ਉਹ ਲੱਭੀ ਜਾਂਦੇ ਉਹੀ ਜੀਵਨ ਦੇ ਵਰਕਸ਼ ਨੂੰ, ਯਿਸੂ ਮਸੀਹ ਨੂੰ, ਜਿਹੜਾ 2021 ਸਾਲ ਪਹਿਲਾਂ ਇਜ਼ਰਾਈਲ 'ਚ ਜੰਮਿਆ ਸੀ, ਉਹਨੂੰ ਲੱਭੀ ਜਾਂਦੇ ਆ। ਉਹ ਕਹਿੰਦੇ ਯਿਸੂ ਮਸੀਹ ਆਊਗਾ। ਯਿਸੂ ਮਸੀਹ ਤਾਂ ਆਪਣੇ ਵਚਨ ਦੇ ਵਿੱਚ ਇਜ਼ਰਾਈਲ 'ਚ ਥੋੜੀ ਬੈਠਾ ਹੋ। ਯਿਸੂ ਮਸੀਹ ਆਪਣੇ ਵਚਨ ਦੇ ਵਿੱਚ ਆ। ਭਾਈ ਬ੍ਰੈਨਮ ਦਾ ਸੰਦੇਸ਼ ਉਹ ਜੀਵਨ ਦੀ ਪੋਥੀ ਆ ਤੇ ਇਸ ਜੀਵਨ ਦੀ ਪੋਥੀ ਨੂੰ ਖਾਓ ਤੇ ਦੇਖੋ ਤੁਹਾਡਾ ਜੀਵਨ ਕਿੱਦਾਂ ਬਦਲਦਾ ਹੈ। ਜੇ ਤੁਸੀਂ ਇਸ ਪੋਥੀ ਨੂੰ ਨਹੀਂ ਖਾਓਗੇ ਤੇ ਤੁਹਾਡੇ ਵਿੱਚ ਜੀਵਨ ਨਹੀਂ ਆਣਾ। ਇਸ ਕਰਕੇ ਬਾਈਬਲ ਨੇ ਬਿਆਨ ਕੀਤਾ ਆ। ਹੁਣ ਅਸੀਂ ਕੱਢਾਂਗੇ ਲਾਸਟ ਐਤ ਕੱਢਾਂਗੇ, ਫਿਰ ਬੰਦ ਕਰਾਂਗੇ। ਯਹੂਨਾ 15 ਦੇ ਆਏ, ਯਹੂਨਾ 15 ਦੀ ਕੱਢਾਂਗੇ। ਮੈਂ ਸੱਚੀ ਅੰਗੂਰ ਦੀ ਬੇਲ ਹਾਂ, ਮੇਰਾ ਪਿਤਾ ਬਾਗਵਾਨ ਹੈ। ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਹੈ ਫਲ ਨਹੀਂ ਦਿੰਦੀ ਉਸ ਨੂੰ ਲਾਹ ਸੁੱਟਦਾ ਹੈ। ਹੁਣ ਦੇਖੋ ਫਿਰ ਕਲੀਅਰ ਹੋ ਰਹੀ ਹੈ ਗੱਲ। ਕਹਿੰਦਾ ਮੇਰਾ ਪਿਤਾ ਬਾਗ, ਕਹਿੰਦਾ ਮੈਂ ਅੰਗੂਰ ਦੀ ਵੇਲ ਹਾਂ, ਕਹਿੰਦਾ ਮੇਰਾ ਪਿਤਾ ਬਾਗਵਾਨ ਹੈ। ਹਰੇਕ ਟਹਿਣੀ ਜਿਹੜੀ ਫਲ ਨਹੀਂ ਦਿੰਦੀ ਉਹਨੂੰ ਲਾਹ ਸੁੱਟਦਾ ਹੈ। ਜੇ ਤੁਸੀਂ ਫਲ ਨਹੀਂ ਦੋਗੇ ਤਾਂ ਕੱਟੇ ਜਾਓਗੇ। ਇਹ ਨਹੀਂ ਹੈ ਵੀ ਤੁਸੀਂ ਸੰਦੇਸ਼ 'ਚ ਆ ਗਏ, ਬਸਮਾ ਲੈ ਲਿਆ, ਸਭ ਕੁਝ ਕਰ ਲਿਆ, ਤੁਹਾਨੂੰ ਫਲ ਵੀ ਪ੍ਰਗਟ ਕਰਨੇ ਪੈਣੇ ਆ। ਉਹ ਕਹਿੰਦਾ ਖੁਦ ਨਹੀਂ ਬਚਣਾ, ਲੋਕਾਂ ਨੂੰ ਵੀ ਬਚਾਓ। ਲੋਕਾਂ ਨੂੰ ਵੀ ਬਚਾਓ। ਬਚਾਓਗੇ ਕਿੱਦਾਂ? ਸੰਦੇਸ਼ ਦੱਸੋਗੇ ਜਾ ਕੇ ਵੀ ਨਬੀ ਭਾਈ ਬ੍ਰੈਨਮ ਨੇ ਕਹਿਣਾ ਜਾ ਅਸੀਂ ਨਹੀਂ ਮੰਨਦੇ। ਜੀਵਨ ਜੀ ਕੇ ਦਿਖਾਓ ਲੋਕਾਂ ਨੂੰ, ਫਿਰ ਪਤਾ ਲੱਗੂਗਾ ਵੀ ਤੁਸੀਂ ਸੱਚੇ ਮੁੱਚੀ ਮਸੀਹ ਹੋ। ਗਿਆਨ ਤਾਂ ਹਰੇਕ ਇਕੱਠਾ ਕਰੀ ਫਿਰਦਾ, ਗਿਆਨ ਇਕੱਠਾ ਕਰਕੇ ਦੱਸੀ ਨੇ। ਅਗਲੇ ਲੋਕੀ ਜੀਵਨ ਪੜ੍ਹਦੇ ਤੁਹਾਡਾ, ਉਹਨੇ ਇਹ ਥੋੜੀ ਦੇਖਣਾ ਵੀ ਤੁਸੀਂ ਕਿੰਨਾ ਕੁ ਗਿਆਨ ਰੱਖਦੇ ਹੋ ਬਾਈਬਲ ਦਾ, ਕਿੰਨੀ ਕੁ ਸੰਦੇਸ਼ ਦੀ ਸਮਝ ਰੱਖਦੇ। ਕਿਸੇ ਨੂੰ ਮਤਲਬ ਨਹੀਂ। ਲੋਕਾਂ ਨੇ ਤੁਹਾਡੇ ਜੀਵਨ ਨੂੰ ਪੜ੍ਹਨਾ, ਤੁਹਾਡਾ ਜੀਵਨ ਚੈੱਕ ਕਰਨਾ ਲੋਕਾਂ ਨੇ। ਇਹ ਭੈਣ ਦੀ ਲੈਂਗੁਏਜ ਕਿੱਦਾਂ ਦੀ ਹੈ, ਇਹਦਾ ਸੁਭਾਅ ਕਿੱਦਾਂ ਦਾ, ਇਸ ਭਾਈ ਦਾ ਸੁਭਾਅ ਕਿੱਦਾਂ ਦਾ ਹੈ। ਇਹ ਚਰਚੇ ਦੂਤ ਬਾਹਰ ਭੂਤ ਤਾਂ ਨਹੀਂ ਬਣ ਗਿਆ ਕਿਤੇ। ਜਿਹੜੇ ਖੁਦਾ ਦੇ ਸੱਚੇ ਲੋਕ ਹੁੰਦੇ ਅੰਦਰ ਵੀ ਦੂਤ ਤੇ ਬਾਹਰ ਵੀ ਦੂਤ, ਲੇਕਿਨ ਜ਼ਿਆਦਾਤਰ ਜਿਹੜੇ ਲੋਕ ਨੇ ਅੰਦਰ ਦੂਤ ਤੇ ਬਾਹਰ ਭੂਤ। ਇਹ ਉਹ ਲੋਕ ਆ ਜਿਨ੍ਹਾਂ ਨੇ ਜੀਵਨ ਦੇ ਵ੍ਰਿਕਸ਼ ਤੋਂ ਕਦੇ ਨਹੀਂ ਖਾਧਾ, ਤੇ ਜਿਨ੍ਹਾਂ ਨੇ ਖਾਧਾ ਜੀਵਨ ਦੇ ਵ੍ਰਿਕਸ਼ ਤੋਂ ਉਹਨਾਂ ਦਾ ਜੀਵਨ ਅੰਦਰ ਵੀ ਇਦਾਂ ਦਾ ਤੇ ਬਾਹਰ ਵੀ ਉਦਾਂ ਦਾ। ਇਸ ਕਰਕੇ ਉਹਨੇ ਕਿਹਾ ਮੈਂ ਅੰਗੂਰ ਦੀ ਵੇਲ ਆ। ਕਹਿੰਦਾ ਜਿਹੜੇ ਮੇਰੇ ਵਿੱਚ ਫਲ ਨਹੀਂ ਦਿੰਦਾ ਮੇਰਾ ਪਿਤਾ ਉਹਨੂੰ ਕੱਟ ਦਿੰਦਾ ਹੈ, ਲਾਹ ਸੁੱਟਦਾ ਹੈ, ਅਤੇ ਹਰੇਕ ਜੋ ਫਲ ਦਿੰਦੀ ਹੈ ਉਸ ਨੂੰ ਛਾਂਗਦਾ ਤਾਂ ਜੋ ਹੋਰ ਵੀ ਫਲ ਦੇਵੇ। ਹੁਣ ਦੇਖ ਲਓ, ਉਹ ਕਹਿੰਦਾ ਜਿਹੜਾ ਫਲ ਦਿੰਦੀ ਹੈ ਜਿਹੜੀ ਟਹਿਣੀ ਉਹਨੂੰ ਹੋਰ ਵੀ ਛਾਂਗਦਾ ਆ। ਜੇ ਤੁਸੀਂ ਵਚਨ 'ਚ ਵਧੋਗੇ ਖੁਦਾ ਨੇ ਤੁਹਾਨੂੰ ਹੋਰ ਛਾਂਗਣਾ ਆ, ਹੋਰ ਅੱਗੇ। ਤੁਹਾਨੂੰ ਪਤਾ ਜਿਹੜਾ ਯੂਸਫ ਸੀਗਾ, ਯੂਸਫ ਰਾਜਾ ਏਦਾਂ ਨਹੀਂ ਸੀ ਬਣਿਆ। ਯੂਸਫ ਦੇ ਭਰਾਵਾਂ ਨੇ ਉਹਨੂੰ ਕੁੱਟਿਆ ਮਾਰਿਆ। ਜੇ ਉਹਨੂੰ ਨਾ ਕੁੱਟਦੇ ਨਾ ਖੂਹ 'ਚ ਸਿੱਟਦੇ ਰਾਜਾ ਬਣਦਾ, ਨਾ ਉਹਨੂੰ ਦੁੱਖਾਂ 'ਚ ਪਾਉਂਦੇ। ਉਹਨੂੰ ਕਿੰਨਾ ਦੁੱਖ ਲੱਗਾ ਹੋਣਾ ਵੀ ਮੇਰੇ ਸਗੇ ਭਰਾਵਾਂ ਨੇ ਮੇਰੇ ਨਾਲ ਏਦਾਂ ਕੀਤਾ ਹੈ। ਲੇਕਿਨ ਜੇ ਨਾ ਉਹਦੇ ਨਾਲ ਏਦਾਂ ਕਰਦੇ ਕੀ ਉਸ ਪੋਜੀਸ਼ਨ ਤੇ ਪਹੁੰਚਦਾ। ਇਸ ਕਰਕੇ ਪ੍ਰਭੂ ਕਹਿੰਦਾ ਮੈਂ ਛਾਂਗਦਾ ਆ। ਯੂਸਫ ਨੂੰ ਵੀ ਛਾਂਗਿਆ ਸੀ ਉਹਨੇ, ਅੱਜ ਆਪਣੀ ਦੁਲਹਨ ਨੂੰ ਵੀ ਛਾਂਗ ਰਿਹਾ। ਉਹ ਕਿੱਦਾਂ ਛਾਂਗ ਰਿਹਾ? ਆਪਣੇ ਵਚਨ ਦੇ ਦੁਆਰਾ। ਇਹ ਕੰਮ ਨਹੀਂ ਕਰਨਾ, ਆਹ ਕੰਮ ਨਹੀਂ ਕਰਨਾ, ਆਹ ਨਹੀਂ ਕਰਨਾ, ਇੱਦਾਂ ਰਹਿਣਾ, ਇੱਦਾਂ ਖਾਣਾ, ਇੱਦਾਂ ਪੀਣਾ, ਛਾਂਗਦਾ ਹੈ। ਤੇ ਜਿਹੜੇ ਉਹਦੇ ਸੱਚੇ ਲੋਕ ਮੰਨਦੇ ਆ, ਜਿਹੜੇ ਢੋਂਗੀ ਆ, ਉਹ ਕਹਿੰਦੇ ਅਸੀਂ ਕੀ ਲੈਣਾ ਵਚਨ ਤੋਂ। ਜਦੋਂ ਰੈਪਚਰ ਹੋਊਗਾ ਦੇਖੀ ਜਾਊਗੀ, ਸਾਰੀ ਦੁਨੀਆ ਨਾਲ ਹੀ ਹੈ। ਇੰਨੇ ਮਿਸ਼ਨਾਂ ਜਥੇਬੰਦੀਆਂ, ਤੁਹਾਨੂੰ ਸੰਦੇਸ਼ ਦੇ ਲੋਕ ਵੀ ਕਹੀ ਜਾਂਦੇ ਇੱਦਾਂ, ਕਹਿੰਦੇ ਇੰਨੇ ਮਿਸ਼ਨਾਂ ਜਥੇਬੰਦੀਆਂ, ਇਹਨਾਂ ਤੇ ਪ੍ਰਭੂ ਨਹੀਂ ਮਾਰ ਰਿਹਾ, ਸਾਨੂੰ ਜ਼ਿਆਦਾ ਮਾਰ ਦੂਗਾ।
ਅਸੀਂ ਤਾਂ ਬਸਮਾ ਵੀ ਲੈ ਲਿਆ, ਬਸਮਾ ਲੈਣਾ ਕਾਫੀ ਨਹੀਂ ਹੈ। ਜੀਵਨ ਬਤੀਤ ਕਰੋ। ਯੀਸ਼ੂ ਮਸੀਹ ਤੁਹਾਡੇ ਵਿੱਚੋਂ ਦੇਹਧਾਰੀ ਹੋਣਾ ਚਾਹੀਦਾ, ਪਤਾ ਹੋਣਾ ਚਾਹੀਦਾ ਇਹ ਭੈਣ ਮਸੀਹ ਭੈਣ ਹੈ, ਜਿਹਦੇ ਅੰਦਰ ਆਤਮਾ ਰਹਿੰਦਾ ਖੁਦਾ ਦਾ, ਤੇ ਜਿਹਦੇ ਅੰਦਰ ਖੁਦਾ ਦਾ ਆਤਮਾ ਰਹਿੰਦਾ ਆ ਉਹਨੂੰ ਡਰਨ ਦੀ ਲੋੜ ਨਹੀਂ ਹੈ। ਫਿਰ ਨਾ ਉਹਦਾ ਪਿਤਾ ਉਹਨੂੰ ਕਦੇ ਛਾਂਗੇਗਾ, ਫਿਰ ਛਾਂਗ ਦਾ ਪ੍ਰਭੂ ਨਹੀਂ ਹੈ। ਜੇ ਤੁਹਾਨੂੰ ਇੱਕ ਵਾਰ ਉਹਦੀ ਛਾਂਗਤਾ ਕਲੀਅਰਟੀ 'ਚ ਲਿਆਂਦਾ, ਫਿਰ ਉਹ ਤੁਹਾਨੂੰ ਸਟੇਬਲ ਕਰ ਦੂਗਾ ਇੱਕ ਜਗ੍ਹਾ ਦੇ ਉੱਪਰ। ਤੁਹਾਨੂੰ ਪਤਾ ਜਦੋਂ ਪੌਦਾ ਛੋਟਾ ਹੁੰਦਾ ਉਹਨੂੰ ਛਾਂਗਦਾ ਆ ਮਾਲੀ, ਜਦੋਂ ਦਰਖਤ ਬਣ ਜਾਂਦਾ ਆ ਫਿਰ ਉਹ ਜਦੋਂ ਫਲ ਦੇਣ ਲੱਗ ਪੈਂਦਾ ਫਿਰ ਨਹੀਂ ਛਾਂਗਦਾ ਉਹਨੂੰ ਪਤਾ ਹੁਣ ਇਹ ਫਲ ਦੇਣ ਲੱਗ ਗਿਆ। ਠੀਕ ਹੈ ਨਾ। ਜਦੋਂ ਤੁਸੀਂ ਖੁਦਾ 'ਚ ਵਾਜੇ, ਪ੍ਰਭੂ ਤੁਹਾਨੂੰ ਕਈ ਦਿੱਕਤਾਂ ਪਰੇਸ਼ਾਨੀ 'ਚੋਂ ਕੱਢਦਾ। ਜੇ ਤੁਸੀਂ ਵਧੀਆ ਬਣ ਜਾਂਦੇ ਇੱਕ ਵਧੀਆ ਵ੍ਰਿਕਸ਼ ਬਣ ਜਾਂਦੇ। ਯੀਸ਼ੂ ਮਸੀਹ ਵੀ ਜੀਵਨ ਦਾ ਵ੍ਰਿਕਸ਼ ਆ, ਤੁਸੀਂ ਵੀ ਉਹਦੇ ਬੱਚੇ, ਤੁਸੀਂ ਵੀ ਵ੍ਰਿਕਸ਼ ਆ। ਵ੍ਰਿਕਸ਼ ਇੱਕ ਦ੍ਰਿਸ਼ਟਾਂਤ ਆ। ਵ੍ਰਿਕਸ਼ ਦਾ ਮਤਲਬ ਆ ਵੀ ਪ੍ਰਭੂ ਵ੍ਰਿਕਸ਼ ਇਹ ਵ੍ਰਿਕਸ਼ ਨਹੀਂ ਸੀ ਜਿਹੜਾ ਆਮ ਅਸੀਂ ਦੇਖਦੇ ਹਾਂ। ਵ੍ਰਿਕਸ਼ ਉਹ ਸੀ ਜੀਵਨ ਦਾ ਵ੍ਰਿਕਸ਼, ਦ੍ਰਿਸ਼ਟਾਂਤ ਬੋਲਿਆ ਗਿਆ ਹੈ। ਠੀਕ ਹੈ ਨਾ। ਤੁਸੀਂ ਵੀ ਵ੍ਰਿਕਸ਼ ਹੋ ਇੱਕ, ਤੁਸੀਂ ਵੀ ਉਹਦੀ ਸੰਤਾਨ ਹੋ। ਜੇ ਖੁਦਾ ਆਤਮਾ ਹੈ ਤਾਂ ਤੁਸੀਂ ਵੀ ਆਤਮਾ, ਤੁਸੀਂ ਮਨੁੱਖ ਨਾ ਸਮਝੋ ਆਪਣੇ ਆਪ ਨੂੰ, ਤੁਸੀਂ ਵੀ ਆਤਮਾ ਹੋ। ਤੇ ਆਤਮਾ ਦੇ ਵਿੱਚ ਚਲੇ ਜਾਵੇਗਾ ਇੱਕ ਦਿਨ। ਜਦੋਂ ਪਵਿੱਤਰ ਆਤਮਾ ਆਵੇਗਾ ਤੇ ਇਸ ਆਤਮਾਵਾਂ ਨੂੰ ਉਸ ਤੂਫਾਨੀ ਬੋਡੀ ਵਿੱਚ ਲੈ ਕੇ ਜਾਵੇਗਾ ਜਿਹੜੀ ਉੱਪਰ ਰੱਖੀਆਂ ਪ੍ਰਭੂ ਨੇ ਆਪਣੇ ਲਈ। ਤੁਹਾਨੂੰ ਪਤਾ ਸਾਡੀ ਸਾਰੇ ਦੀ ਤੂਫਾਨੀ ਬੋਡੀਆਂ ਆ। ਇਹ ਸਰੀਰ ਦਾ ਘਰ ਆ, ਇੱਕ ਆਤਮਾ ਦਾ ਘਰ ਹੋਵੇਗਾ ਜਿੱਥੇ ਤੁਸੀਂ ਜਾਓਗੇ। ਲੇਕਿਨ ਜਾਓਗੇ ਕਿੱਦਾਂ? ਸਭ ਤੋਂ ਪਹਿਲਾਂ ਤੁਹਾਨੂੰ ਧਰਤੀ ਤੇ ਇੱਕ ਨਮੂਨਾ ਪੇਸ਼ ਕਰਨਾ ਪਵੇਗਾ। ਪ੍ਰਭੂ ਨੂੰ ਪਤਾ ਹੋਊਗਾ ਵੀ ਇਹਨੇ ਇੱਥੇ ਵਧੀਆ ਪ੍ਰੀਖਿਆ ਦਿੱਤੀ, ਪਾਸ ਹੋਇਆ, ਹੁਣ ਇਹਨੂੰ ਕੋਈ ਨਹੀਂ ਰੋਕ ਸਕਦਾ। ਹੁਣ ਤੁਸੀਂ ਇੱਥੇ ਫੇਲ ਹੋ ਗਏ ਤੇ ਦਾਵਾ ਕਰ ਰਹੇ ਹੋ ਵੀ ਮੈਂ ਉੱਪਰ ਉਠਾਇਆ ਜਾਵਾਂ। ਨਟ ਬੋਲਡ ਲੋਕਾਂ ਦੇ ਧਰਤੀ ਨਾਲ ਜੁੜੇ ਆ ਤੇ ਦਾਵਾ ਕਰਦੇ ਸਾਡਾ ਰੈਪਚਰ ਹੋ ਜਾਵੇ, ਕਦੇ ਨਹੀਂ ਹੋਵੇਗਾ। ਪਹਿਲਾਂ ਨਟ ਬੋਲਡ ਖੋਲ ਲਓ ਧਰਤੀ ਦੇ ਨਾਲ, ਆਪਣੇ ਆਪ ਨੂੰ ਉੱਡਣ ਦੇ ਲਈ ਯੋਗਤਾ ਬਣਾਵੋ ਵੀ ਪ੍ਰਭੂ ਅਸੀਂ ਰੈਪਚਰ 'ਚ ਜਾਣਾ ਆ। ਇਸ ਧਰਤੀ ਦੇ ਮੋਹ ਮਾਇਆ ਨੂੰ ਛੱਡ ਦਿਓ, ਖੁਦਾ ਦੇ ਕੰਮਾਂ 'ਚ ਅੱਗੇ ਵਧੋ। ਅੱਜ ਬਹੁਤ ਲੋਕ ਖੁਦਾ ਦੇ ਕੰਮਾਂ ਨੂੰ ਕਰਨ ਦੀ ਕੰਜੂਸੀ ਕਰਦੇ ਆ। ਉਹ ਕਹਿੰਦੇ ਲੈ ਪੈਸਾ ਦੇਣ ਦੀ ਕੀ ਲੋੜ ਆ, ਪਾਸਟਰ ਪ੍ਰਾਰਥਨਾ ਕਰਦਾ ਆਪੇ ਪੈਸਾ ਆ ਜਾਊਗਾ, ਕੋਈ ਹੋਰ ਦੇ ਦਿਓ ਅਸੀਂ ਦੇਵਾਂਗੇ। ਤਾਂ ਜਿਹੜਾ ਕੰਮ ਤੁਹਾਡਾ ਤੁਸੀਂ ਕਰਨਾ, ਦੂਜੇ ਨੇ ਨਹੀਂ ਕਰਨਾ। ਜਾ ਕੇ ਜੋ ਤੁਹਾਨੂੰ ਸੌਂਪਿਆ ਤੁਹਾਨੂੰ ਉਹੀ ਕਰਨਾ ਪਵੇਗਾ। ਅਸੀਂ ਇਹ ਨਹੀਂ ਕਹਿ ਸਕਦੇ ਅਸੀਂ ਅੱਜ 4 ਬੰਦੇ ਅਸੀਂ ਖੁਦਾ ਦਾ ਕੰਮ ਕਿਉਂ ਕਰੀਏ, 50 ਬੰਦੇ ਹੋ ਜਾਣਗੇ, 100 ਹੋ ਜਾਣਗੇ ਤਾਂ ਹੋਊਗਾ ਖੁਦਾ ਦਾ ਕੰਮ। ਇਹਦਾ ਮਤਲਬ ਤੁਸੀਂ ਆਪਣੇ ਮੌਕੇ ਨੂੰ ਤਾਂ ਗਵਾ ਰਹੇ ਹੋ। ਉਹ ਤਾਂ ਕਰ ਹੀ ਦੇਣਗੇ ਆ ਕੇ ਜਿਨ੍ਹਾਂ ਨੇ ਕਰਨਾ। ਤੁਸੀਂ ਤਾਂ ਕਰੋ, ਤੁਸੀਂ ਤਾਂ ਵਧੋ ਖੁਦਾ ਦੇ ਕੰਮਾਂ ਦੇ ਵਿੱਚ। ਕਿਉਂਕਿ ਤੁਹਾਨੂੰ ਪਤਾ ਇੱਥੇ ਪੈਸੇ ਦੀ ਸੇਵਕਾਈ ਨਹੀਂ ਹੁੰਦੀ, ਨਾ ਇੱਥੇ ਕੋਈ ਲਾਲਚ ਆ। ਇੱਥੇ ਖੁਦਾਵੰਦੀ ਸੇਵਕਾਈ ਹੁੰਦੀ ਤੇ 1-1 ਰੁਪਏ ਦਾ ਵੀ ਹਿਸਾਬ ਹੁੰਦਾ ਆ। 1 ਰੁਪਿਆ ਨਹੀਂ ਇੱਧਰ ਉੱਧਰ ਹੁੰਦਾ ਖੁਦਾ ਦਾ ਇਸ ਜਗ੍ਹਾ ਦੇ ਵਿੱਚ। ਇਸ ਕਰਕੇ ਆਪਣੇ ਜੀਵਨ ਨੂੰ ਸਹੀ ਕਰੋ। ਤੁਸੀਂ ਤਾਂ ਉਸ ਬਚਨ ਕਰਕੇ ਜੋ ਮੈਂ ਤੁਹਾਨੂੰ ਕਿਹਾ ਹੈ ਸਾਫ਼ ਹੋ ਚੁੱਕੇ ਹੋ। ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ। ਜਿਸ ਪ੍ਰਕਾਰ ਟਹਿਣੀ ਜੇ ਉਹ ਅੰਗੂਰ ਦੀ ਵੇਲ ਵਿੱਚ ਨਾ ਰਹੇ ਆਪਣੇ ਆਪ ਫਲ ਨਹੀਂ ਦੇ ਸਕਦੀ। ਤੁਹਾਨੂੰ ਪਤਾ ਜੇ ਤੁਸੀਂ ਪ੍ਰਭੂ ਯੀਸ਼ੂ ਮਸੀਹ ਦੇ ਸੰਦੇਸ਼ਾਂ 'ਚ ਨਹੀਂ ਰਹਿੰਦੇ, ਨਬੀ ਦੇ ਸੰਦੇਸ਼ਾਂ 'ਚ, ਤੁਸੀਂ ਫਲ ਨਹੀਂ ਦੇ ਸਕਦੇ। ਅੰਗੂਰ ਦੀ ਵੇਲ ਮੈਂ ਹਾਂ, ਤੁਸੀਂ ਟਹਿਣੀਆਂ ਹੋ। ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ ਸੋਈ ਬਹੁਤਾ ਫਲ ਦਿੰਦਾ ਹੈ। ਕਿਉਂ? ਜੋ ਮੇਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਇਹ ਮੈਂ ਨਹੀਂ ਕਹਿ ਰਿਹਾ, ਪ੍ਰਭੂ ਯੀਸ਼ੂ ਮਸੀਹ ਦਾ ਵਚਨ ਕਹਿ ਰਿਹਾ। ਤੁਸੀਂ ਮੇਰੇ ਤੋਂ ਵੱਖ ਹੋ ਕੇ ਕੁਝ ਨਹੀਂ ਕਰ ਸਕਦੇ। ਚਲੇ ਜਾਓ ਸੰਸਾਰ ਨੂੰ ਛੱਡ ਕੇ ਕਿਸੇ ਵੀ ਸਥਾਨ 'ਚ, ਲੱਖਾਂ ਰੁਪਏ ਪਾ ਲਓ, ਕਰੋੜਾਂ ਰੁਪਏ ਪਾ ਲਓ, ਕੈਨੇਡਾ ਚਲ ਜਾਓ, ਅਮਰੀਕਾ ਚਲ ਜਾਓ, ਤਾਂ ਵੀ ਤੁਸੀਂ ਕੁਝ ਪ੍ਰਾਪਤ ਨਹੀਂ ਕੀਤਾ। ਸਭ ਕੁਝ ਤੁਸੀਂ ਗਵਾ ਲਿਆ। ਜੇ ਤੁਸੀਂ ਗਰੀਬੀ ਦਾ ਜੀਵਨ ਬਤੀਤ ਕਰਦੇ ਹੋਏ ਵੀ ਸੰਦੇਸ਼ 'ਚ ਚੱਲਦੇ ਹੋ ਤੇ ਤੁਸੀਂ ਸਭ ਕੁਝ ਪਾ ਲਿਆ। ਕਿਉਂਕਿ ਤੁਹਾਨੂੰ ਪਤਾ ਸਭ ਤੋਂ ਕੀਮਤੀ ਚੀਜ਼ ਕਿਹੜੀ ਹੁੰਦੀ ਹੈ? ਨਬੀ ਨੇ ਕਿਹਾ ਸਭ ਤੋਂ ਕੀਮਤੀ ਜੀਵਨ। ਤੁਹਾਡਾ ਜੀਵਨ ਸਭ ਤੋਂ ਕੀਮਤੀ, ਤੁਹਾਡੇ ਜੀਵਨ ਤੋਂ ਕੀਮਤੀ ਕੁਝ ਨਹੀਂ ਹੈ। ਤੁਹਾਡਾ ਪੈਸਾ, ਤੁਹਾਡੀ ਧਨ ਦੌਲਤ, ਜ਼ਮੀਨਾਂ, ਕੁਝ ਵੀ ਕੀਮਤੀ ਨਹੀਂ ਹੈ। ਤੁਹਾਡਾ ਜੀਵਨ ਕੀਮਤੀ ਹੈ। ਤੁਹਾਨੂੰ ਪਤਾ ਇੱਕ ਰੂਹ ਦੀ ਕੀਮਤ ਕਿੰਨੀ ਹੈ? ਨਬੀ ਨੇ ਕਿਹਾ ਇੱਕ ਰੂਹ ਦੀ ਕੀਮਤ 10,000 ਸੰਸਾਰ ਤੋਂ ਵੀ ਜ਼ਿਆਦਾ ਹੈ। ਭਾਈ ਬ੍ਰੈਨਨ ਨੇ ਇਸ ਗੱਲ ਨੂੰ ਕਿਹਾ। ਤੁਸੀਂ ਇੱਕ ਸੰਸਾਰ 'ਚ ਰਹਿ ਰਹੇ ਹੋ, 10,000 ਸੰਸਾਰ ਤੋਂ ਵੀ ਜ਼ਿਆਦਾ ਤੁਹਾਡੀ ਕੀਮਤ ਹੈ ਰੂਹ ਦੀ। ਇਸ ਰੂਹ ਨੂੰ ਗਵਾਓ ਨਾ, ਇਹਨੂੰ ਨਾਸ਼ ਨਾ ਕਰਨ ਦਿਓ। ਕਿਉਂਕਿ ਪ੍ਰਭੂ ਨੇ ਕਿਹਾ ਇਹ ਮੇਰਾ ਮੰਦਿਰ ਆ, ਜਿਹੜਾ ਇਸ ਹੈਕਲ ਦਾ ਨਾਸ਼ ਕਰਦਾ ਮੈਂ ਉਹਦਾ ਨਾਸ਼ ਕਰ ਦੂੰਗਾ। ਇਸ ਹੈਕਲ ਦਾ ਨਾਸ਼ ਨਾ ਕਰੋ, ਵਚਨ ਦੇ ਨਾਲ ਭਰੋ ਇਸ ਹੈਕਲ ਨੂੰ। ਜੇ ਵਚਨ ਦੇ ਨਾਲ ਭਰੋਗੇ ਤਾਂ ਤੁਸੀਂ ਖੁਦਾ ਦੇ ਰਾਹ 'ਚ ਚੱਲ ਜਾਓਗੇ, ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਉਹਦੇ ਰਾਹ 'ਚ ਤੁਸੀਂ ਜਾਓਗੇ। ਕਿਉਂ? ਜੋ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਜੋ ਕੋਈ ਮੇਰੇ ਵਿੱਚ ਨਾ ਰਹੇ ਤਾਂ ਉਹ ਟਹਿਣੀ ਦੀ ਨਿਆਈ ਬਾਹਰ ਸੁੱਟਿਆ ਜਾਂਦਾ ਤੇ ਸੁੱਕ ਜਾਂਦਾ ਹੈ। ਉਹ ਕਹਿੰਦਾ ਜੇ ਤੁਸੀਂ ਮੇਰੇ ਵਿੱਚ ਨਹੀਂ ਰਹਿੰਦੇ, ਕਿ ਟਾਹਣੀ ਜਿੱਦਾਂ ਸੁੱਕ ਜਾਂਦੀ ਨੂੰ ਲਾ ਕੇ ਛਾਂਗਦਾ, ਇੱਕ ਜਿਹੜਾ ਆਂਦਾ ਆ ਛਾਂਗਣ ਵਾਲਾ ਆਂਦਾ, ਉਹਨੂੰ ਛਾਂਗਦਾ ਆ, ਛਾਂਗ ਕੇ ਨੂੰ ਮਾਲੀ ਬਾਹਰ ਸਿੱਟ ਦਿੰਦਾ। ਕਹਿੰਦਾ ਇਸੇ ਤਰ੍ਹਾਂ ਮੈਂ ਤੁਹਾਨੂੰ ਬਾਹਰ ਸਿੱਟ ਦਊਂਗਾ। ਔਰ ਲੋਕ ਉਹਨਾਂ ਨੂੰ ਇਕੱਠਿਆ ਕਰਕੇ ਅੱਗ ਵਿੱਚ ਸੋਕਦੇ ਹਨ ਅਤੇ ਉਹ ਸਾੜੀਆਂ ਜਾਂਦੀਆਂ ਹਨ। ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ, ਚਾਹੇ ਜੋ ਮੰਗੋ ਤੁਹਾਡੇ ਲਈ ਹੋ ਜਾਵੇਗਾ। ਮੂਸਾ ਨੇ ਕਿਹਾ ਸੀ ਸਮੁੰਦਰ 2 ਭਾਗ ਹੋ ਜਾਏ, ਐਵੇਂ ਥੋੜੀ ਹੋ ਗਿਆ। ਮਜ਼ਾਕ ਸੀਗਾ ਸਮੁੰਦਰ 2 ਭਾਗ ਹੋ ਜਾਵੇ। ਕਿੱਦਾਂ ਪਾਰ ਹੋ ਗਿਆ ਸਮੁੰਦਰ? ਇੱਕ ਬੰਦੇ ਦੇ ਕਹਿਣ ਤੇ ਸਮੁੰਦਰ 2 ਭਾਗ ਹੋ ਜਾਏ, ਇਦਾਂ ਹੋ ਨਹੀਂ ਸਕਦਾ। ਬੰਦਾ ਸਮੁੰਦਰ ਨੂੰ 2 ਭਾਗ ਨਹੀਂ ਕਰ ਸਕਦਾ, ਨਾ ਬੰਦਾ ਭੂਤ ਪ੍ਰੇਤ ਕਰ ਸਕਦਾ। ਕਿੱਦਾਂ ਸਮੁੰਦਰ 2 ਭਾਗ ਹੋ ਗਿਆ?
ਯਿਸੂ ਮਸੀਹ ਉਹਦੇ ਅੰਦਰ ਸੀਗਾ, ਜੀਵਨ ਦੀ ਰੋਟੀ ਖਾਧੀ ਸੀ ਉਹਨੇ, ਵਚਨ ਉਹਦੇ ਅੰਦਰ ਸੀ। ਉਹਨੇ ਕਿਹਾ ਸਮੁੰਦਰ 2 ਭਾਗ ਹੋ ਜਾ, 2 ਭਾਗ ਹੋ ਗਿਆ। ਜਦੋਂ ਯਹੋਸ਼ੂਆ ਮੂਸਾ ਦਾ ਚੇਲਾ ਜਿਹੜਾ ਮੂਸਾ ਦੇ ਨਾਲ ਨਾਲ ਰਹਿੰਦਾ ਸੀਗਾ, ਤੇ ਉਹਨੇ ਕਿਹਾ ਯਰਦਨ ਦੇ ਕੋਲ ਜਾ ਕੇ 2 ਭਾਗ ਹੋ ਜੇ, 2 ਭਾਗ ਯਰਦਨ ਵੀ ਹੋ ਗਏ। ਜੇ ਮੂਸਾ ਦੇ ਨਾਲ ਕੰਮ ਚਿੰਨ ਚਮਤਕਾਰ ਹੋਏ ਤੇ ਉਹਦੇ ਚੇਲੇ ਨਾਲ ਵੀ ਚਮਤਕਾਰ ਹੋਏ ਸੀਗੇ। ਕਿਉਂ ਹੋਏ ਸੀ? ਉਹਦਾ ਜੀਵਨ ਦੇਖੋ ਕਿਦਾਂ ਦਾ ਸੀਗਾ। ਜੀਵਨ ਚੈੱਕ ਕਰਿਆ ਕਰੋ, ਬਾਈਬਲ ਪੜ੍ਹੋ, ਫਿਰ ਜੀਵਨ ਚੈੱਕ ਕਰੋ। ਇਹ ਨਹੀਂ ਵੀ ਤੁਸੀਂ ਆਏ ਹੋ ਚਰਚ, ਮੈਂ ਤੁਹਾਨੂੰ ਸਟੋਰੀ ਪੜ੍ਹ ਕੇ ਸੁਣਾਤੀ, ਹਾਲੇਲੂਇਆ ਆਮੀਨ ਬਾਜੀ ਜਾਂ ਅਸੀਂ ਮਸੀਹ ਆ। ਇਹ ਮਸੀਹਤ ਨਹੀਂ ਆ। ਮੈਂ ਤੁਹਾਨੂੰ ਰਿਐਲਿਟੀ ਦੱਸ ਰਿਹਾ, ਜੋ ਹੋਣ ਵਾਲਾ ਮੈਂ ਤੁਹਾਨੂੰ ਭਵਿੱਖਬਾਣੀ ਕਰ ਰਿਹਾ ਤੁਹਾਡੇ ਸਾਹਮਣੇ। ਇਹ ਦੁਨੀਆ ਦਾ ਅੰਤ ਕਿੱਦਾਂ ਹੋਣਾ, ਕਿੱਦਾਂ ਲੋਕਾਂ ਦੇ ਨਰਕ ਵਿੱਚ ਜਾਣਾ ਆ। ਕਿਉਂਕਿ ਮੈਂ ਤੁਹਾਨੂੰ ਬਿਆਨ ਕੀਤਾ ਪ੍ਰਕਾਸ਼ ਦੀ ਪੋਥੀ ਵਿੱਚ, 7ਵੇਂ ਦੂਤ ਦੇ ਹੱਥ ਜਿਹੜੀ ਪੋਥੀ ਆ ਉਹ ਜੀਵਨ ਦੇ ਵਰਕਸ਼ ਦੀ ਪੋਥੀ ਆ। ਜਿਹੜਾ ਉਸ ਪੋਥੀ ਚੋਂ ਖਾਊਗਾ ਉਹਨੇ ਬਚਣਾ ਹੈ। ਆ ਬਾਈਬਲ ਫੜ ਕੇ ਨਹੀਂ ਬਚਣਾ ਲੋਕਾਂ ਨੇ। ਵੀ ਅੱਜ ਲੋਕੀ ਕੱਲੀ ਬਾਈਬਲ ਫੜ ਕੇ, ਜਿਹਦੇ ਹੱਥ 'ਚ ਨਬੀ ਦਾ ਸੰਦੇਸ਼ ਆ, ਭਾਈ ਬ੍ਰੈਨਮ ਦਾ ਸੰਦੇਸ਼ ਆ, ਇਹ ਆ ਜੀਵਨ ਦੀ ਪੋਥੀ, ਆ ਜੀਵਨ ਦਾ ਵਰਕਸ਼, ਇਹਦੇ ਵਿੱਚੋਂ ਖਾਣਾ ਹੈ। ਇਹ ਬਾਈਬਲ ਦਾ ਨਿਚੋੜ ਆ। ਬਾਈਬਲ ਤਾਂ ਦੁਸ਼ਟਾਂਤਾਂ ਨਾਲ ਭਰੀ ਆ, ਨਿਚੋੜ ਭਾਈ ਬ੍ਰੈਨਮ ਨੇ ਕੱਢਿਆ। ਜਿੱਦਾਂ ਕਰ ਫੁੱਲ ਦੇ ਵਿੱਚੋਂ ਨਿਚੋੜ ਕੱਢਿਆ ਜਾਂਦਾ ਆ ਤੇ ਬੰਦਾ ਉਹਨੂੰ ਪੀ ਕੇ ਤ੍ਰਿਪਤ ਹੋ ਜਾਂਦਾ। ਕੀ ਤੁਸੀਂ ਤੇ ਮੈਂ ਅੱਜ ਤ੍ਰਿਪਤ ਨਹੀਂ ਹੋ ਰਹੇ ਇਹ ਮੰਨਾ ਖਾ ਕੇ? ਕਿਉਂਕਿ ਪ੍ਰਭੂ ਤਾਜ਼ਾ ਮੰਨਾ ਦਿੰਦਾ ਹਮੇਸ਼ਾ। ਇੱਥੇ ਉਹ ਨਹੀਂ ਆ ਪੁਰਾਣਾ ਮੰਨਾ ਵਾਰ-ਵਾਰ ਬਰਕਤਾਂ ਲੈ ਲਓ, ਬਰਕਤਾਂ ਲੈ ਲਓ। ਹਰ ਵਾਰ ਨਇਆ ਮੰਨਾ ਹੁੰਦਾ ਆ, ਤਾਜ਼ਾ ਮੰਨਾ ਹੁੰਦਾ ਆ, ਤੁਹਾਡੇ ਜੀਵਨਾਂ ਨੂੰ ਬਹਾਲ ਕਰਦਾ ਆ। ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ, ਔਰ ਇਉਂ ਤੁਸੀਂ ਮੇਰੇ ਵਿੱਚ ਹੋਵੋਗੇ, ਮੇਰੇ ਚੇਲੇ ਹੋਵੋਗੇ। ਕਹਿੰਦਾ ਮੇਰੇ ਪਿਤਾ ਦੀ ਵਡਿਆਈ ਇਹਦੇ ਵਿੱਚ ਹੁੰਦੀ, ਤੁਸੀਂ ਬਹੁਤਾ ਫਲ ਦਿਓ। ਹੁਣ ਫਲ ਕਿਹਨੇ ਦੇਣਾ ਹੈ? ਆਂਡੀਆਂ ਗੁਆਂਢੀਆਂ ਨੇ ਫਲ ਦੇਣਾ, ਫਲ ਤੁਸੀਂ ਦੇਣਾ ਹੈ। ਜੀਵਨ ਦੇ ਵ੍ਰਿਕਸ਼ ਤੋਂ ਕੌਣ ਖਾ ਰਿਹਾ? ਤੁਸੀਂ ਖਾ ਰਹੇ ਹੋ, ਤੇ ਫਲ ਵੀ ਤੁਹਾਡੇ ਵਿੱਚੋਂ ਪ੍ਰਗਟ ਹੋਣਗੇ। ਤੁਹਾਡੇ ਰਿਸ਼ਤੇਦਾਰਾਂ 'ਚ ਥੋੜੀ ਫਲ ਪ੍ਰਗਟ ਹੋਣੇ ਆ ਵੀ ਸੰਦੇਸ਼ ਤੁਸੀਂ ਸੁਣਦੇ ਹੋ ਤੇ ਜੀਵਨ ਕੋਈ ਹੋਰ ਬਤੀਤ ਕਰੇ। ਜੇ ਸੰਦੇਸ਼ ਤੁਸੀਂ ਸੁਣਦੇ ਹੋ ਤੇ ਜੀਵਨ ਵੀ ਤੁਸੀਂ ਬਤੀਤ ਕਰੋਗੇ, ਕੋਈ ਹੋਰ ਬਤੀਤ ਨਹੀਂ ਕਰੂਗਾ ਜੀਵਨ। ਤੁਸੀਂ ਮੇਰੇ ਪ੍ਰੇਮ ਵਿੱਚ ਰਹੋ। ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਤਾਂ ਮੇਰੇ ਪ੍ਰੇਮ ਵਿੱਚ ਰਹੋਗੇ, ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਣਾ ਕੀਤੀ ਅਤੇ ਉਸਦੇ ਪ੍ਰੇਮ ਵਿੱਚ ਰਹਿੰਦਾ ਹਾਂ। ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਅਤੇ ਤੁਹਾਡੀ ਖੁਸ਼ੀ ਮੇਰੇ ਵਿੱਚ ਪੂਰੀ ਹੋਵੇ। ਹੁਣ ਬਾਈਬਲ ਬਿਆਨ ਕਰਦੀ ਮੇਰੀ ਖੁਸ਼ੀ ਤੁਹਾਡੇ ਵਿੱਚ ਪੂਰੀ ਹੋਵੇ, ਤੁਹਾਡੀ ਖੁਸ਼ੀ ਮੇਰੇ ਵਿੱਚ ਪੂਰੀ ਹੋਵੇ। ਮੇਰਾ ਹੁਕਮ ਇਹ ਹੈ ਭਈ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ। ਹੁਣ ਪਿਆਰ ਕੀ ਆ? ਪਿਆਰ ਇਹ ਥੋੜੀ ਤੁਸੀਂ ਜਾ ਕੇ ਜੱਫੀਆਂ ਪਾਣੀ ਇੱਕ ਦੂਸਰੇ ਨੂੰ। ਭੈਣ ਜੇ ਐਮਸੀ ਦੀ ਭਾਈ ਪਿਆਰ, ਜੇ ਕਿ ਭੈਣ ਭਾਈ ਦੇ ਮੂੰਹ ਤੇ ਕਾਲਾ ਕਲਰ ਨਹੀਂ ਦੱਸਣਾ, ਭੈਣ ਤੇਰਾ ਜੀਵਨ ਸਹੀ ਨਹੀਂ, ਜੀਵਨ ਸੁਧਾਰ ਆਪਣਾ, ਇਹਨੂੰ ਕਹਿੰਦੇ ਪਿਆਰ। ਲੋਕੀ ਪਿਆਰ ਕੀ ਸੋਚਦੇ ਆ? ਬਹੁਤ ਲੋਕਾਂ ਨੇ ਮੈਨੂੰ ਕਿਹਾ, ਕਹਿੰਦੇ ਸੰਦੇਸ਼ 'ਚ ਬੜੀ ਸਖਤੀ ਜੀ ਹੈ ਭਾਈ, ਬੜਾ ਸਖਤ ਪ੍ਰਚਾਰ ਕਰਦਾ ਆ, ਇਹਦੇ ਕੋ ਕੌਣ ਰੁਕੂਗਾ? ਕਿ ਇਹੀ ਤਾਂ ਪਿਆਰ ਆ। ਜੇ ਮੈਂ ਤੁਹਾਨੂੰ ਕਹਾਂ ਵੀ ਕੋਈ ਨਹੀਂ ਚਰਚ ਆ ਜਾ ਕਰ ਭੈਣ, 5-4 ਹਜ਼ਾਰ ਰੁਪਏ ਦਸ਼ਮਾਨ ਦੇ ਦਿਆ ਕਰ, ਜੋ ਮਰਜ਼ੀ ਕਰ, ਮੈਨੂੰ ਕੋਈ ਮਤਲਬ ਨਹੀਂ, ਇਹ ਪਿਆਰ ਨਹੀਂ ਹੈ। ਪਿਆਰ ਇਹ ਆ ਵੀ ਮੈਂ ਉਸ ਭੈਣ ਨੂੰ ਡਾਂਟਾ, ਉਸ ਭਾਈ ਨੂੰ ਡਾਂਟਾ, ਉਹਨੂੰ ਕਹਾਂ ਆਪਣਾ ਜੀਵਨ ਸੁਧਾਰ, ਤੇਰਾ ਦਸ਼ਮਾਨ ਦੀ ਮੈਨੂੰ ਲੋੜ ਨਹੀਂ ਆ, ਮੈਨੂੰ ਤੇਰੇ ਜੀਵਨ ਦੀ ਲੋੜ ਆ। ਇਹਨੂੰ ਕਹਿੰਦੇ ਆ ਪਿਆਰ। ਹੁਣ ਲੋਕਾਂ ਨੇ ਪਿਆਰ ਵੀ ਅਲੱਗ ਬਣਾ ਲਿਆ। ਹੁਣ ਪਿਆਰ ਬਾਰੇ ਮੈਂ ਫਿਰ ਕਿਸੇ ਦਿਨ ਤੁਹਾਨੂੰ ਪ੍ਰਚਾਰ ਕਰੂੰਗਾ। ਪਿਆਰ ਵੀ 2 ਤਰ੍ਹਾਂ ਦੇ ਆ, ਇੱਕ ਫਿਲਿਪੀਓ ਪਿਆਰ ਆ, ਇੱਕ ਅਗਾਪੇ ਪਿਆਰ। ਇਹ 2 ਤਰ੍ਹਾਂ ਦੇ ਪਿਆਰ ਆ। ਮੈਂ ਫਿਰ ਇਸ ਚੀਜ਼ ਤੇ ਪ੍ਰਚਾਰ ਕਰੂੰਗਾ ਕਿਸ ਟਾਈਮ। ਮੇਰਾ ਹੁਕਮ ਇਹ ਹੈ ਵੀ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ, ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ। ਇਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤਰਾਂ ਦੇ ਬਦਲੇ ਦੇ ਦੇਵੇ। ਕਹਿੰਦਾ ਇਸ ਤੋਂ ਵੱਧ ਪਿਆਰ ਨਹੀਂ ਹੁੰਦਾ। ਤੁਹਾਨੂੰ ਪਤਾ ਜਾਨ ਕਿਹਨੇ ਦਿੱਤੀ? ਪ੍ਰਭੂ ਯਿਸੂ ਮਸੀਹ ਨੇ ਜਾਨ ਦਿੱਤੀ। ਤੁਹਾਡੇ ਕੋਈ ਰਿਸ਼ਤੇਦਾਰ ਆਇਆ ਤੁਹਾਡੇ ਵਾਸਤੇ ਜਾਨ ਦੇਣ ਵਾਸਤੇ? ਕੋਈ ਨਹੀਂ ਆਂਦਾ ਕਿਸੇ ਵਾਸਤੇ। ਜਾਨ ਕਿਹਨੇ ਦਿੱਤੀ? ਸਾਡੇ ਯਿਸੂ ਮਸੀਹ ਨੇ ਸਾਡੇ ਵਾਸਤੇ ਜਾਨ ਦਿੱਤੀ ਹੈ। ਜੇ ਤੁਸੀਂ ਉਹ ਕੰਮ ਕਰੋ ਜਿਹਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਤੁਸੀਂ ਮੇਰੇ ਮਿੱਤਰ ਹੋ। ਕਹਿੰਦਾ ਜੇ ਉਹ ਤੁਸੀਂ ਮੇਰੇ ਹੁਕਮਾਂ ਤੇ ਚੱਲਦੇ ਹੋ, ਜੋ ਮੈਂ ਤੁਹਾਨੂੰ ਕਿਹਾ ਆ, ਤੁਸੀਂ ਮੇਰੇ ਦੋਸਤ ਹੋ। ਪ੍ਰਭੂ ਯਿਸੂ ਮਸੀਹ ਤੁਹਾਡਾ ਪਿਤਾ ਵੀ ਆ, ਤੁਹਾਡਾ ਦੋਸਤ ਵੀ ਆ। ਲੇਕਿਨ ਇਹ ਦੋਸਤੀ ਕਾਇਮ ਰੱਖਣ ਵਾਸਤੇ ਤੁਹਾਨੂੰ ਉਹਦੀ ਦਿੱਤੀ ਹੋਈ ਰੋਟੀ ਖਾਣੀ ਪੈਣੀ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਪ੍ਰਭੂ ਆਪਣੀ ਰੋਟੀ ਰੱਖ ਲੈ, ਪਰਸੋਂ ਖਾ ਲਾਂਗੇ, ਪਹਿਲਾਂ ਸੰਸਾਰ ਦੀ ਰੋਟੀ ਖਾਈਏ। ਇਦਾਂ ਨਹੀਂ ਹੋ ਸਕਦਾ। ਜਦੋਂ ਬੱਚਾ ਪੈਦਾ ਹੁੰਦਾ ਨਾ, ਜਦੋਂ ਬੱਚਾ ਪੈਦਾ ਹੁੰਦਾ ਸਭ ਤੋਂ ਪਹਿਲਾਂ ਉਹਨੂੰ BCG ਦਾ ਇੰਜੈਕਸ਼ਨ ਲੱਗਦਾ ਹੈ। ਕਿਉਂ ਲੱਗਦਾ? ਕੀਟਾਣੂਆਂ ਦੇ ਨਾਲ ਰੋਕਥਾਮ ਹੋਵੇ ਤਾਂ ਕਿ। ਜੇ ਤੁਸੀਂ ਮਸੀਹ ਦੇ ਵਿੱਚ ਪੈਦਾ ਹੋਏ ਹੋ ਤੇ ਇੱਥੇ ਵੀ ਇੰਜੈਕਸ਼ਨ ਰੱਖੇ ਹੋਏ ਪ੍ਰਭੂ ਨੇ। ਪਹਿਲਾ ਇੰਜੈਕਸ਼ਨ ਬਸਮਾ ਪਹਿਲਾ ਇੰਜੈਕਸ਼ਨ। ਉਹ ਕਹਿੰਦਾ ਆਪਣੇ ਆਪਣੇ ਗੁਨਾਹ ਪਾਪਾਂ ਦੀ ਮਾਫੀ ਲਈ ਯਿਸੂ ਮਸੀਹ ਦੇ ਨਾਮ 'ਚ ਬਸਮਾ ਲੈ, ਤਾਂ ਪਵਿੱਤਰ ਆਤਮਾ ਦਾ ਦਾਨ ਪਾਊਂਗਾ। ਬਸਮਾ ਲੈਣ ਤੋਂ ਬਾਅਦ ਪਵਿੱਤਰ ਆਤਮਾ ਤੁਹਾਡੇ ਜੀਵਨ 'ਚ ਕੰਮ ਕਰੂ। ਪਹਿਲਾਂ ਵਚਨ ਨੂੰ ਪੂਰਾ ਕਰਨਾ ਹੈ, ਸਾਰੇ ਵਚਨ ਨੂੰ ਪੂਰਾ ਕਰਨਾ। ਇਸ ਕਰਕੇ ਉਹਨੇ ਕਿਹਾ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਪੂਰਾ ਲੀਲਾ ਖਾਣਾ। ਜੀਵਨ ਦੀ ਰੋਟੀ ਯਿਸੂ ਮਸੀਹ ਆ। ਨਬੀ ਦੁਆਰਾ ਜਿਹੜਾ ਸੰਦੇਸ਼ ਆ ਉਹੀ ਆ ਉਹ ਵਰਕਸ਼, ਜੀਵਨ ਦਾ ਵਰਕਸ਼ ਜਿਹੜਾ ਅਦਨ ਦੇ ਬਾਗ 'ਚ ਸੀਗਾ। ਇਸ ਕਰਕੇ ਆਪਣੇ ਆਪਣੇ ਜੀਵਨ ਨੂੰ ਪ੍ਰਭੂ ਨੂੰ ਸਮਰਪਿਤ ਕਰੋ। ਆਪਣੇ ਜੀਵਨਾਂ ਦਾ ਸੁਧਾਰ ਕਰੋ, ਚੈੱਕ ਕਰੋ ਆਪਣੇ ਜੀਵਨਾਂ ਨੂੰ ਵੀ ਤੁਸੀਂ ਮਸੀਹ ਹੈਗੇ ਆ ਕਿ ਨਹੀਂ ਹੈਗੇ। ਜੇ ਨਹੀਂ ਹੋ
ਤੇ ਕਹੋ ਪ੍ਰਭੂ ਜੀ ਮੈਨੂੰ ਮਸੀਹ ਬਣਾ ਦੇ, ਮੈਨੂੰ ਮਾਰ ਦੇ ਸੰਸਾਰ ਤੋਂ। ਜੇ ਤੁਸੀਂ ਕਹੋਗੇ ਕੋਈ ਨਹੀਂ ਟਾਈਮ ਪਾਸ ਕਰਨਾ ਆ, ਤੇ ਇੱਕ ਦਿਨ ਟਾਈਮ ਪਾਸ ਕਰਦੇ ਕਰਦੇ ਤੁਹਾਡਾ ਟਾਈਮ ਨਿਕਲ ਜਾਊਗਾ। ਨੂਹ ਦੇ ਸਮੇਂ ਵੀ ਇਸੇ ਤਰ੍ਹਾਂ ਟਾਈਮ ਨਿਕਲਿਆ, ਜਦੋਂ 120 ਸਾਲ ਉਸ ਨੂਹ ਨੇ, ਧਰਮੀ ਮਨੁੱਖ ਨੇ ਪ੍ਰਚਾਰ ਕੀਤਾ। ਲੋਕੀ ਕਹਿੰਦੇ ਪਾਗਲ ਹੋ ਗਿਆ ਬੁੱਢਾ, ਪਾਗਲ ਹੋ ਗਿਆ, ਮੈਂਟਲ ਹੋ ਗਿਆ, ਉੱਪਰ ਤਾਂ ਇੱਕ ਬਾਰਿਸ਼ ਦਾ ਨਿਸ਼ਾਨ ਨਹੀਂ, ਇਹ ਕਿਸ਼ਤੀ ਬਣਾ ਰਿਹਾ ਹੈ। ਕਿੰਨੀ ਅਜੀਬ ਗੱਲ ਆ, ਜਿਸ ਥਾਂ 'ਚ ਕਦੇ ਮੀਂਹ ਨਾ ਪਿਆ ਹੋਵੇ ਉਸ ਥਾਂ 'ਚ ਬੰਦਾ ਕਿਸ਼ਤੀ ਬਣਾ ਰਿਹਾ। ਲੋਕਾਂ ਨੇ ਉਹਨੂੰ ਪਾਗਲ ਕਿਹਾ, ਗਲਤ ਕਿਹਾ, ਲੇਕਿਨ ਉਹਨੂੰ ਪਤਾ ਸੀ ਉਹਨੇ ਜੀਵਨ ਦੀ ਰੋਟੀ ਨੂੰ ਖਾਧਾ ਸੀਗਾ। ਉਹਨੂੰ ਪਤਾ ਸੀ ਜੋ ਮੇਰੇ ਪ੍ਰਭੂ ਨੇ ਕਿਹਾ ਉਹ ਪੂਰਾ ਹੋਵੇਗਾ, ਚਾਹੇ 100 ਸਾਲ ਲੱਗਣ, ਚਾਹੇ 500 ਸਾਲ ਲੱਗਣ। ਤੇ ਕੀ ਹੋਇਆ, 120 ਸਾਲ ਜਦੋਂ ਪ੍ਰਚਾਰ ਕੀਤਾ ਨੂਹ ਨੇ, ਪਰਲੋ ਆਈ, ਲੋਕਾਂ ਨੇ ਚੀਕਾਂ ਮਾਰੀਆਂ। ਨਬੀ ਕਹਿੰਦਾ ਉਸ ਸਮੇਂ ਵੀ ਸੇਵਕ ਲੋਕ ਸੀਗੇ, ਪ੍ਰਭੂ ਦੀ ਉਪਾਸਨਾ ਕਰਦੇ ਸੀਗੇ, ਫਿਰ ਉਹ ਕਿਉਂ ਮਰ ਗਏ? ਅੱਜ ਲੋਕੀ ਕਹਿੰਦੇ ਆ ਨਾ, ਅੱਜ ਲੋਕੀ ਬਹਿਸ ਕਰਦੇ ਆ, ਲੈ ਮਿਸ਼ਨਾਂ ਵਾਲੇ ਵੀ ਪ੍ਰਭੂ ਨੂੰ ਨਹੀਂ ਮੰਨਦੇ, ਇਹ ਵੀ ਬਚਣਗੇ, ਇਹ ਵੀ ਤਾਂ ਪ੍ਰਭੂ ਦਾ ਨਾਮ ਲੈਂਦੇ, ਬਚੂਗਾ ਉਹੀ। ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ, ਨਾ ਸਾਡੇ ਯੁੱਗ ਦੇ ਨਬੀ ਨੇ ਕਿਸੇ ਦੇ ਖਿਲਾਫ ਬੋਲਿਆ, ਕਹਿੰਦਾ ਬਚੂਗਾ ਉਹੀ ਜਿਹੜਾ ਵਚਨ ਨੂੰ ਪੂਰਾ ਕਰੂਗਾ। ਹੁਣ ਤੁਸੀਂ ਖੁਦ ਚੈੱਕ ਕਰ ਲਓ ਵਚਨ ਨੂੰ ਕੌਣ ਪੂਰਾ ਕਰ ਰਿਹਾ। ਜਿਹੜਾ ਵਚਨ ਨੂੰ ਪੂਰਾ ਕਰੂਗਾ ਬਚੂਗਾ। ਵਚਨ ਨੂੰ ਨੂਹ ਨੇ ਪੂਰਾ ਕੀਤਾ, ਉਹਦੇ ਪਰਿਵਾਰ ਨੇ ਪੂਰਾ ਕੀਤਾ, ਤੇ ਨੂਹ ਤੇ ਉਹਦਾ ਪਰਿਵਾਰ ਬਚ ਗਈ। ਹੁਣ ਅੱਜ ਵੀ ਇੱਕ ਕਿਸ਼ਤੀ ਆ, ਸਮੇਂ ਦਾ ਸੰਦੇਸ਼ ਉਹ ਕਿਸ਼ਤੀ ਆ, ਭਾਈ ਬ੍ਰੈਨਮ ਦਾ ਸੰਦੇਸ਼ ਉਹ ਕਿਸ਼ਤੀ ਆ। ਜਿਹੜਾ ਸੰਦੇਸ਼ ਦੀ ਕਿਸ਼ਤੀ 'ਚ ਆਊਗਾ, ਆਪਣਾ ਜੀਵਨ ਛੱਡੋ ਤੇ ਆਓ ਕਿਸ਼ਤੀ ਵਿੱਚ। ਤੁਹਾਡਾ ਜੀਵਨ ਦੀ ਗਰੰਟੀ ਪ੍ਰਭੂ ਯਿਸੂ ਮਸੀਹ ਲੈਂਦਾ। ਜੀਵਨ ਬਚਣਾ, ਜੀਵਨ ਬਚਾਣਾ, ਤੁਸੀਂ ਕਰੋ ਆਗਿਆ ਪੂਰੀ। ਅੱਜ ਬੰਦੇ ਨੇ ਇੰਗਲੈਂਡ ਅਮਰੀਕਾ ਜਾਣਾ ਹੁੰਦਾ ਆ, ਉਹਨੂੰ ਪਤਾ ਜੀ ਪਾਸਪੋਰਟ ਤੋਂ ਬਿਨਾਂ ਨਹੀਂ ਜਾ ਸਕਦੇ। ਪਾਸਪੋਰਟ ਬਣਵਾਉਂਦਾ ਬੰਦਾ, ਫਾਰਮੈਲਿਟੀਆਂ ਪੂਰੀ ਕਰਦਾ, 10 ਛੱਡ ਕੇ 20 ਲੱਖ ਲੱਗਦਾ, ਉਹ ਵੀ ਦਿੰਦਾ ਵੀ ਮੈਂ ਬਾਹਰ ਪਹੁੰਚ ਜਾ ਕਿਸ ਤਰ੍ਹਾਂ। ਪੈਸਾ ਕਮਾਣਾ, ਪੈਸਾ ਕਿਉਂ ਬੰਦਾ ਕਮਾਉਂਦਾ? ਐਸ਼ ਕਰਨ ਵਾਸਤੇ, ਮੇਰੇ ਬੱਚੇ ਐਸ਼ ਕਰਨ, ਮੈਂ ਵਧੀਆ ਜੀਵਨ ਬਤੀਤ ਕਰਾਂ, ਠੀਕ ਹੈ ਨਾ। ਤੇ ਇਸੇ ਤਰ੍ਹਾਂ ਜੇ ਤੁਸੀਂ ਉੱਪਰ ਐਸ਼ ਕਰਨੀ ਹੈ ਨਾ, ਤੇ ਤੁਹਾਨੂੰ ਕੀਮਤ ਚੁਕਾਣੀ ਪਵੇਗੀ। ਬਣਾਓ ਪਾਸਪੋਰਟ, ਆਤਮਿਕ ਪਾਸਪੋਰਟ ਬਣਵਾਓ, ਲਵਾਓ ਸਟੈਂਪ। ਸਟੈਂਪ ਕੌਣ ਲਾਉਂਦਾ? ਨਬੀ ਲਾਉਂਦਾ ਸਟੈਂਪ। ਭਾਈ ਬ੍ਰੈਨਮ ਦਾ ਸੰਦੇਸ਼ ਸਟੈਂਪ ਲਾਉਂਦਾ। ਇਹ ਬੰਦੇ ਨੇ ਬਸਮਾ ਲਿਆ, ਇਹਦੇ ਰੈਪਚਰ ਨੂੰ ਕੋਈ ਨਹੀਂ ਰੋਕ ਸਕਦਾ, ਤੁਹਾਨੂੰ ਕੋਈ ਨਹੀਂ ਰੋਕੂਗਾ ਉੱਪਰ ਜਾਣ ਤੋਂ। ਲਓ, ਕਰੋ ਤੁਸੀਂ ਆਤਮਿਕ ਕੰਮ, ਦੇਖੋ ਤੁਹਾਡੇ ਜੀਵਨ 'ਚ ਕੰਮ ਕਿੱਦਾਂ ਨਹੀਂ ਹੁੰਦਾ। ਦਓ ਆਪਣਾ ਜੀਵਨ, ਕਰੋ ਸਮਰਪਿਤ। ਗੱਲਾਂ ਦੇ ਨਾਲ ਜੀਵਨ ਨਹੀਂ ਸਮਰਪਿਤ ਹੋਣਾ। ਤੁਹਾਨੂੰ ਪਤਾ ਪ੍ਰਭੂ ਦੇ ਕੋਲ 12 ਚੇਲੇ ਸੀਗੇ, ਤੇ 12 ਚੇਲਿਆਂ ਨੇ ਦੁਨੀਆ ਹਿਲਾਤੀ ਸੀ। ਜਿਹਨੇ ਚੱਲਣਾ ਆ ਉਹਨੇ ਪੂਰੀ ਤਰੀਕੇ ਨਾਲ ਚੱਲਣਾ ਆ। ਮੂਸਾ ਦੇ ਨਾਲ 2 ਹੀ ਸੀਗੇ, ਯਹੋਸ਼ੂਆ ਤੇ ਕਲੇਬ, ਜਿਹੜੇ ਉਸ ਕਨਾਨ ਦੇਸ਼ 'ਚ ਪ੍ਰਵੇਸ਼ ਕਰ ਪਾਏ। ਜਿਨ੍ਹਾਂ ਨੇ ਚੱਲਣਾ, ਭਾਵੇਂ ਥੋੜੇ ਹੋਣ, ਚੱਲਦੇ ਜ਼ਰੂਰ ਆ। ਆਤਮਿਕ ਬੰਦੇ ਪ੍ਰਭੂ ਨੇ ਰੱਖੇ ਜ਼ਰੂਰ ਆ ਧਰਤੀ ਤੇ, ਭਾਵੇਂ ਥੋੜੇ ਹੋਣ। ਇਸੇ ਤਰ੍ਹਾਂ ਇਸ ਯੁੱਗ ਦੇ ਵਿੱਚ ਉਹਦੀ ਦੁਲਹਨ 'ਚ ਇੱਕ ਛੋਟਾ ਝੁੰਡਾ ਜਿਹੜੀ ਰੈਪਚਰ 'ਚ ਜਾਵੇਗੀ, ਜਿਹਨੇ ਸੰਸਾਰ ਤੋਂ ਆਪਣੇ ਆਪ ਨੂੰ ਅੱਡ ਕੀਤਾ ਆ। ਉਹ ਕਹਿੰਦੇ ਅਸੀਂ ਸੰਸਾਰ 'ਚ ਨਹੀਂ ਚੱਲਣਾ। ਤੁਹਾਨੂੰ ਪਤਾ ਇੱਕ ਸੇਵਕ ਤੁਹਾਨੂੰ ਨਹੀਂ ਦੇਖਦਾ, ਲੇਕਿਨ 24 ਘੰਟੇ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇਖਦਾ। ਤੁਸੀਂ ਕੀ ਮਨ 'ਚ ਆਪਣੇ, ਕਈ ਮੈਂ ਬਹੁਤ ਲੋਕ ਦੇਖੇ, ਇੱਕ ਸੰਦੇਸ਼ ਇੱਕ ਭਾਈ ਨੇ ਪ੍ਰਚਾਰ ਕੀਤਾ ਸੀ, ਕਹਿੰਦੇ ਸੇਵਕਾਂ ਦੇ ਖਿਲਾਫ ਵੀ ਲੋਕ ਬੋਲਦੇ ਆ, ਸੇਵਕਾਂ ਦੇ ਖਿਲਾਫ ਕਲੀਸਿਆ ਦੇ ਲੋਕ ਬੋਲਦੇ ਆ। ਉਹ ਕਹਿੰਦੇ ਆਪ ਤਾਂ ਕਹਿੰਦੇ ਪਾਗਲ ਹੋਏ, ਨਾਲ ਸਾਨੂੰ ਵੀ ਕਰੀ ਫਿਰਦਾ ਪਾਗਲ। ਇਹ ਤਾਂ ਪਾਸਟਰ ਬਣਿਆ ਹੀ ਆ, ਨਾਲ ਸਾਨੂੰ ਵੀ ਬਣਾਉਣ ਨੂੰ ਫਿਰਦਾ। ਜੇ ਮੈਂ ਜੀਵਨ ਲੈਣਾ ਤਾਂ ਜੀਵਨ ਤੁਹਾਨੂੰ ਵੀ ਮਿਲਣਾ ਹੈ। ਕਦੇ ਵੀ ਸੇਵਕ ਦੇ ਖਿਲਾਫ ਬੁੜਬੜਾਓ ਨਾ, ਨਾ ਇਹ ਕਹੋ ਵੀ ਇਹ ਸੇਵਕ ਝੂਠ ਬੋਲਦਾ। ਬਹੁਤ ਲੋਕ ਕਹਿੰਦੇ ਸੇਵਕ, ਤੁਹਾਨੂੰ ਪਤਾ ਪਵਿੱਤਰ ਆਤਮਾ ਮੈਨੂੰ ਸੁਪਨੇ 'ਚ ਦੱਸ ਦਿੰਦਾ, ਜੇ ਮੇਰੇ ਖਿਲਾਫ ਕੋਈ ਬੋਲਦਾ ਮੈਨੂੰ ਸੁਪਨਾ ਆ ਜਾਂਦਾ ਹੈ। ਤੁਸੀਂ ਕਹਿੰਦੇ ਪਵਿੱਤਰ ਆਤਮਾ ਕੰਮ ਕਿੱਦਾਂ ਕਰਦਾ? ਇੱਥੇ ਪਵਿੱਤਰ ਆਤਮਾ ਆ। ਤੋਬਾ ਕਰੋ ਅੱਜ ਆਪਣੇ ਆਪਣੇ ਗੁਨਾਹ ਪਾਪਾਂ ਤੋਂ, ਤੋਬਾ ਕਰੋ, ਆਪਣਾ ਜੀਵਨ ਸਹੀ ਕਰੋ, ਨਹੀਂ ਤਾਂ ਪ੍ਰਭੂ ਤੁਹਾਨੂੰ ਕੱਟ ਲੈਣਾ, ਤੁਹਾਨੂੰ ਕੋਈ ਨਹੀਂ ਬਚਾ ਸਕਦਾ। ਗਰੰਟੀ ਦਿੰਦਾ ਇਸ ਗੱਲ ਦੀ, ਜਿਹੜਾ ਮਰਜ਼ੀ ਆ ਜਾਵੇ। ਸੰਤ ਪੌਲੁਸ ਨੇ ਕਿਹਾ ਨਾ, ਜਿਹੜੀ ਸਿੱਖਿਆ ਅਸੀਂ ਤੁਹਾਨੂੰ ਦਿੱਤੀ ਆ, ਇਸ ਸਿੱਖਿਆ ਦੇ ਉਲਟ ਜੇ ਕੋਈ ਸਵਰਗ ਤੋਂ ਦੂਤ ਵੀ ਆ ਜਾਵੇ, ਕਹਿੰਦਾ ਉਹ ਸ਼ਰਾਪਿਤ ਹੋਵੇ। ਜਿਹੜੀ ਸਿੱਖਿਆ ਭਾਈ ਬ੍ਰੈਨਮ ਦੀ ਸੰਦੇਸ਼ ਹੈ, ਸ਼ਕਤੀ ਵਾਲਾ ਸੰਦੇਸ਼ ਨਹੀਂ ਆ, ਇਹ ਜੀਵਨ ਦਾ ਸੰਦੇਸ਼ ਆ। ਜੇ ਸ਼ਕਤੀ ਹੈਗੀ ਆ ਤਾਂ ਤੁਹਾਡਾ ਜੀਵਨ ਵੀ ਤਾਂ ਸਹੀ ਕਰ ਰਿਹਾ ਸੰਦੇਸ਼, ਤੁਹਾਨੂੰ ਜੀਵਨ ਵਿੱਚ ਵੀ ਤਾਂ ਲੈ ਕੇ ਜਾਵੇਗਾ। ਹੁਣ ਤੁਸੀਂ ਜਹਾਜ਼ 'ਚ ਜਾਂਦੇ ਹੋ, ਜਹਾਜ਼ 'ਚ ਬੈਠਦੇ ਹੋ, ਉੱਥੇ ਕਿਹਾ ਜਾਂਦਾ ਆ, ਜਿਹੜੇ 에ਅਰ ਹੋਸਟੈਸ ਹੁੰਦੇ ਉਹਨਾਂ ਨੂੰ ਕਿਹਾ ਜਾਂਦਾ ਵੀ ਬੈਲਟਾਂ ਪਾ ਦਿਓ। ਤੁਹਾਨੂੰ ਪੋਸ਼ਾਕ ਵੀ ਦਿੱਤੀ ਜਾਂਦੀ ਜੇ ਕਿਤੇ ਜਹਾਜ਼ ਕ੍ਰੈਸ਼ ਹੋ ਜਾਵੇ ਤੇ ਉਹ। ਹੁਣ ਤੁਸੀਂ ਕਹੋਗੇ ਜੀ ਮੈਂ ਤਾਂ ਨਹੀਂ ਬੈਲਟ ਪਾਣੀ। ਹਿਦਾਇਤਾਂ ਹੁੰਦੀਆਂ, ਇਸੇ ਤਰ੍ਹਾਂ ਬਾਈਬਲ 'ਚ ਵੀ ਹਿਦਾਇਤਾਂ ਆ। ਬਾਈਬਲ 'ਚ ਹਿਦਾਇਤਾਂ ਆ, ਇਦਾਂ ਦਾ ਜੀਵਨ ਬਤੀਤ ਕਰਨਾ, ਇਦਾਂ ਦੇ ਕੱਪੜੇ ਪਾਣੇ। ਅੱਜ ਭੈਣ ਭਾਈ ਨੂੰ ਕੱਪੜੇ ਪਾਉਣ ਦਾ ਨਹੀਂ ਪਤਾ। ਭੈਣਾਂ ਦੇ ਗਲੇ ਇੱਥੋਂ ਦੀ ਅੱਡੇ ਹੁੰਦੇ ਆ, ਪਿੱਛੋਂ ਦੀ ਅੱਡੇ ਹੁੰਦੇ ਆ। ਚੁੰਨੀਆਂ ਲੈਣ ਦਾ ਭੈਣਾਂ ਨੂੰ ਨਹੀਂ ਪਤਾ ਹੁੰਦਾ। ਜੋ ਫੈਸ਼ਨ ਸਭ ਐਂਟਾ ਮੈਸੇਜ ਲੋਕ ਕਰਦੇ ਆ, ਗਲਤ ਜੀਵਨ ਬਤੀਤ ਕਰਦੇ ਆ। ਫਿਰ ਕਹਿੰਦੇ ਅਸੀਂ ਰੈਪਚਰ ਜਾਵਾਂਗੇ, ਦੂਜਿਆਂ ਦੇ ਵੀ ਠੋਕਰ ਦਾ ਕਾਰਨ ਬਣਦੇ। ਪਾਓ ਕੱਪੜਾ, ਮਰਿਆਦਾ ਵਾਲਾ ਕੱਪੜਾ ਪਾਓ, ਵਧੀਆ ਜੀਵਨ ਬਤੀਤ ਕਰੋ, ਵਧੀਆ ਖਾਓ, ਵਧੀਆ ਪੀਓ। ਪ੍ਰਭੂ ਨੇ ਕੁਝ ਨਹੀਂ ਮਨਾ ਕੀਤਾ। ਨਬੀ ਦਾ ਇੱਕ ਸੰਦੇਸ਼ ਮੈਂ ਤੁਹਾਨੂੰ ਫਿਰ ਕਦੇ ਉਸ ਵਿੱਚ ਪੜਾਉਂਗਾ। ਉਹ ਕਹਿੰਦਾ ਜਿੱਥੇ ਮਰਜ਼ੀ ਜਾਓ, ਲੇਕਿਨ ਵਚਨ ਦੇ ਦਾਇਰੇ ਵਿੱਚ ਰਹੋ, ਮਨਾ ਨਹੀਂ ਜਾਣਾ। ਕੱਟਰਪੰਥੀ ਥੋੜੀ ਹੈ ਕੋਈ ਵੀ ਤੁਸੀਂ ਜੀ ਮੂਰਤੀ ਪੂਜਕ ਬੰਦੇ ਦਾ ਵਿਆਹ ਤੁਸੀਂ ਜਾ ਨਹੀਂ ਸਕਦੇ। ਜਾਓ, ਸ਼ਗਨ ਦਿਓ, ਆਪਣੇ ਘਰ ਨੂੰ ਆ ਜਾਓ, ਲੇਕਿਨ ਤੁਹਾਡਾ ਜੀਵਨ ਵਚਨ ਦੇ ਅਨੁਸਾਰ ਹੋਣਾ ਚਾਹੀਦਾ। ਜੇ ਨਹੀਂ ਜੀਵਨ ਬਤੀਤ ਕਰੋਗੇ, ਟਾਈਮ ਖਰਾਬ ਕਰੋਗੇ, ਤੁਹਾਨੂੰ ਔਖਾ ਹੋਊਗਾ, ਕਸ਼ਟਕਾਲ 'ਚ ਜਾਣਾ ਪਊਗਾ ਤੁਹਾਨੂੰ।
ਜੇ ਜਿਹੜਾ ਬੰਦਾ ਰੈਪਚਰ 'ਚ ਚਲਾ ਗਿਆ ਉਹ ਖੁਸ਼ੀਆਂ ਮਨਾਊਗਾ। ਤੁਹਾਨੂੰ ਪਤਾ ਐਸ਼ ਕਰਨੀ ਉੱਪਰ ਜਦੋਂ ਰੈਪਚਰ 'ਚ ਆਣਾ, ਬਾਕੀ ਸੰਸਾਰ ਦੇ ਉੱਪਰ ਮੌਤ ਮੰਡਰਾਣੀ ਹੈ, ਕਸ਼ਟ ਕਾਲ ਆਣਾ ਇਸ ਜਗ੍ਹਾ ਦੇ ਵਿੱਚ, ਇਸ ਧਰਤੀ ਦੇ ਉੱਪਰ। ਇਹ ਧਰਤੀ ਨਾਸ਼ ਹੋ, ਜਿਹੜੇ ਤੁਹਾਨੂੰ ਅੱਜ ਬੜੀ ਸੁੰਦਰ ਦਿਖ ਰਹੀ ਨਾ ਦੁਨੀਆ, ਬੜਾ ਸੋਹਣਾ ਸੰਸਾਰ ਹੈ ਜੀ, ਬੜੀ ਤਗੜੀ ਕੋਠੀ ਬਣਾ ਲਓ, ਪ੍ਰਭੂ ਦੇ ਕੰਮ ਫੇਰ ਕਰ ਲਵਾਂਗੇ। ਪਹਿਲਾਂ ਸੰਸਾਰ ਨੂੰ ਦੇਖਣਾ, ਪਹਿਲਾਂ ਬੱਚਿਆਂ ਨੂੰ ਦੇਖਣਾ, ਪ੍ਰਭੂ ਦਾ ਕੰਮ ਤਾਂ ਹੁੰਦਾ ਹੀ ਰਹਿਣਾ। ਇਹ ਸੰਸਾਰ, ਇਹ ਜਿਹੜਾ ਤੁਹਾਨੂੰ ਦਿਖ ਰਿਹਾ ਸੰਸਾਰ ਦਾ ਜਦੋਂ ਦਿਖ ਰਿਹਾ ਇੱਕ ਦਿਨ ਨਾਸ਼ ਹੋ ਜਾਵੇਗਾ। ਸੰਸਾਰ ਨੇ ਇਸ ਧਰਤੀ ਦਾ ਬੁਰੀ ਤਰ੍ਹਾਂ ਨਾਸ਼ ਕਰਨਾ, ਇਸ ਕਰਕੇ ਮਜਾਲਾਂ ਤਿਆਰ ਹੋ ਗਈਆਂ। ਨਬੀ ਕਹਿੰਦਾ ਵੱਡੇ ਵੱਡੇ ਹਾਈਡਰੋਜਨ ਬੰਬ ਸਭ ਕੁਝ ਤਿਆਰ ਹੋ ਚੁੱਕਿਆ। ਕਿਉਂ ਤਿਆਰ ਹੋਇਆ? ਬਿਨਾਂ ਮਕਸਦ ਤੋਂ ਪ੍ਰਭੂ ਨੇ ਤਿਆਰ ਨਹੀਂ ਕਰਾਇਆ। ਇਹੀ ਇੱਕ ਦਿਨ ਡਿੱਗਣੇ ਆ। ਜਿੱਥੇ ਮੈਂ ਇੱਥੇ ਖੜਾ, ਇੱਕ ਦਿਨ ਇੱਥੇ ਵੀ ਡਿੱਗੂਗਾ ਬੰਬ ਆ ਕੇ। ਪੂਰੀ ਧਰਤੀ ਸਵਾਹ ਕਰਨੀ ਤਾਂ ਸਾਰੀ ਜਗ੍ਹਾ ਡਿੱਗਣਾ, ਪੂਰੀ ਧਰਤੀ ਨਾਸ਼ ਕਰ ਦਿੱਤੀ ਜਾਵੇਗੀ। ਲੇਕਿਨ ਉਸ ਨਾਸ਼ ਤੋਂ ਪਹਿਲਾਂ ਸਾਡਾ ਪ੍ਰਭੂ ਯੀਸ਼ੂ ਮਸੀਹ ਆ ਰਿਹਾ ਹੈ ਆਪਣੀ ਦੁਲਹਨ ਨੂੰ ਲੈਣ। ਤੇ ਜਿਹੜੇ ਆਪਣੇ ਵਸਤਰ ਧੋਣਗੇ ਉਸ ਰਾਤ 'ਚ ਜਾ ਕੇ ਪ੍ਰਭੂ ਭੋਜ ਕਰਨਗੇ। ਤੇ ਆਪਣੇ ਆਪ ਨੂੰ ਤਿਆਰ ਕਰੋ ਪ੍ਰਭੂ ਦੇ ਲਈ, ਆਪਣੇ ਪਾਪਾਂ ਤੋਂ, ਗੁਨਾਹਾਂ ਤੋਂ ਫਿਰੋ, ਤੋਬਾ ਕਰੋ ਤੇ ਕਹੋ ਪ੍ਰਭੂ ਯੀਸ਼ੂ ਮਸੀਹ ਮੇਰੇ ਜੀਵਨ ਦੇ ਵਿੱਚ ਆਪਣਾ ਆਤਮਾ ਭੇਜ, ਤੇਰਾ ਕੰਮ, ਤੇਰਾ ਪ੍ਰਗਟਾਵਾ ਮੇਰੇ ਜੀਵਨ ਦੇ ਵਿੱਚ ਹੋਵੇ। ਪ੍ਰਭੂ ਜੀ ਇਹ ਖੁਦਾ ਨਾਲ ਵਾਅਦਾ ਕਰੋ। ਸੰਦੇਸ਼ ਦੀ ਆ ਲੈਣਾ, ਇਹ ਸੰਦੇਸ਼ ਹੋ ਨਹੀਂ ਆ ਲੈ ਲਓ ਬਰਕਤ ਆ ਗਈ, ਕੋਠੀ ਚਲ ਗਈ, ਕੋਠੀ 4 ਕੋਠੀਆਂ ਇੱਧਰ 4 ਇੱਧਰ, ਇੱਥੇ ਉਹ ਪ੍ਰਚਾਰ ਨਹੀਂ ਹੁੰਦਾ। ਕੋਠੀਆਂ ਤੋਂ ਵੀ ਕੀਮਤੀ ਕੋਈ ਚੀਜ਼ ਹੈਗੀ ਹੈ, ਪੈਸੇ ਤੋਂ ਵੀ ਕੀਮਤੀ ਕੋਈ ਚੀਜ਼ ਹੈ, ਉਹ ਤੁਹਾਡਾ ਜੀਵਨ ਆ। ਤੇ ਇੱਥੇ ਜੀਵਨ ਦਾ ਪ੍ਰਚਾਰ ਹੁੰਦਾ। ਯੀਸ਼ੂ ਮਸੀਹ ਜੀਵਨ ਦਾ ਪ੍ਰਚਾਰ ਕਰਨ ਆਇਆ। ਉਹ ਤਾਂ ਕੋਈ ਖੇਚ ਆ ਲੋਕਾਂ ਨੂੰ ਆਪਣੇ ਕੋਲ ਲਿਆਉਣ ਦੀ, ਚੰਗਿਆਈ ਦੇਣੀ, ਬਰਕਤ ਦੇਣੀ, ਉਹਦਾ ਇਹ ਮਕਸਦ ਨਹੀਂ ਹੈ। ਚੰਗਿਆਈ ਲੈ ਕੇ ਵੀ ਬੰਦਾ ਨਰਕ 'ਚ ਲੱਗਿਆ ਤਾਂ ਫਾਇਦਾ ਕੀ ਹੈ? ਲੇਕਿਨ ਜੇ ਤੁਸੀਂ ਬਿਨਾਂ ਚੰਗਿਆਈ ਤੋਂ ਮਰ ਜਾਂਦੇ ਹੋ ਤੇ ਵਧੀਆ ਹੈ, ਤੁਸੀਂ ਖੁਦਾ ਦੇ ਰਾਜ 'ਚ ਤਾਂ ਜਾਓਗੇ। ਕਦੇ ਵੀ ਵਚਨ ਤੋਂ ਬਾਹਰ ਜੀਵਨ ਨਾ ਬਤੀਤ ਕਰੋ, ਹਮੇਸ਼ਾ ਵਚਨ ਦੇ ਅਨੁਸਾਰ ਜੀਵਨ ਬਤੀਤ ਕਰੋ। ਤਾਂ ਪਰਮੇਸ਼ਵਰ ਨੂੰ ਪਹਿਲ ਦਿਓ, ਆਪਣੇ ਬੱਚਿਆਂ ਨੂੰ ਪਹਿਲ ਨਾ ਦਿਓ, ਰਿਸ਼ਤੇਦਾਰਾਂ ਨੂੰ ਪਹਿਲ ਨਾ ਦਿਓ। ਹਮੇਸ਼ਾ ਖੁਦਾ ਦੇ ਖਾਲਸ ਵਚਨ ਨੂੰ ਪਹਿਲ ਦਿਓ ਤੇ ਖੁਦਾ ਦੇ ਬੰਦਿਆਂ ਦੀ ਰਿਸਪੈਕਟ ਕਰੋ। ਹਮੇਸ਼ਾ ਜਿੰਨੇ ਵੀ ਖੁਦਾ ਦੇ ਲੋਕ ਆਉਂਦੇ, ਕੋਈ ਛੋਟਾ ਕੋਈ ਵੱਡਾ ਨਹੀਂ ਹੁੰਦਾ, ਹਮੇਸ਼ਾ ਉਹਦੀ ਰਿਸਪੈਕਟ ਕਰੋ, ਕਿਉਂਕਿ ਖੁਦਾ ਦੇ ਸਾਹਮਣੇ ਕੋਈ ਵੱਡਾ ਕੋਈ ਛੋਟਾ ਨਹੀਂ, ਸਭ ਸੇਵਕ ਦਾਸ ਉਹਦੇ ਬਰਾਬਰ ਆ। ਪ੍ਰਭੂ ਯੀਸ਼ੂ ਮਸੀਹ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਧੰਨਵਾਦ ਮੇਰੇ ਮਹਾਨ ਪਿਤਾ, ਸਵਰਗੀ ਪਿਤਾ, ਇੱਕ ਵਾਰ ਫਿਰ ਤੇਰੀ ਪਾਕ ਪਵਿੱਤਰ ਹਜ਼ੂਰੀ ਵਿੱਚ ਆਉਂਦੇ ਹਾਂ ਪ੍ਰਭੂ ਜੀ। ਸੱਚਮੁੱਚ ਮੇਰੇ ਮਹਾਨ ਪਿਤਾ ਪ੍ਰਭੂ ਜੀ, ਤੂੰ ਜੀਵਨ ਦਾ ਵ੍ਰਿਕਸ਼ ਹੈ ਪ੍ਰਭੂ ਯੀਸ਼ੂ ਮਸੀਹ, ਜਿਹੜਾ ਤੇਰੇ ਵਿੱਚੋਂ ਖਾਂਦਾ ਹੈ ਪ੍ਰਭੂ ਯੀਸ਼ੂ ਮਸੀਹ, ਉਸਦਾ ਮੌਤ ਦੇ ਫਾਟਕਾਂ ਦੇ ਉੱਪਰ ਕੋਈ ਅਧਿਕਾਰ ਨਹੀਂ ਹੋਵੇਗਾ ਖੁਦਾ ਬੰਦਾ, ਕਿਉਂਕਿ ਮੇਰੇ ਮਹਾਨ ਪਿਤਾ ਮੌਤ ਦੇ ਫਾਟਕ ਉਸਦੇ ਉੱਪਰ ਨਹੀਂ ਪ੍ਰਬਲ ਹੋ ਸਕਦੇ ਖੁਦਾ ਬੰਦਾ। ਤੇ ਪ੍ਰਭੂ ਯੀਸ਼ੂ ਮਸੀਹ ਤੂੰ ਆਪਣੀ ਦੁਲਹਨ, ਆਪਣੀ ਲਾੜੀ ਤੇ ਵੱਡੀ ਦਇਆ ਕੀਤੀ ਹੈ, ਕਿਰਪਾ ਕੀਤੀ। ਮੈਂ ਤੇਰਾ ਧੰਨਵਾਦ ਕਰਦਾ ਪ੍ਰਭੂ ਜੀ। ਤੂੰ ਆਪਣੇ 7ਵੇਂ ਦੂਤ ਨੂੰ ਭੇਜਿਆ ਪ੍ਰਭੂ ਜੀ, ਉਹ ਰੋਟੀ ਲੈ ਕੇ ਆਇਆ ਖੁਦਾ ਬੰਦਾ, ਉਹ ਦਾਖ ਮਧੂ ਲੈ ਕੇ ਆਇਆ ਪ੍ਰਭੂ ਯੀਸ਼ੂ ਮਸੀਹ, ਉਹ ਜੀਵਨ ਦਾ ਜਲ ਲੈ ਕੇ ਆਇਆ ਖੁਦਾ ਬੰਦਾ, ਉਹ ਸੰਦੇਸ਼ ਲੈ ਕੇ ਆਇਆ ਖੁਦਾ ਬੰਦਾ, ਜਿਨੇ ਅੱਜ ਪ੍ਰਭੂ ਯੀਸ਼ੂ ਮਸੀਹ ਤੇਰੀ ਦੁਲਹਨ ਨੂੰ ਤ੍ਰਿਪਤ ਕਰ ਦਿੱਤਾ ਹੈ ਖੁਦਾ ਬੰਦਾ। ਆ ਤੇਰੀ ਦੁਲਹਨ ਆਪਣੇ ਆਪ ਨੂੰ ਤਿਆਰ ਕਰ ਰਹੀ ਹੈ। ਤੂੰ ਕਿਹਾ ਹੈ ਮੇਰੀ ਦੁਲਹਨ ਆਪਣੇ ਆਪ ਨੂੰ ਵਚਨ ਦੇ ਨਾਲ ਸ਼ਿੰਗਾਰ ਕਰੇ, ਤੇ ਸੱਚਮੁੱਚ ਖੁਦਾ ਬੰਦਾ ਦੁਲਹਨ ਨੇ ਅੱਜ ਵਚਨ ਦੇ ਨਾਲ ਸ਼ਿੰਗਾਰ ਕਰ ਲਿਆ ਹੈ ਖੁਦਾ ਬੰਦਾ। ਮੈਂ ਵਿਸ਼ਵਾਸ ਕਰਦਾ ਪ੍ਰਭੂ ਜੀ, ਜਿੱਦ ਤੱਕ ਤੂੰ ਨਹੀਂ ਆਂਦਾ ਸੀ ਇਸੇ ਤਰ੍ਹਾਂ ਤੇਰੀ ਮਹਿਮਾ ਵਡਿਆਈ ਕਰਦੇ ਰਹੀਏ ਪ੍ਰਭੂ ਯੀਸ਼ੂ ਮਸੀਹ। ਤੇ ਮੇਰੇ ਮਹਾਨ ਪਿਤਾ ਮੈਂ ਬੇਨਤੀ ਪ੍ਰਾਰਥਨਾ ਕਰਦਾ, ਜਿੰਨੇ ਭੈਣ ਭਾਈ ਸਥਾਨ 'ਚ ਬੈਠੇ ਆ ਪ੍ਰਭੂ ਜੀ, ਖੁਦਾ ਬੰਦਾ ਧੰਨ ਉਹ ਮਨੁੱਖ ਹੁੰਦਾ ਹੈ ਪ੍ਰਭੂ ਜੀ, ਉਹ ਤੇਰੇ ਘਰ ਦੇ ਵਿੱਚ ਆਂਦਾ, ਤੇਰੇ ਵਚਨ ਨੂੰ ਸੁਣਦਾ ਹੈ ਪ੍ਰਭੂ ਜੀ, ਤੇਰੀ ਭਵਿੱਖਬਾਣੀਆਂ ਦੀ ਗੱਲਾਂ ਨੂੰ ਸੁਣਦਾ ਪ੍ਰਭੂ ਜੀ। ਇਹਨਾਂ ਦੇ ਜੋ ਵੀ ਮਸਲੇ ਹਨ ਖੁਦਾ ਬੰਦਾ, ਜੋ ਵੀ ਇਹਨਾਂ ਦੀ ਪਰੇਸ਼ਾਨੀਆਂ ਦਿੱਕਤਾਂ ਹਨ, ਸਭਨਾਂ ਨੂੰ ਤੂੰ ਪ੍ਰਭੂ ਜੀ ਮੇਰੇ ਮਹਾਨ ਪਿਤਾ ਉਹਨਾਂ ਵੱਲ ਦੇਖਣਾ ਹੈ ਪ੍ਰਭੂ ਜੀ, ਉਹਨਾਂ ਤੋਂ ਬਾਹਰ ਕੱਢਣਾ ਹੈ, ਇਹਨਾਂ ਤੇ ਦਇਆ ਕਰਨੀ, ਕਿਰਪਾ ਕਰਨੀ ਹੈ ਪ੍ਰਭੂ ਯੀਸ਼ੂ ਮਸੀਹ। ਇਹ ਵੀ ਆਪਣੀ ਛਿਪੀਆਂ ਹੋਈਆਂ ਸੇਵਕਾਈਆਂ ਨੂੰ ਪਛਾਣਨ ਪ੍ਰਭੂ ਯੀਸ਼ੂ ਮਸੀਹ, ਕਿਉਂਕਿ ਤੇਰੇ ਨਬੀ ਨੇ ਜਦੋਂ ਪ੍ਰਚਾਰ ਕੀਤਾ ਤੇ ਲੋਕਾਂ ਦੇ ਅੰਦਰ ਛਿਪੀਆਂ ਹੋਈਆਂ ਸੇਵਕਾਈਆਂ ਬਾਹਰ ਉੱਪਰ ਆਈਆਂ ਖੁਦਾ ਬੰਦਾ। ਇਹਨਾਂ ਦੇ ਅੰਦਰ ਵੀ ਜਿਹੜੀ ਛਿਪੀਆਂ ਹੋਈਆਂ ਸੇਵਕਾਈਆਂ ਬਾਹਰ ਆ ਜਾਣ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਖੁਦਾ ਬੰਦਾ। ਤੂੰ ਦਇਆ ਕਰ, ਕਿਰਪਾ ਕਰ ਪ੍ਰਭੂ ਯੀਸ਼ੂ ਮਸੀਹ, ਇਹਨਾਂ ਦੇ ਬੱਚਿਆਂ ਤੇ, ਇਹਨਾਂ ਦੇ ਪਰਿਵਾਰਾਂ ਤੇ ਖੁਦਾ ਬੰਦਾ ਦਇਆ ਕਰ ਪ੍ਰਭੂ ਜੀ। ਹਰੇਕ ਜਨ ਬਚਾਇਆ ਜਾਵੇ, ਕੋਈ ਵੀ ਖੁਦਾ ਬੰਦਾ ਪ੍ਰਭੂ ਯੀਸ਼ੂ ਮਸੀਹ ਭਲੇ ਬੁਰੇ ਦੇ ਵ੍ਰਿਕਸ਼ ਤੋਂ ਨਾ ਖਾਵੇ ਖੁਦਾਵੰਦ ਮੇਰੇ ਮਹਾਨ ਪਿਤਾ। ਹਰ ਇੱਕ ਮਨੁੱਖ ਤੇਰੇ ਜੀਵਨ ਦੇ ਵ੍ਰਿਕਸ਼ ਤੋਂ ਖਾਵੇ, ਕਿਉਂਕਿ ਜੀਵਨ ਦਾ ਵ੍ਰਿਕਸ਼ ਹੀ ਜੀਵਨ ਦੇ ਸਕਦਾ ਹੈ ਪ੍ਰਭੂ ਜੀ, ਕਿਉਂਕਿ ਜੀਵਨ ਦਾ ਵ੍ਰਿਕਸ਼ ਕੋਈ ਹੋਰ ਨਹੀਂ ਪ੍ਰਭੂ ਯੀਸ਼ੂ ਮਸੀਹ, ਉਹ ਤੂੰ ਹੈ ਮੇਰੇ ਲਾਰਡ। ਉਹ ਤੇਰੇ ਨਬੀ ਭਾਈ ਵਿਲੀਅਮ ਬ੍ਰੈਨਮ ਦਾ ਸੰਦੇਸ਼ ਹੈ ਖੁਦਾ ਬੰਦਾ। ਦਇਆ ਕਰ, ਕਿਰਪਾ ਕਰ ਪ੍ਰਭੂ ਯੀਸ਼ੂ ਮਸੀਹ, ਤੇ ਹਮੇਸ਼ਾ ਅਸੀਂ ਖੁਦਾ ਬੰਦਾ ਤੇਰੇ ਜੀਵਨ ਦੀ ਰੋਟੀ ਚੋਂ ਖਾਂਦੇ ਰਹੀਏ ਪ੍ਰਭੂ ਜੀ। ਦਇਆ ਕਰ, ਕਿਰਪਾ ਕਰ, ਤੇਰੇ ਨਾਮ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਮੰਗਦੇ ਹਾਂ, ਆਮੀਨ। ਹਾਲੇਲੂਇਆ।